ਅਸਲ 'ਚ ਸਾਨੂੰ ਪਤਾ ਨਹੀਂ ਹੁੰਦਾ ਕਿਹੜਾ ਇਸ਼ੂ ਹੈ ਤੇ ਇਹਨੂੰ ਕਿਵੇਂ ਰੇਜ਼ ਕਰਨਾ, ਪੁੱਟ ਕਿਵੇਂ ਕਰਨਾ, ਕਿਹਦੇ ਨਾਲ ਗੱਲ ਕੀਤੀ ਜਾਵੇ। ਆਪਾਂ ਤੁਹਾਨੂੰ ਯਾਦ ਹੋਣਾ ਆਪਾਂ ਗੱਲ ਵੀ ਕੀਤੀ ਸੀਗੀ ਵੀ ਇੰਡੀਆ ਦੇ ਵਿੱਚ ਕਈ ਵਾਰੀ ਫਾਰ ਐਗਜ਼ਾਮਪਲ ਕਿਸੇ ਪਿੰਡ ਵਿੱਚ ਸਕੂਲ ਦੇ ਵਿੱਚ ਟੀਚਰ ਨਹੀਂ ਪ੍ਰੋਪਰ ਹੈਗੇ, ਪੂਰੇ ਨਹੀਂ ਹੈਗੇ, ਤੇ ਉਹ ਆਲ ਆਫ ਸਡਨ ਜਿਹੜਾ ਉੱਥੇ ਕੋਈ ਟਰਾਂਸਪੋਰਟ ਮਿਨਿਸਟਰ ਆ ਜਾਂਦਾ ਤੇ ਅਸੀਂ ਉਹਨੂੰ ਟਰਾਂਸਪੋਰਟ ਮਿਨਿਸਟਰ ਨੂੰ ਕਹਿੰਦੇ ਜੀ ਸਾਡੇ ਸਕੂਲ ਦੇ ਵਿੱਚ ਟੀਚਰ ਹੀ ਹੈ ਨਹੀਂ। ਉਹ ਕਹਿੰਦਾ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ। ਅਸਲ 'ਚ ਉਹਦਾ ਮਹਿਕਮਾ ਨਹੀਂ ਹੈਗਾ, ਠੀਕ ਹੈ ਨਾ ਜੀ। ਅਸੀਂ DC ਨੂੰ ਜਾ ਕੇ ਕਹੀ ਜਾਂਦੇ ਹੈਗੇ ਆ ਕਿ ਜੀ ਉਹ ਜਿਹੜੇ ਸਕੂਲ ਦੇ ਵਿੱਚ ਟੀਚਰ ਨਹੀਂ ਪੂਰੇ, DC ਨੇ ਨਹੀਂ ਕਰਨੇ ਹੁੰਦੇ। ਹਾਂ ਤੁਸੀਂ DC ਨੂੰ ਰਿਪਰਜ਼ੈਂਟੇਸ਼ਨ ਦੇ ਸਕਦੇ ਇਸ ਤਰੀਕੇ ਦੀ। ਪਹਿਲੀ ਗੱਲ ਤਾਂ ਕਿ ਅਸੀਂ ਇਸ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਿਸ ਸਿਸਟਮ ਦੇ ਵਿੱਚ ਉਹਨਾਂ ਨੇ ਇੱਕ ਐਲੋਕੇਟ ਕੀਤੀਆਂ ਜ਼ਿੰਮੇਵਾਰੀਆਂ ਵੀ, ਉਹਨਾਂ ਦੇ ਅਧਿਕਾਰ ਵੀ। ਫਾਰ ਐਗਜ਼ਾਮਪਲ ਕੋਈ ਸਿਟੀ ਨਾਲ ਰਿਲੇਟਡ ਮਸਲੇ ਹੈਗੇ ਆ ਤੇ ਸਿਟੀ ਹਾਲ ਹੈ ਜਿਹੜਾ ਜਾਂ ਜਿਹੜੀ ਕਹਿ ਲਓ ਵੀ ਕਮੇਟੀ ਹੈ, ਮਿਊਨਿਸਪੈਲਿਟੀ ਹੈ, ਉਹਨੇ ਕੰਮ ਕਰਨਾ। ਕੋਈ ਲੋਕਲ ਸੜਕਾਂ ਖਰਾਬ ਹੈ, ਕੋਈ ਸਟਰੀਟ ਲਾਈਟ 'ਚ ਪ੍ਰੋਬਲਮ ਹੈ, ਕੋਈ ਸਕੂਲਾਂ ਦੀ ਗੱਲ ਹੈ, ਇਹ ਸਿਟੀ ਨਾਲ ਰਿਲੇਟਡ ਮਸਲੇ ਹੈਗੇ। ਕੁਛ ਮਸਲੇ ਹੈਗੇ ਜਿਹੜੇ ਪ੍ਰੋਵਿੰਸ ਨਾਲ ਰਿਲੇਟਡ ਹੁੰਦੇ ਆ, ਉਹਦੇ 'ਚ ਉਹ ਸਾਡੇ ਲੈਜਿਸਲੇਚਰ ਬਿਲਡਿੰਗ ਦੇ ਵਿੱਚ ਜਿੰਨੇ ਰਿਪਰੈਜ਼ੈਂਟੇਟਿਵ ਬੈਠੇ ਆ ਉਹ ਸਾਰੇ ਜ਼ਿੰਮੇਵਾਰ ਆ। ਉਹਦੇ ਲਈ ਵੀ ਇੱਕ ਗੱਲ ਮੈਂ ਜਿਹੜੀ ਖਾਸ ਕਰਕੇ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਜ਼ਰੂਰੀ ਨਹੀਂ ਹੈ ਕਿ ਬ੍ਰਿਜ ਵਾਟਰ ਦੀ ਕੋਈ ਪ੍ਰੋਬਲਮ ਹੈ, ਬ੍ਰਿਜ ਵਾਟਰ ਏਰੀਏ ਦੀ ਪ੍ਰੋਬਲਮ ਹੈ ਤੇ ਤੁਸੀਂ ਉਹ ਮੇਪਲ ਦੇ ਕਿਸੇ MLA ਨੂੰ ਕਹੋ ਕਿ ਜੀ ਇਹ ਸਾਡੀ ਪ੍ਰੋਬਲਮ ਹੈ ਤੇ ਉਹ ਕਹੇ ਜੀ ਮੈਨੂੰ ਤਾਂ ਪਤਾ ਨਹੀਂ, ਉਧਰ ਦੇ MLA ਨਾਲ ਗੱਲ ਕਰੋ। MLA ਤੁਹਾਨੂੰ ਇੱਕ ਪਰਟੀਕੂਲਰ ਏਰੀਏ ਦੇ ਵਿੱਚੋਂ ਬਣਾਇਆ ਗਿਆ, ਪਰ ਰਿਪਰੈਜ਼ੈਂਟ ਤੁਸੀਂ ਪੂਰੇ ਮੈਨੀਟੋਬਾ ਨੂੰ ਕਰ ਰਹੇ ਹੋ, ਪੂਰੇ ਸੂਬੇ ਨੂੰ ਕਰ ਰਹੇ ਹੋ। ਇਸੇ ਤਰ੍ਹਾਂ ਹੀ ਕੁਛ ਪ੍ਰੋਬਲਮ ਜਿਹੜੀਆਂ ਉਹ ਫੈਡਰਲ ਲੈਵਲ ਦੀਆਂ ਹੁੰਦੀਆਂ। ਆਪਾਂ ਇਹਨਾਂ ਕੁਛ ਪ੍ਰੋਬਲਮਸ ਨੂੰ ਅੱਜ ਡਿਸਕਸ ਕਰਾਂਗੇ ਕਿ ਸਾਨੂੰ ਲੋਕਲ ਪ੍ਰੋਬਲਮਸ ਨੂੰ, ਪਹਿਲੇ ਗੱਲ ਤਾਂ ਪ੍ਰੋਬਲਮਸ ਹੈ ਕਿਹੜੀਆਂ, ਫਿਰ ਸਾਨੂੰ ਉਹਨਾਂ ਨੂੰ ਪੁੱਟ ਕਿਵੇਂ ਕਰਨਾ ਚਾਹੀਦਾ। ਕਾਰਨ ਉਹਦੇ 'ਚ ਇਹ ਆ ਕਿ ਇਹ ਜਿਹੜੇ ਸਾਡੇ ਕਾਉਂਸਲਰ ਚੁਣੇ ਹੁੰਦੇ ਆ, ਅਸੀਂ ਚੁਣੇ ਵੋਟਾਂ ਪਾ ਕੇ, ਉਹਨਾਂ ਨੂੰ ਅਸੀਂ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ। ਉਹਨਾਂ ਦੀ ਜ਼ਿੰਮੇਵਾਰੀ ਬਣਦੀ ਵੀ ਹੈ, ਸੰਵਿਧਾਨਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੁਛ ਇੱਦਾਂ ਦੀ ਪਲਾਨ ਕਰਨ ਕਿ ਅਸੀਂ ਬਜਟਿੰਗ ਕਰਨ ਕਿ ਅਸੀਂ ਇਹ ਕੰਮ ਜਿਹੜੇ ਆ ਆਉਣ ਵਾਲੇ 4 ਸਾਲਾਂ 'ਚ ਕਰਨਾ ਹੈ। ਅਸੀਂ ਇੰਝ ਹੀ ਪ੍ਰੋਵਿੰਸ਼ੀਅਲ ਗੌਰਮੈਂਟ ਨੇ ਕਰਨਾ ਹੈ, ਇੰਝ ਹੀ ਫੈਡਰਲ ਗੌਰਮੈਂਟ ਨੇ ਕਰਨਾ। ਬਿਨਾਂ ਸ਼ੱਕ ਕੋਵਿਡ ਕਰਕੇ ਕੋਈ ਦਿੱਕਤਾਂ ਤਾਂ ਆ ਸਕਦੀਆਂ, ਐਕਸੈਪਸ਼ਨਲ ਕੇਸ ਹੈਗਾ, ਇੱਦਾਂ ਦੀ ਕੋਈ ਹੋਰ ਗੱਲ ਆ ਜਾਵੇ, ਕਦੀ ਆਲ ਆਫ ਸਡਨ ਆ ਜਾਵੇ ਤਾਂ ਵੀ ਐਕਸੈਪਸ਼ਨਲ ਕਾਜ਼ ਹੋ ਸਕਦਾ। ਪਰ ਕੁਛ ਪ੍ਰੋਬਲਮਸ ਇੱਦਾਂ ਦੀਆਂ ਜਿਨ੍ਹਾਂ ਵੱਲ ਸਾਡੇ ਵੱਲੋਂ ਨੁਕਤੇ ਉਠਾਏ ਜਾਣ ਦੇ ਬਾਵਜੂਦ, ਆਵਾਜ਼ ਚੁੱਕੇ ਜਾਣ ਦੇ ਬਾਵਜੂਦ ਉਹਨਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਭਾਵੇਂ ਉਹ ਸਿਟੀ ਵਿੱਚ ਸਿਟੀ ਹਾਲ 'ਚ ਬੈਠੇ, ਭਾਵੇਂ ਉਹ ਪ੍ਰੋਵਿੰਸ਼ੀਅਲ ਗੌਰਮੈਂਟ 'ਚ ਬੈਠੇ ਜਾਂ ਲੈਜਿਸਲੇਚਰ ਬਿਲਡਿੰਗ 'ਚ ਬੈਠੇ, ਤੇ ਭਾਵੇਂ ਉਹ ਫੈਡਰਲ ਗੌਰਮੈਂਟ 'ਚ ਬੈਠੇ। ਠੀਕ ਹੈ ਜੀ, ਅਸੀਂ ਉਹਨਾਂ ਨੂੰ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਟੱਚ ਜ਼ਰੂਰ ਕਰਾਂਗੇ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਗੱਲ ਕਰਨੀ ਸ਼ੁਰੂ ਚਾਹੁੰਦਾ। MP ਸਿੰਘ ਜੀ, ਮੈਂ ਇਹਨੂੰ ਪਹਿਲਾਂ ਬੇਸਿਕ ਤੋਂ ਲੈਬੋਰੇਟ ਕਰਨਾ ਚਾਹੁੰਦਾ ਵੀ ਜਿਹੜਾ ਪੋਲੀਟੀਕਲ ਸਿਸਟਮ ਹੈਗਾ ਆਪਣੀ ਕੈਨੇਡਾ ਦੇ ਵਿੱਚ, ਸਾਰਿਆਂ ਨੂੰ ਪਤਾ ਡੈਮੋਕ੍ਰੇਟਿਕ ਕੰਟਰੀ ਹੈਗਾ। ਆਪਾਂ ਵੋਟਾਂ ਪਾਉਣੇ ਆ, ਇਲੈਕਟ ਕਰਦੇ ਆ ਜਿੰਨੀਆਂ ਵੀ ਆਪਣੀਆਂ ਗੌਰਮੈਂਟ ਹੈਗੀਆਂ। ਇੱਥੇ ਸਭ ਤੋਂ ਪਹਿਲਾਂ ਆਪਾਂ ਇਹ ਸਮਝ ਗਏ ਕਿ ਕਿਹੜੀਆਂ ਕਿਹੜੀਆਂ ਗੌਰਮੈਂਟ ਹੈਗੀਆਂ। ਸਭ ਤੋਂ ਪਹਿਲਾਂ ਫੈਡਰਲ ਗੌਰਮੈਂਟ ਆ ਜਾਂਦੀ ਹੈ, ਜਿਹਦੇ ਵਿੱਚ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਹੈਗੇ ਆ ਸਾਰੀ ਕੰਟਰੀ ਦੇ ਵਿੱਚ ਹੈਗੇ ਆ। ਜਿੱਦਾਂ ਡਿਫੈਂਸ ਦਾ ਹੋ ਗਿਆ, ਰੈਵਨਿਊ ਕੈਨੇਡਾ ਹੋ ਗਿਆ, ਉਹਨਾਂ ਕੋਲ ਹੈਗਾ ਜਿੰਨਾ ਵੀ ਫਾਈਨੈਂਸ ਦਾ ਹੋ ਗਿਆ। ਇੰਟਰਨੈਸ਼ਨਲ ਰਿਲੇਸ਼ਨ ਹੈਗੇ ਆ, ਇੰਟਰਨੈਸ਼ਨਲ ਟ੍ਰੇਡ ਹੈਗੀ ਆ, ਉਹ ਜਿੰਨੇ ਵੀ ਡਿਪਾਰਟਮੈਂਟ ਹੈਗੇ ਆ ਉਹ ਫੈਡਰਲ ਗੌਰਮੈਂਟ ਦੇ ਅੰਦਰ। ਇਹਦੇ 'ਚ ਜਿਹੜਾ ਆਪਣੇ ਲੋਕਾਂ ਨੂੰ ਬਹੁਤ ਜ਼ਿਆਦਾ ਰਿਲੇਟਡ ਹੈਗਾ ਉਹ ਹੈਗਾ ਇਮੀਗ੍ਰੇਸ਼ਨ ਦਾ ਡਿਪਾਰਟਮੈਂਟ। ਇਮੀਗ੍ਰੇਸ਼ਨ ਵੀ ਇੱਕ ਫੈਡਰਲ ਡਿਪਾਰਟਮੈਂਟ ਹੈਗਾ। ਉਹਦੇ 'ਚ ਕਿਸੇ ਵੀ ਪ੍ਰੋਵਿੰਸ ਨੂੰ ਕੋਈ ਪਾਵਰ ਨਹੀਂ ਗੀ, ਕਿਸੇ ਵੀ ਮਿਊਨਿਸਪੈਲਿਟੀ ਨੂੰ ਕੋਈ ਵੀ ਪਾਵਰ ਹੈ ਨਹੀਂ ਇਹਦੇ 'ਚ। ਉਸ ਤੋਂ ਬਾਅਦ ਆ ਜਾਂਦੀ ਆ ਆਪਣੀ ਪ੍ਰੋਵਿੰਸ ਲੈਵਲ ਦੀ ਗੌਰਮੈਂਟ, ਜਿਵੇਂ ਮੈਨੀਟੋਬਾ ਗੌਰਮੈਂਟ ਹੈਗੀ ਆ, ਇਹਦੇ ਕੋਲੇ ਹੈਲਥ ਦਾ ਡਿਪਾਰਟਮੈਂਟ ਆ ਗਿਆ, ਹਾਈਵੇਜ਼ ਹੋ ਗਏ, ਐਜੂਕੇਸ਼ਨ ਹੋ ਗਿਆ ਜੀ। ਤਾਂ ਇਹ ਜੇ ਇਹਨਾਂ ਦੇ ਰਿਲੇਟਡ ਆਪਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈਗੀ ਆ, ਐਗਰੀਕਲਚਰ ਵੀ ਇਹਦੇ ਵਿੱਚ ਹੈਗਾ ਡਿਪਾਰਟਮੈਂਟ, ਤਾਂ ਉਹ ਆਪਾਂ ਪ੍ਰੋਵਿੰਸ ਦੀ ਗੌਰਮੈਂਟ ਕੋਲੇ ਲੈ ਕੇ ਜਾਣੀ ਆ, ਕਿਸੇ ਵੀ ਇਲੈਕਟਡ MLA ਦੇ ਥਰੂ ਜਾਂ ਜਿਹੜੇ ਉਹਨਾਂ ਦੇ ਮਿਨਿਸਟਰ ਹੈਗੇ ਆ। ਆਪਾਂ ਉਹਨਾਂ ਨੂੰ ਲੈਜਿਸਲੇਚਰ ਬਿਲਡਿੰਗ 'ਚ ਵੀ ਮਿਲ ਸਕਦੇ ਹਾਂ, ਜਾਂ MLA ਸਾਹਿਬ ਜਿੰਨੇ ਵੀ ਹੈਗੇ ਆ, ਉਹਨਾਂ ਦੇ ਆਪਦੀ ਕੰਸਟੀਚੁਐਂਸੀ ਦੇ ਵਿੱਚ ਆਫਿਸ ਹੁੰਦੇ ਆ। ਲੋਕਲ ਮਸਲੇ ਉਹਨਾਂ ਦੇ ਆਪਾਂ ਉਹਨਾਂ ਦੇ ਆਫਿਸ 'ਚ ਲੈ ਕੇ ਜਾ ਸਕਦੇ ਹਾਂ, ਪ੍ਰੋਵਿੰਸ ਲੈਵਲ ਦੇ ਜਿਹੜੇ ਹੈਗੇ ਆ। ਤਾਂ ਤੀਸਰੀ ਗੌਰਮੈਂਟ ਜਿਹੜੀ ਹੈਗੀ ਆ ਮਿਊਨਿਸਪਲ ਗੌਰਮੈਂਟ। ਜੇ ਮੈਂ
ਉਹਦੇ 'ਚ ਕਹਾਂ ਵੀ ਆਪਣੀ ਸਿਟੀ ਆਫ ਵਿਨੀਪੈਗ ਹੋ ਗਈ, ਜਿੱਦਾਂ ਸਿਟੀ ਆਫ ਬ੍ਰੈਂਡਨ ਹੋ ਗਈ, ਸਿਟੀ ਆਫ ਸਟੈਨਬੈਕ ਹੋ ਗਈ, ਸਾਰੇ ਉਹਨਾਂ ਦੀਆਂ ਆਪਦੀਆਂ ਮਿਊਨਿਸਪੈਲਿਟੀ ਹੈਗੀਆਂ। ਜਿਹੜੇ ਛੋਟੇ ਟਾਊਨ ਹੈਗੇ ਉਹਨਾਂ ਦੀਆਂ ਰੂਰਲ ਮਿਊਨਿਸਪੈਲਿਟੀ RM ਕਹਿ ਦਿੰਦੇ ਆਪਾਂ। ਉਹਨਾਂ ਦੇ ਜਿਹੜੇ ਮੋਸਟਲੀ ਜਿਹੜੇ ਉਹਨਾਂ ਦੀ ਜੂਰਿਸਡਿਕਸ਼ਨ ਹੈਗੀ ਆ, ਜਿੱਦਾਂ ਆਪਣਾ ਗਾਰਬੇਜ ਪੈਕ ਕਰਨਾ, ਸਨੋ ਰਿਮੂਵਲ, ਵਾਟਰ ਸਪਲਾਈ, ਸੀਵਰੇਜ ਸਿਸਟਮ, ਟਰਾਂਸਪੋਰਟੇਸ਼ਨ, ਇਹ ਸਾਰੇ ਜਿੰਨੇ ਵੀ ਡਿਪਾਰਟਮੈਂਟ ਹੈਗੇ ਆ ਇਹ ਸਿਟੀ ਦੇ ਅੰਡਰ ਆ ਜਾਂਦੇ ਆ। ਜਿਹੜੀਆਂ ਸਭ ਤੋਂ ਜ਼ਿਆਦਾ ਆਪਣੀਆਂ ਲੋਕਾਂ ਦੀਆਂ ਪ੍ਰੋਬਲਮ ਹੁੰਦੀਆਂ ਉਹ ਮਿਊਨਿਸਪਲ ਲੈਵਲ ਦੀਆਂ। ਹਾਂ, ਛੋਟੀਆਂ ਦੱਸੋ ਜੀ ਦਿੱਕਤਾਂ ਹੁੰਦੀਆਂ। ਹਾਂਜੀ, ਵੱਡੀਆਂ ਦਿੱਕਤਾਂ ਦਾ ਸਾਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ। ਹਾਂਜੀ, ਹੁਣ ਆਪਣੇ ਲੋਕ ਕੀ ਕਰਦੇ ਹੈਗੇ, ਪ੍ਰੋਬਲਮ ਕਿੱਥੇ ਹੁੰਦੀ ਆ? ਮੰਨ ਲਓ ਇਮੀਗ੍ਰੇਸ਼ਨ ਦਾ ਕੋਈ ਪ੍ਰੋਬਲਮ ਹੈਗੀ ਆ, ਕੋਈ ਮਸਲਾ ਉਠਾਉਣਾ ਆਪਾਂ ਇਮੀਗ੍ਰੇਸ਼ਨ ਦੇ ਮਾਮਲੇ 'ਚ, ਜੇ ਉਹ ਸਿਟੀ ਕੋਲੇ ਜਾਣਗੇ ਜਾਂ ਪ੍ਰੋਵਿੰਸ ਦੇ ਕੋਲੇ ਜਾਣਗੇ, ਉਹਦੇ 'ਚ ਉਹਨਾਂ ਦੀ ਰਿਲੇਟਡ ਹੀ ਨਹੀਂ ਹੈਗੀ ਗੱਲ, ਜ਼ਿਆਦਾ ਸੁਣਵਾਈ ਉਹਦੇ 'ਚ ਨਹੀਂ ਹੋਣੀਗੀ। ਉਹਨਾਂ ਨੂੰ ਫੈਡਰਲ ਜਿਹੜਾ ਰੈਪ ਹੈਗਾ ਉਹਨਾਂ ਦਾ, ਕੋਈ ਵੀ MP ਹੈਗਾ ਜਾਂ ਫੈਡਰਲ ਮਿਨਿਸਟਰ ਹੈਗਾ, ਉਹਨੂੰ ਲੈਟਰ ਪਾਉਣੀ ਪਊਗੀ, ਈਮੇਲ ਕਰਨੀ ਪਊਗੀ, ਜਾਂ ਉਹਨਾਂ ਦੇ ਆਫਿਸ ਜਾ ਕੇ ਮਿਲਣਾ ਪਊਗਾ। ਆਪਾਂ ਗੱਲ ਸ਼ੁਰੂ ਕਰਨੀ ਆ ਜੀ ਕਿ ਉਹ ਕਿਹੜੇ ਮਸਲੇ ਹੈਗੇ ਆ ਜਿਹੜੇ ਆਪਾਂ ਮਹਿਸੂਸ ਕਰਦੇ ਆ ਕਿ ਅੱਜ ਇਸ ਪਲੇਟਫਾਰਮ ਤੇ ਬਹਿ ਕੇ ਡਿਸਕਸ ਕਰੀਏ, ਤਾਂ ਕਿ ਉਹ ਜਿਹਦੇ ਨਾਲ ਵੀ ਰਿਲੇਟਡ ਆ, ਚਾਹੇ ਸਿਟੀ ਨਾਲ ਰਿਲੇਟਡ ਹੈ, ਚਾਹੇ ਪ੍ਰੋਵਿੰਸ ਨਾਲ ਰਿਲੇਟਡ ਹੈ, ਚਾਹੇ ਫੈਡਰਲ ਗੌਰਮੈਂਟ ਨਾਲ ਰਿਲੇਟਡ ਹੈ, ਉਹਨਾਂ ਦਾ ਧਿਆਨ ਖਿੱਚੀਏ ਅਸੀਂ ਆਪਦੇ ਵੱਲ ਕਿ ਇਹ ਸਾਡੀਆਂ ਮੁਸ਼ਕਲਾਂ ਹੈਗੀਆਂ। ਇੱਕ ਓਵਰਆਲ ਅਸੀਂ ਜਦੋਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਕਿ ਸਾਡੇ ਇਸ ਸੂਬੇ ਦੇ ਵਿੱਚ ਡਿਵੈਲਪਮੈਂਟ ਹੋਵੇ, ਇੱਕ ਬੜਾ ਵੱਡਾ ਜਵੰਦਾ ਜੀ ਮਸਲਾ ਹੈ। ਇੱਕ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈ ਜਿਹਦੇ ਤਹਿਤ ਹਜ਼ਾਰਾਂ ਲੋਕ ਜਿਹੜੇ ਹਜ਼ਾਰਾਂ ਫੈਮਲੀਜ਼ ਜਿਹੜੀਆਂ ਉਹ ਮੈਨੀਟੋਬਾ ਵਿੱਚ ਆਈਆਂ, ਦੂਜਿਆਂ ਸੂਬਿਆਂ 'ਚ ਵੀ ਆਈਆਂ। ਮੈਨੀਟੋਬਾ 'ਚ ਥੋੜ੍ਹਾ ਜਿਹਾ ਲਿਬਰਲ ਸੀ, ਹੁਣ ਤਾਂ ਕਹਿ ਲਓ ਵੀ ਉਹ ਓਵਰਸੀਜ਼ ਪ੍ਰੋਵਿੰਸ਼ੀਅਲ ਪ੍ਰੋਗਰਾਮ ਜਿਹੜਾ ਉਹ ਲਗਭਗ ਬੰਦ ਜਿਹਾ ਹੀ ਲੱਗਦਾ ਮੈਨੂੰ। ਪਿਛਲੇ ਸਾਲ 1.5 ਸਾਲ ਤੋਂ ਉਹਦੇ 'ਤੇ ਕੋਈ ਡਰਾ ਵਗੈਰਾ ਨਹੀਂ ਨਿਕਲਿਆ, ਪਰ ਉਹਦੇ ਦੌਰਾਨ ਜਿਹੜਾ ਉਸ ਪ੍ਰੋਗਰਾਮ ਦੇ ਵਿੱਚ ਬੜਾ ਪੁਰਾਣਾ ਪ੍ਰੋਗਰਾਮ ਹੈ, ਔਰ ਮੈਨੀਟੋਬਾ ਦੇ ਵਿੱਚ ਜਦੋਂ ਪਹਿਲਾਂ ਅੱਜ ਤੋਂ 15-18 ਸਾਲ ਪਹਿਲਾਂ PC ਗੌਰਮੈਂਟ ਸੀ, ਉਦੋਂ ਸ਼ੁਰੂ ਹੋਇਆ ਸੀ। ਉਸ ਪ੍ਰੋਗਰਾਮ ਤਹਿਤ ਹਜ਼ਾਰਾਂ ਲੋਕ ਆਏ, ਹਜ਼ਾਰਾਂ ਫੈਮਲੀਜ਼ ਆਈਆਂ, ਪਰ ਉਹ ਆ ਕੇ ਇੱਥੇ ਰਹਿੰਦੇ ਆ, ਪੱਕੇ ਹੁੰਦੇ ਆ, ਉਹਨਾਂ ਨੂੰ PR ਮਿਲ ਜਾਂਦੀ ਹੈ। ਉਦੋਂ ਬਾਅਦ ਉਹ ਇੱਥੋਂ ਮੂਵ ਹੋ ਜਾਂਦੇ ਦੂਜੀ ਥਾਵਾਂ 'ਤੇ। ਮੂਵ ਹੁੰਦਾ ਉਹਨਾਂ ਨੂੰ ਕਾਰਨ ਪੁੱਛੋ ਕੀ ਹੁੰਦਾ, ਤੇ ਉਹ ਕਹਿੰਦੇ ਜੀ ਅਸਲ 'ਚ ਇੱਥੇ ਓਪਰਚੁਨਿਟੀਜ਼ ਨਹੀਂ ਹੈਗੀਆਂ, ਕੰਮ ਨਹੀਂ ਹੈਗਾ। ਜਿਨ੍ਹਾਂ ਨੂੰ ਕੰਮ ਮਿਲ ਜਾਂਦਾ ਉਹ ਇੱਥੋਂ ਜਾਣ ਦਾ ਨਾਂ ਨਹੀਂ ਲੈਂਦੇ, ਟਿਕ ਜਾਂਦੇ, ਪੱਕੇ ਟਿਕ ਜਾਂਦੇ। ਉਹਨਾਂ ਦੇ ਕਾਰੋਬਾਰ ਵੀ ਹੈ, ਬਿਜ਼ਨਸ ਹੈ, ਉਹਨਾਂ ਦੇ ਜੋਬਾਂ ਵੀ ਫਸਟ ਕਲਾਸ ਹੈਗੀਆਂ। ਪਰ ਜਿਨ੍ਹਾਂ ਨੂੰ ਲੱਗਦਾ ਕਿ ਨਹੀਂ ਅਸਲ 'ਚ ਇਦੋਂ ਜ਼ਿਆਦਾ ਓਪਰਚੁਨਿਟੀਜ਼ ਕੈਲਗਰੀ ਹੈ ਜਾਂ ਵੈਨਕੂਵਰ ਹੈ ਜਾਂ ਟੋਰਾਂਟੋ ਹੈ, ਟੋਰਾਂਟੋ, ਬਰੈਂਪਟਨ, ਮਿਸੀਸਾਗਾ ਸਾਰੇ ਲਾ ਲਓ, ਵੀ ਉੱਥੇ ਚੱਲ ਜਾਂਦੇ ਹੈਗੇ। ਠੀਕ ਹੈ ਜੀ। ਔਰ ਇਹਦਾ ਮਤਲਬ ਸੱਚੀ ਮੁੱਚੀ ਕਿਤੇ ਨਾ ਕਿਤੇ ਕੋਈ ਨੁਕਸ ਹੈਗਾ। ਨੁਕਸ ਪ੍ਰੋਗਰਾਮ ਵਿੱਚ ਨਹੀਂ ਹੈਗਾ, ਨੁਕਸ ਇਹ ਹੈ ਕਿ ਇੱਥੇ ਓਪਰਚੁਨਿਟੀਜ਼ ਨਹੀਂ ਹੈ। ਨੁਕਸ ਇਹ ਹੈ ਕਿ ਇੱਥੇ ਉੱਦਾਂ ਦੇ ਬਿਜ਼ਨਸਿਸ ਨਹੀਂ ਹੈਗੇ, ਉੱਦਾਂ ਦੀ ਇੰਡਸਟਰੀ ਨਹੀਂ ਹੈਗੀ, ਉੱਦਾਂ ਦੇ ਕਾਰੋਬਾਰ ਨਹੀਂ ਹੈਗੇ, ਤਾਂ ਹੀ ਉਹ ਲੋਕਾਂ ਨੂੰ ਜੋਬਾਂ ਨਹੀਂ ਮਿਲਦੀਆਂ, ਫਿਰ ਉਹ ਦੂਜੇ ਪ੍ਰੋਵਿੰਸ 'ਚ ਜਾਂਦੇ। ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ? ਮੈਂ ਤੁਹਾਡੀ ਇਸ ਗੱਲ ਨਾਲ 100% ਐਗਰੀ ਕਰਦਾ। ਅਤੇ ਮੈਂ ਉਹਦੇ ਰੈਫਰੈਂਸ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਕਿ ਮੈਨੂੰ ਥੋੜ੍ਹਾ ਘੁੰਮਣ ਫਿਰਨ ਦਾ ਸ਼ੌਕ ਹੈ। ਮੈਂ ਲਾਗੇ ਮੈਨੀਟੋਬਾ, ਵਿਨੀਪੈਗ ਸਿਟੀ ਦੇ ਲਾਗੇ ਰੂਰਲ ਏਰੀਆ ਤਕਰੀਬਨ ਸਾਰੇ ਗਾਇਆ ਹੋਇਆ ਕਹਿ ਸਕਦੇ ਹਾਂ। ਅਤੇ ਸਾਡੇ ਪ੍ਰੋਵਿੰਸ ਨੂੰ, ਸਾਡੇ ਸਿਟੀ ਨੂੰ ਜਾਂ ਸਾਡੇ ਏਰੀਆ ਨੂੰ ਇਸ ਚੀਜ਼ ਦਾ ਮਾਣ ਹੈ, ਇਸ ਚੀਜ਼ ਦਾ ਇੱਕ ਬੈਨੀਫਿਟ ਹੈ ਕਿ ਇੱਥੇ ਪਲੇਨ ਜਗ੍ਹਾ ਹੈ ਜੀ। ਠੀਕ ਹੈ ਜੀ, ਕਿਤੇ ਪਹਾੜ ਨਹੀਂ ਹੈਗੇ, ਕਿਤੇ ਨੀਵਾਂ, ਲੇਕਾਂ ਜ਼ਰੂਰ ਪੈਂਦੀਆਂ ਨੇ। ਸਿਟੀ ਜਿਹੜੇ ਨੇ ਸੈਟੇਲਾਈਟ ਟਾਊਨ, ਹੁਣ ਮੈਂ ਕੰਪੇਅਰ ਕਰਦਾ, ਜਿਸ ਤਰ੍ਹਾਂ ਸੈਲਕਰਕ ਹੈ ਜਾਂ ਬੋਯੋਯੂਰ ਹੈ, ਜਾਂ ਤੁਸੀਂ ਬ੍ਰੈਂਡਨ ਦਾ ਨਾਂ ਲਿਆ ਸੀ, ਉੱਥੇ ਸਟਾਈਨਬੈਕ ਦਾ ਨਾਂ ਲਿਆ ਸੀ, ਹੋਰ ਵੀ ਛੋਟੇ ਛੋਟੇ ਕਾਫੀ ਟਾਊਨ ਹੈਗੇ ਨੇ। ਉਹਨਾਂ 'ਚ ਬਹੁਤ ਜ਼ਿਆਦਾ ਅਪੋਰਚੁਨਿਟੀਜ਼ ਹੈਗੀਆਂ ਨੇ। ਠੀਕ ਹੈ ਜੀ, ਇੰਡਸਟਰੀ ਸੈਟਅਪ ਕੀਤੀ ਜਾ ਸਕਦੀ ਹੈ। ਉਹਨਾਂ ਦੀ ਐਕਸੈਸਿਬਿਲਿਟੀ ਜਿਹੜੀ ਹੈ ਇੰਨੀ ਦੂਰ ਨਹੀਂ ਹੈ, ਘੰਟਾ ਡੇਢ ਘੰਟੇ ਤੋਂ ਵੀ ਥੱਲੇ ਦਾ ਟਾਈਮ ਹੈਗਾ, ਘੱਟ ਟਾਈਮ ਲੱਗਦਾ। ਠੀਕ ਹੈ ਜੀ। ਔਰ ਸਭ ਤੋਂ ਵੱਧ ਹੈ ਕਿ ਉੱਥੇ ਜਿਹੜਾ ਮਾਹੌਲ ਹੈ ਨਾ ਰਹਿਣ ਦਾ, ਬੜਾ ਹੀ ਫੇਵਰੇਬਲ ਹੈਗਾ ਉੱਥੇ ਦਾ। ਠੀਕ ਹੈ ਜੀ। ਔਰ ਮੈਂ ਜਦੋਂ ਕੰਪੇਅਰ ਕਰਦਾ ਟੋਰਾਂਟੋ ਨੂੰ ਔਰ ਵਿਨੀਪੈਗ ਨੂੰ, ਅਤੇ ਮੈਂ ਦੇਖਦਾ ਕਿ ਉੱਥੇ ਦੇਖੋ ਸੈਟੇਲਾਈਟ ਟਾਊਨ ਜਿਹੜੇ ਛੋਟੇ ਛੋਟੇ ਨੇ ਕਿੰਨੀ ਪ੍ਰੋਗਰੈਸ ਕਰ ਜ਼ਿਆਦਾ ਡਿਵੈਲਪ ਹੋਏ, ਲੰਡਨ ਨੇ, ਫਿਰ ਹੋਰ ਜਿਹੜੇ ਮਿਸੀਸਾਗਾ ਹੋਣ, ਕੁਛ ਤੇ ਮਿਲ ਹੀ ਗਏ ਨੇ ਵਿੱਚ ਵਿੱਚ ਆ ਗਿਆ ਜੀ। ਬਿਲਕੁਲ। ਅਤੇ ਸਾਡਾ ਕੀ ਹੈ, ਤੁਸੀਂ ਹੁਣੇ ਇੱਕ ਗੱਲ ਕੀਤੀ ਕਿ ਇਮੀਗ੍ਰੇਸ਼ਨ ਲੈਂਦੇ ਲੋਕ ਇੱਥੇ, ਔਰ ਲੈਣ ਤੋਂ ਬਾਅਦ ਇੱਥੋਂ ਇਹ ਕਹਿ ਕੇ ਚੱਲ ਜਾਂਦੇ ਕਿ ਇੱਥੇ ਅਪੋਰਚੁਨਿਟੀਜ਼ ਨਹੀਂ ਹੈਗੀਆਂ।
ਅਗਰ ਇੱਥੇ ਅਪੋਰਚੁਨਿਟੀਜ਼ ਕ੍ਰੀਏਟ ਕੀਤੀਆਂ ਜਾਣ, ਠੀਕ ਹੈ ਜੀ। ਹੁਣ ਕ੍ਰੀਏਟ ਕਿੱਦਾਂ ਕਰਨੀਆਂ ਹੈਗੀਆਂ ਨੇ, ਇਹ ਪੋਲੀਟੀਸ਼ੀਅਨ ਦਾ ਕੰਮ ਹੈਗਾ, ਇਹ ਜਿਹੜੇ ਪਾਲਿਸੀ ਮੇਕਰਸ ਹੈ ਉਹਨਾਂ ਦਾ ਕੰਮ ਹੈ। ਅਸੀਂ ਤਾਂ ਹੀ ਇੱਥੇ ਗੱਲ ਕਰ ਰਹੇ ਹਾਂ ਜੀ, ਤੇ ਸੁੱਖ ਉਹਨਾਂ ਨੂੰ ਬੁਲਾਇਆ ਇਸੇ ਕਰਕੇ ਆ ਕਿ ਉਹ ਕਿਹੜੇ ਕੰਮ ਕੀਤੇ ਜਾ ਸਕਦੇ ਆ। ਉਹ ਪ੍ਰੋਵਿੰਸ ਲੈਵਲ ਤੇ ਜ਼ਿੰਮੇਵਾਰ ਗਵਰਨਮੈਂਟ ਹੈਗੀ ਹੈ ਔਰ ਫੈਡਰਲ ਲੈਵਲ ਤੇ ਵੀ ਜ਼ਿੰਮੇਵਾਰ ਹੈ। ਐਮਪੀ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡੇ ਜਿਹੜਾ ਤੁਸੀਂ ਇਸ਼ੂ ਪਹਿਲਾਂ ਉਠਾਇਆ ਪੀਐਨਪੀ ਦਾ, ਆਪਾਂ ਉਹਦੇ ਤੇ ਆਉਂਦੇ ਆ ਨਾ। ਜਿਹੜਾ ਪੀਐਨਪੀ ਪ੍ਰੋਗਰਾਮ ਸੀਗਾ, ਜਿਹੜੀ ਆਪਣੀ ਫਿਲਮਨ ਗਵਰਨਮੈਂਟ ਸੀ ਉਹਨੇ ਸਟਾਰਟ ਕੀਤਾ ਸੀਗਾ, ਪੀਸੀ ਦੀ ਗਵਰਨਮੈਂਟ ਸੀਗੀ। ਤਾਂ ਉਸ ਤੋਂ ਬਾਅਦ ਕੀ ਹੋਇਆ, ਜਦੋਂ 99 ਵਿੱਚ ਐਨਡੀਪੀ ਦੀ ਗਵਰਨਮੈਂਟ ਆ ਗਈ ਤਾਂ ਉਹਨਾਂ ਨੇ ਉਹ ਪ੍ਰੋਗਰਾਮ ਨੂੰ ਕੰਟੀਨਿਊ ਕੀਤਾ। ਜਿਵੇਂ ਕਿ ਆਪਣੇ ਰਿਸਪੈਕਟਡ ਐਮਐਲਏ, ਸਾਬਕਾ ਐਮਐਲਏ ਸਰਾਂ ਸਾਹਿਬ ਵੀ ਕਹਿ ਚੁੱਕਿਆ ਕਈ ਪਲੇਟਫਾਰਮ 'ਤੇ ਕਿ ਉਹਨਾਂ ਨੇ ਉਸ ਪ੍ਰੋਗਰਾਮ ਨੂੰ ਕਾਫੀ ਇੰਪਰੂਵ ਕਰਾਇਆ, ਰਾਈਟ। ਉਹਦੇ ਅੰਡਰ ਆਪਣੇ ਵੀ ਬਹੁਤ ਫੈਮਲੀਆਂ ਮੈਨੀਟੋਬਾ ਦੇ ਵਿੱਚ ਸੈਟਲ ਹੋਈਆਂ। ਇਹ ਵੀ ਠੀਕ ਆ ਕਿ ਕੁਝ ਫੈਮਲੀਆਂ ਆਈਆਂ ਤੇ ਮੂਵ ਕਰ ਗਈਆਂ, ਕੁਛ ਨਹੀਂ ਕਾਫੀ ਕਰ ਗਈਆਂ। ਤਾਂ ਉਹ ਪ੍ਰੋਗਰਾਮ ਦੇ ਅੰਡਰ ਪਹਿਲਾਂ ਜ਼ਿਆਦਾ ਫੈਮਲੀਆਂ ਓਵਰਸੀਜ਼ ਸਪਾਂਸਰ ਹੁੰਦੀਆਂ ਸੀਗੀਆਂ। ਰੀਸੈਂਟਲੀ ਕੀ ਹੋਇਆ, ਜਿਹੜੀ ਇਮੀਗ੍ਰੇਸ਼ਨ ਦੀ ਫੋਰਮ ਹੈਗੀ ਆ ਉਹ ਚੇਂਜ ਹੋ ਗਈ। ਕੈਨੇਡਾ ਦੇ ਵਿੱਚ ਸਟੂਡੈਂਟ ਇੰਨਾ ਕੁ ਜ਼ਿਆਦਾ ਆਉਣ ਲੱਗ ਗਿਆ ਕਿ ਉਹਨਾਂ ਨੂੰ ਜਿਹੜੀਆਂ ਫੈਮਲੀਆਂ ਹੈਗੀਆਂ ਉਹਨਾਂ ਦੀ ਜ਼ਰੂਰਤ ਥੋੜੀ ਘਟ ਰਹੀ ਆ। ਤਾਂ ਸਟੂਡੈਂਟ ਨੂੰ ਕੀ ਹੈਗਾ, ਸਟੂਡੈਂਟ ਨੂੰ ਵੀ ਜਿਹੜੀ ਇਮੀਗ੍ਰੇਸ਼ਨ ਮਿਲਣੀ ਆ ਉਹ ਪੀਐਨਪੀ ਦੇ ਅੰਡਰ ਹੀ ਮਿਲਣੀ ਆ। ਫੈਡਰਲ ਗਵਰਨਮੈਂਟ ਨੇ ਹਰ ਇੱਕ ਪ੍ਰੋਵਿੰਸ ਨੂੰ ਇੱਕ ਕੋਟਾ ਅਲਾਟ ਕਰਤਾ। ਸਪੋਜ਼ ਮੈਨੀਟੋਬਾ ਨੂੰ 5000, ਸਸਕੈਚੁਅਨ ਨੂੰ 4000, ਅਲਬਰਟਾ ਨੂੰ 7000, ਕਿ ਤੁਸੀਂ ਇੰਨੀਆਂ ਹੀ ਐਪਲੀਕੇਸ਼ਨਾਂ ਪੀਐਨਪੀ ਪ੍ਰੋਗਰਾਮ ਦੇ ਅੰਡਰ ਪ੍ਰੋਸੈਸ ਕਰਦੇ ਆ ਨਾ। ਪ੍ਰੋਵਿੰਸ ਕੀ ਕਰਦੀ ਆ, ਉਹਨੂੰ ਪੀਐਨਪੀ ਦੇ ਅੰਡਰ ਅੰਡੋਰਸਮੈਂਟ ਕਰਦੀ ਹੈ। ਤਾਂ ਉਦੋਂ ਬਾਅਦ ਉਹ ਫਿਰ ਫੈਡਰਲ ਕੋਲੇ ਹੀ ਜਾ ਵੜਦੀ ਆ ਫਾਈਲ। ਉਹਦੀ ਫਾਈਨਲ ਜਿਹੜੀ ਪੀਆਰ ਦੇਣੀ ਹੈਗੀ ਉਹ ਫੈਡਰਲ ਗਵਰਨਮੈਂਟ ਉਹਦੀ ਰਿਸਪੌਂਸਿਬਿਲਟੀ ਉਹਨਾਂ ਦੀ ਹੈਗੀ ਆ। ਇਹ ਸਿਰਫ ਰੈਕਗਨਾਈਜ਼ ਇਹਨਾਂ ਨੂੰ ਕਹਿ ਲਓ ਵੀ ਅੰਡੋਰਸਮੈਂਟ ਕਰਦੇ ਹੈਗੇ ਆ। ਹੁਣ ਸਟੂਡੈਂਟ ਦੇ ਆਉਣ ਦੇ ਨਾਲ ਕੀ ਹੋ ਗਿਆ, ਜਦੋਂ ਸਟੂਡੈਂਟ ਅਪਲਾਈ ਕਰਦੇ ਆ ਪੀਐਨਪੀ ਨੂੰ ਤਾਂ ਨੈਚੁਰਲੀ ਹੈਗਾ ਕਿ ਉਹਨਾਂ ਨੂੰ ਫੇਵਰੇਬਲ ਕੰਡੀਸ਼ਨ ਹੈਗੀਆਂ, ਇੱਥੋਂ ਦੇ ਪੜ੍ਹੇ ਹੈਗੇ ਆ, ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ, ਉਹਨਾਂ ਨੂੰ ਵਿਦਨ ਕੈਨੇਡਾ ਐਪਲੀਕੇਸ਼ਨ ਦੇ ਪੁਆਇੰਟ ਵੀ ਮਿਲ ਜਾਣੇ ਹੈਗੇ ਆ। ਤਾਂ ਉਹਨਾਂ ਨੇ ਕੁਆਲੀਫਾਈ ਕਰ ਜਾਣਾ, ਪੂਲ ਦੇ ਵਿੱਚੋਂ ਫਾਈਲਾਂ ਉਹਨਾਂ ਦੀਆਂ ਚੱਕੀਆਂ ਜਾਣੀਆਂ। ਜਿਹੜੀਆਂ ਓਵਰਸੀਜ਼ ਫੈਮਿਲੀ ਹੈਗੀਆਂ ਉਹਨਾਂ ਦੇ ਚਾਂਸਸ ਘੱਟ ਜਾਂਦੇ ਆ। ਪਾਲਿਸਟਰ ਗਵਰਨਮੈਂਟ ਨੇ ਕੀ ਕੀਤਾ ਰੀਸੈਂਟਲੀ, ਜਿਹੜਾ ਹੁਣ ਇਹਨਾਂ ਨੇ ਡਿਮਾਂਡ ਕੀਤੀ ਆ ਫੈਡਰਲ ਗਵਰਨਮੈਂਟ ਤੋਂ ਕਿ ਜਿਹੜਾ ਸਾਡਾ ਕੋਟਾ ਹੈਗਾ ਇਹਨੂੰ ਵਧਾਇਆ ਜਾਵੇ। ਤਾਂ ਰੀਜ਼ਨ ਇਹੀ ਹੈਗਾ ਕਿ ਜ਼ਿਆਦਾ ਸਟੂਡੈਂਟ ਦੂਜੀਆਂ ਪ੍ਰੋਵਿੰਸਾਂ ਤੋਂ ਮੂਵ ਹੋ ਕੇ ਆ ਰਹੇ ਆ ਇੱਥੇ, ਜਾਂ ਮੈਨੀਟੋਬਾ 'ਚ ਵੀ ਸਟੂਡੈਂਟ ਆਏ ਆ, ਉਹਨਾਂ ਨੂੰ ਵੀ ਇਮੀਗ੍ਰੇਸ਼ਨ ਚਾਹੀਦੀ ਆ। ਪਲੱਸ ਜਿਹੜੀਆਂ ਫੈਮਲੀਜ਼ ਓਵਰਸੀਜ਼ ਹੈਗੀਆਂ ਵੇਟ ਕਰ ਰਹੀਆਂ ਉਹਨਾਂ ਨੂੰ ਵੀ ਇਮੀਗ੍ਰੇਸ਼ਨ ਚਾਹੀਦੀ ਆ। ਤਾਂ ਆਪਾਂ ਨੂੰ ਕੀ ਚਾਹੀਦਾ ਇਹਦੇ 'ਚ, ਇਨਸਟੈਡ ਕਿ ਉਹਨਾਂ ਨੂੰ ਆਪਾਂ ਕ੍ਰਿਟੀਸਾਈਜ਼ ਕਰੀਏ ਪ੍ਰੋਵਿੰਸ਼ਲ ਗਵਰਨਮੈਂਟ ਨੂੰ, ਉਹ ਆਪਦੇ ਲੈਵਲ ਤੇ ਟਰਾਈ ਕਰ ਰਹੇ ਆ ਇਹਨੂੰ ਕੋਟਾਂ ਨੂੰ ਵਧਾਉਣ ਲਈ। ਆਪਾਂ ਫੈਡਰਲ ਜਿਹੜੇ ਆਪਣੇ ਰੈਪ ਹੈਗੇ ਆ, ਜਿੰਨੇ ਵੀ ਐਮਪੀਜ਼ ਹੈਗੇ ਆ, ਜਾਂ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਹੈਗੇ ਆ ਜਿਹੜੇ, ਉਹਨਾਂ ਨੂੰ ਆਪਾਂ ਈਮੇਲਸ ਲਿਖ ਕੇ ਉਹਨਾਂ ਨੂੰ ਲੈਟਰ ਪਾਈਏ ਕਿ ਭਾਈ ਸਾਡੀ ਆਹ ਪ੍ਰੋਬਲਮ ਹੈਗੀ ਆ, ਇਹਦੇ ਤੇ ਸੁਣਵਾਈ ਕੀਤੀ ਜਾਵੇ ਤੇ ਸਾਡੀ ਪ੍ਰੋਵਿੰਸ ਦਾ ਕੋਟਾ ਵਧਾਇਆ ਜਾਵੇ। ਦੇਖੋ, ਗਵਰਨਮੈਂਟ ਨੇ ਜਿਵੇਂ ਤੁਸੀਂ ਦੱਸਿਆ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਉਹ ਕੋਟਾ ਡਬਲ ਕਰਨ ਦਾ ਰਿਕੁਐਸਟ ਕੀਤੀ ਹੈ। ਮੇਰੇ ਕੋਲ ਇਹ ਡਾਟਾ ਹੈ ਨਹੀਂਗਾ ਕਿ ਡਬਲ ਮੰਗਿਆ ਕਿ, ਪਰ ਉਹਨਾਂ ਨੇ ਇਹ ਇਨਕਰੀਜ਼ ਕੀਤਾ, ਡਬਲ ਹੀ ਮੰਗਿਆ ਜੋ ਮੈਨੂੰ ਪਤਾ ਲੱਗਾ। ਚੰਗੀ ਗੱਲ ਹੈ, ਠੀਕ ਹੈ ਜੀ। ਪਰ ਇੱਕ ਨੁਕਸ ਜ਼ਰੂਰ ਹੈਗਾ ਜਿਹੜਾ ਇਹ ਚੇਂਜ ਲਿਆਉਣ ਦੀ ਲੋੜ ਹੈ, ਰੈਕਟੀਫਿਕੇਸ਼ਨ ਦੀ ਲੋੜ ਹੈਗੀ ਆ। ਉਹ ਇਹ ਕਿ ਬਿਨਾਂ ਸ਼ੱਕ ਦੂਜੇ ਪ੍ਰੋਵਿੰਸ ਤੋਂ ਸਟੂਡੈਂਟ ਬਹੁਤ ਆ ਰਹੇ। ਉਹ ਆ ਇਸੇ ਕਰਕੇ ਰਹੇ ਆ ਕਿ ਇੱਥੇ ਵਰਕ ਪਰਮਿਟ ਸੌਖੇ ਮਿਲ ਜਾਂਦੇ ਆ ਤੇ ਪੱਕੇ ਹੋਣ ਦੇ ਚਾਂਸਸ ਜ਼ਿਆਦਾ। ਉਹ ਸਟੂਡੈਂਟ ਜਿਹੜਾ ਅੰਟਾਰੀਓ 'ਚ ਬੈਠਾ, ਟੋਰਾਂਟੋ ਬੈਠਾ, ਉਹਨੂੰ 4-4 5-5 ਸਾਲ ਹੋ ਗਏ, ਉਹਨਾਂ ਨੂੰ ਕੋਈ ਕੰਮ ਹੀ ਨਹੀਂ ਦਿੰਦਾ ਤੇ ਉਹਨਾਂ ਦੀ ਕੋਈ ਐਪਲੀਕੇਸ਼ਨ ਪੀਐਨਪੀ 'ਚ ਲਾਉਣ ਨੂੰ ਇੰਪਲੋਇਰ ਤਿਆਰ ਹੀ ਨਹੀਂ ਹੁੰਦਾ। ਇੱਥੇ ਥੋੜਾ ਜਿਹਾ ਸੌਖਾ ਹੋ ਜਾਂਦਾ, ਠੀਕ ਹੈ ਜੀ। ਪਰ ਜਦੋਂ ਉਹ ਪੱਕੇ ਹੋ ਜਾਂਦੇ ਉਹ ਫਿਰ ਵਾਪਸ ਮੂਵ ਹੋ ਜਾਂਦੇ। ਮਤਲਬ ਅਲਟੀਮੇਟਲੀ ਕੀ ਆ ਕਿ ਇਸ ਗੱਲ ਵਿੱਚ ਕੁਛ ਐਡੀਸ਼ਨ ਜਾਂ ਕੁਝ ਕਾਨੂੰਨ ਬਦਲਣੇ ਪੈਣਗੇ ਕਿ ਜਿਸ ਬੰਦੇ ਨੂੰ, ਜਿਸ ਫੈਮਿਲੀ ਨੂੰ, ਜਿਸ ਸਟੂਡੈਂਟ ਨੂੰ ਇੱਥੇ ਪੀਆਰ ਮਿਲਦੀ ਆ, ਮੈਨੀਟੋਬਾ ਦੇ ਕਿਸੇ ਇੰਪਲੋਇਰ ਵੱਲੋਂ ਫਾਈਲ ਲਾਉਣ ਤੇ ਪੀਆਰ ਮਿਲਦੀ ਆ, ਉਹਦੇ ਤੇ ਪਾਬੰਦੀ ਵੀ ਲੱਗੇ ਕਿ ਉਹਨੇ ਜਦੋਂ ਜੌਬ ਇੱਥੇ ਕਰਨੀ ਹੈ ਤੇ ਉਹ ਇਸ ਇੱਥੋਂ ਦੀ ਇਕਨੋਮੀ ਵਿੱਚ ਹਿੱਸਾ ਪਾਵੇ। ਜਦੋਂ ਪੀਐਨਪੀ ਦੀ ਫਾਈਲ ਇੰਡੋਰਸ ਕਰਦੀ ਆ ਮੈਨੀਟੋਬਾ ਗਵਰਨਮੈਂਟ, ਉਹਦੇ 'ਚੋਂ ਲਿਖਦੀ ਆ ਫੈਡਰਲ ਗਵਰਨਮੈਂਟ ਨੂੰ ਕਿ ਇਸ ਵਿਅਕਤੀ ਨੂੰ ਕੈਨੇਡਾ ਦਾ ਵੀਜ਼ਾ ਦਿੱਤਾ ਜਾਵੇ, ਇੱਥੋਂ ਦੀ ਪੀਆਰ ਦਿੱਤੀ ਜਾਵੇ, ਇਹਨੇ ਸਾਡੇ ਪ੍ਰੋਵਿੰਸ ਦੀ ਇਕਨੋਮੀ ਵਿੱਚ
ਵੱਡਾ ਯੋਗਦਾਨ ਪਾਉਣਾ। Absolutely, ਪਰ ਪਾਉਣ ਦੀ ਬਜਾਏ ਉਹ PR ਜਿਹੜਾ ਕਾਰਡ ਆ ਉਹ ਜੇਬ 'ਚ ਪਾਉਂਦੇ ਆ ਤੇ ਮੂਵ ਹੋ ਜਾਂਦਾ। ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਇੱਕ ਜਸਟੀਫਿਕੇਸ਼ਨ ਜਾਂ ਕਲੈਰੀਫਿਕੇਸ਼ਨ ਦੇਣਾ ਚਾਹੁੰਦਾ। ਜਿਹੜੇ ਵੀ ਆਪਣੇ ਸੰਵਿਧਾਨ ਹੈਗਾ ਕੈਨੇਡਾ ਦਾ, ਉਹਦੇ ਵਿੱਚ ਜਿੱਦਾਂ ਇੰਡੀਆ 'ਚ ਫੰਡਾਮੈਂਟਲ ਰਾਈਟ ਹੈਗੇ ਆ, ਰਾਈਟ ਆਫ ਫਰੀडम ਟੂ ਮੂਵ ਐਨੀਵੇਅਰ ਇਨ ਦਾ, ਨਹੀਂ ਉਹ ਤੇ ਇੱਥੇ ਵੀ ਹੈਗਾ। ਇੱਥੇ ਜਿਹੜਾ ਚਾਰਟਰ ਆਫ ਰਾਈਟ ਹੈਗਾ ਨਾ, ਉਹ ਸਭ ਤੋਂ, ਕਿਉਂਕਿ ਕਨਸਟੀਟਿਊਸ਼ਨ ਹੈਗਾ, ਸਭ ਤੋਂ ਉੱਚਾ ਕਾਨੂੰਨ ਹੈਗਾ। ਨਹੀਂ ਮੈਂ ਤੁਹਾਡੀ ਗੱਲ ਨੂੰ ਫਾਲੋ ਕਰਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਉਹ PR ਹੋ ਗਿਆ, ਉਹਨੂੰ ਕਿਤੇ ਵੀ ਜਾਣ ਦਾ ਰਾਈਟ ਹੈ, ਉਹਨਾਂ ਨੂੰ ਰਾਈਟ ਹੈਗਾ, ਕੈਨੇਡਾ 'ਚ ਕਿਤੇ ਵੀ ਰਹਿਣ ਦਾ ਰਾਈਟ ਹੈ, ਉਹਨੂੰ ਰੋਕ ਨਹੀਂ ਸਕਦੇ, ਬਿਲਕੁਲ ਨਹੀਂ ਰੋਕ ਸਕਦੇ। ਪਰ ਸਵਾਲ ਤਾਂ ਪੈਦਾ ਹੁੰਦਾ ਕਿ ਜੇ ਉਹਦੀ ਜਗ੍ਹਾ ਕਿਸੇ ਹੋਰ ਸਟਰੀਮ ਤੇ ਜ਼ਿਆਦਾ ਸਟ੍ਰੈਸ ਦਿੱਤਾ ਜਾਵੇ, ਸਟੂਡੈਂਟ ਨੇ ਤਾਂ ਪੱਕੇ ਹੋ ਹੀ ਜਾਣਾ। ਉਹਨਾਂ ਨੇ ਤੇ ਇੱਥੇ ਸਟੂਡੈਂਟ ਪੜ੍ਹੇ ਆ, ਇੱਥੇ ਹੀ ਉਹਨਾਂ ਵਰਕ ਪਰਮਿਟ ਲੈਣੇ ਆ, ਇੱਥੇ ਹੀ ਉਹਨਾਂ ਨੇ PR ਲੈਣਾ, ਇੱਥੇ ਹੀ ਸਿਟੀਜ਼ਨ ਲੈਣਾ, ਹੁਣ ਉਹਨਾਂ ਜਾਣਾ ਨਹੀਂ। ਮੈਂ ਤੁਹਾਨੂੰ ਦੱਸਦਾ ਨਾ ਉਹਨਾਂ ਨੂੰ ਆਪਾਂ ਇੱਥੇ ਕਿੱਦਾਂ ਰੱਖ ਸਕਦੇ ਹਾਂ। ਰੱਖਣ ਦਾ ਕਾਰਨ ਇਹ ਹੈ, ਜਿੱਦਾਂ ਜਵੰਦਾ ਜੀ ਨੇ ਕਿਹਾ ਕਿ ਇੱਥੇ ਓਪਰਚੁਨਿਟੀਜ਼ ਹੈ, ਲੋਕਾਂ ਨੂੰ ਇਹ ਆ ਸਾਨੂੰ ਕੰਮ ਨਹੀਂ ਮਿਲਦਾ ਜੀ। ਲੋਕੀ ਜਾਂਦੇ ਕਿੱਥੇ ਆ ਇੱਥੋਂ? ਅੰਟੈਰੀਓ, ਅਲਬਰਟਾ, BC। ਕਦੇ ਆਪਾਂ ਸੁਣਿਆ ਵੀ ਸਸਕੈਚਵਨ ਮੂਵ ਹੋ ਗਿਆ, ਜਾਂ ਜਿੱਥੇ ਕਿਤੇ ਕੰਮ ਹੈ ਨਹੀਂਗਾ ਉੱਥੇ ਮੂਵ ਹੋ ਗਿਆ। ਉਹਦਾ ਰੀਜ਼ਨ ਇਹ ਹੀ ਆ, ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ। ਉਹਦਾ ਵੀ ਜਿਹੜਾ ਹੱਲ ਹੈਗਾ, ਉਹਦੇ ਤੇ ਪਾਲਿਸਟਰ ਗਵਰਨਮੈਂਟ ਹੈਗੀ ਆ, ਬਹੁਤ ਸੀਰੀਅਸ ਹੈਗੀ ਆ। ਜਿੱਦਾਂ ਕਿ ਪਿਛਲੇ ਇਲੈਕਸ਼ਨਾਂ 'ਚ ਵੀ ਉਹਨਾਂ ਨੇ ਇਹ ਕੀਤਾ ਸੀਗਾ ਵੀ ਅਸੀਂ ਇੰਨੀਆਂ ਜੌਬ ਜਨਰੇਟ ਕਰਾਂਗੇ। ਜੌਬ ਕਿੱਦਾਂ ਜਨਰੇਟ ਹੋਣੀ ਹੈ? ਗਵਰਨਮੈਂਟ ਇਹ ਤਾਂ ਹੈ ਨਹੀਂਗਾ ਵੀ 50,000 ਬੰਦੇ ਨੂੰ ਗਵਰਨਮੈਂਟ ਰਿਕਰੂਟ ਕਰ ਲੂਗੀ, ਰਾਈਟ। ਉਹ ਪ੍ਰਮੋਟ ਕਰ ਰਹੇ ਆ ਪ੍ਰਾਈਵੇਟ ਇਨਵੈਸਟਮੈਂਟ ਪ੍ਰੋਵਿੰਸ ਦੇ ਵਿੱਚ, ਜਿਹਦੇ ਰਿਜ਼ਲਟ ਦਿਖਣ ਵੀ ਲੱਗ ਗਏ ਆ। ਜੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਥੇ ਆਪਣਾ ਰੂਟ 90 ਹੈ ਜਿੱਥੇ, ਉੱਥੇ ਇੱਕ ਨਵੀਂ ਡਿਵੈਲਪਮੈਂਟ ਆਈ ਆ, ਬਰੁਕਪੋਰਟ ਬਿਜ਼ਨਸ ਪਾਰਕ। ਆਪਣੀ ਕਮਿਊਨਿਟੀ ਦੇ ਡਿਵੈਲਪਰ ਆ ਜਿਨ੍ਹਾਂ ਨੇ ਡਿਵੈਲਪ ਕੀਤੀ। ਮੋਸਟਲੀ ਆਪਣੀ ਕਮਿਊਨਿਟੀ ਦੇ ਬੰਦਿਆਂ ਨੇ ਉੱਥੇ ਟਰੱਕਿੰਗ ਲਈ ਯਾਰਡ ਖਰੀਦੇ ਆ, ਕਿਸੇ ਨੇ ਮਕੈਨੀਕਲ ਸ਼ਾਪ ਲਈ ਖਰੀਦੇ ਆ। ਉਹਦੇ ਨਾਲ ਕੁਝ ਕੁ ਵੱਡੇ ਉੱਥੇ ਪਲਾਂਟ ਮੈਨੂਫੈਕਚਰਿੰਗ ਦੇ ਵੀ ਆਏ ਆ। ਜੇ ਸਭ ਤੋਂ ਵੱਡਾ ਪਲਾਂਟ ਉੱਥੇ ਆਇਆ, ਉਹਨੂੰ ਕਹਿੰਦੇ ਆ ਮੈਰਿਟ ਫੂਡ। ਰੂਟ 90 ਦੇ ਉੱਤੇ ਬਹੁਤ ਵੱਡੀ ਬਿਲਡਿੰਗ ਹੁਣ ਦਿਖਣ ਲੱਗੀ ਆ। 70-80 ਮਿਲੀਅਨ ਡਾਲਰ ਉਹਨਾਂ ਨੇ ਉਸ ਬਿਲਡਿੰਗ ਨੂੰ ਬਣਾਉਣ ਲਈ ਲਾਇਆ। ਉਹਦੇ ਨਾਲ ਕੀ ਹੋਊਗਾ? 200 ਬੰਦੇ ਨੂੰ ਉਹ ਕਹਿ ਰਹੇ ਆ ਵੀ ਉੱਥੇ ਉਹਨਾਂ ਨੇ ਰਿਕਰੂਟ ਕਰਨਾ। ਪ੍ਰੋਫੈਸ਼ਨਲ ਵੀ ਹੋਣਗੇ, ਉਹਨਾਂ ਨੂੰ ਇਲੈਕਟ੍ਰੀਸ਼ੀਅਨ ਵੀ ਚਾਹੀਦੇ ਹੋਣਗੇ, ਉਹਨਾਂ ਨੂੰ ਇੰਜੀਨੀਅਰ ਵੀ ਚਾਹੀਦੇ ਹੋਣਗੇ, ਕਿਉਂਕਿ ਇੰਨਾ ਵੱਡਾ ਪਲਾਂਟ ਹੈਗਾ ਚਲਾਉਣ ਲਈ। 200 ਫੈਮਿਲੀ ਨੂੰ ਜੌਬ ਮਿਲ ਗਈ ਉੱਥੇ, ਠੀਕ ਹੈ। ਪਲੱਸ ਟਰਾਂਸਪੋਰਟੇਸ਼ਨ, ਉਹਨਾਂ ਨੇ ਲੋਕਲ ਗ੍ਰੇਨ ਜਿਹੜਾ ਹੈਗਾ ਆਪਣਾ ਬਾਏ ਕਰਨਾ ਮੈਨੀਟੋਬਾ ਦੇ ਫਾਰਮਰ ਤੋਂ, ਉਹਨੂੰ ਪ੍ਰੋਸੈਸ ਕਰਕੇ ਰਾ ਪ੍ਰੋਟੀਨ ਬਣਾਉਣਾ ਹੈਗਾ। ਜਿਹੜਾ ਰਾ ਪ੍ਰੋਟੀਨ ਆ, ਉਹਨਾਂ ਦਾ ਐਗਰੀਮੈਂਟ ਨੈਸਲੇ ਨਾਂ ਦੀ ਕੰਪਨੀ ਨਾਲ ਹੋਇਆ, ਜਿਹੜੀ ਵਰਲਡ ਦੀ ਮੇਰੇ ਖਿਆਲ ਲੀਡਿੰਗ ਕੰਪਨੀ ਹੈਗੀ ਆ। ਉਹਨੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹਨੂੰ ਵੇਚਣਾ ਹੈਗਾ। ਪਹਿਲਾਂ ਤਾਂ ਟਰੱਕ ਲੈ ਕੇ ਆਉਣਗੇ ਰਾ ਮਟੀਰੀਅਲ, ਉਦੋਂ ਬਾਅਦ ਉੱਥੇ ਜਦੋਂ ਬਣ ਜੂਗਾ ਉਹਨੂੰ ਫਿਰ ਪੋਰਟ ਤੱਕ ਵੀ ਲੈ ਕੇ ਜਾਣਾ। ਕਿੰਨੇ ਕੁ ਬੰਦਿਆਂ ਨੂੰ 100-200 ਟਰੱਕਾਂ ਨੂੰ ਵੀ ਕੰਮ ਮਿਲਣਾ ਹੈਗਾ ਉਹਦੇ। ਚਲੋ ਇੱਕ ਪ੍ਰੋਜੈਕਟ ਦੀ ਗੱਲ, ਇੱਕ ਪ੍ਰੋਜੈਕਟ ਬੜਾ ਵੱਡਾ ਲਮਕੀ ਆਉਂਦਾ ਬੜੀ ਦੇਰ ਦਾ, ਉਹ ਹੈ ਸੈਂਟਰ ਪੋਰਟ ਦੇ ਵਿੱਚ ਬਿਨਾਂ ਸ਼ੱਕ ਇਨਵੈਸਟਮੈਂਟ ਜਿਹੜੀ ਆ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਵੀ ਹੋਈ ਹੋਈ ਹੈ, ਫੈਡਰਲ ਗਵਰਨਮੈਂਟ ਦੀ ਵੀ ਹੋਈ ਹੈ। ਸਿਟੀ ਨੇ ਕੁਝ ਕੀਤਾ ਤਾਂ ਮੈਨੂੰ ਪਤਾ ਨਹੀਂ, ਕਿਉਂਕਿ ਸਿਟੀ ਉਹ ਦੂਸਰੀ ਹੈ, ਉਹ ਜਿਹੜੀ ਜੋ ਆਪਾਂ ਕਹਿੰਦੇ ਸੀ ਰੂਰਲ ਮਿਊਨਿਸਪੈਲਿਟੀ ਦੀ ਹੈਗੀ ਆ। ਹਾਂਜੀ, ਪਰ ਜਿਹੜਾ ਇਹ ਜਿਹੜਾ ਪਲਾਂਟ ਲੱਗਿਆ ਹੈਗਾ, ਜੇ ਤੁਸੀਂ ਫਾਈਂਡ ਆਊਟ ਕਰੋਗੇ ਇਹਦੇ ਤੇ, ਤਾਂ ਇਹ ਸੈਂਟਰ ਪੋਰਟ 'ਚ ਹੀ ਹੈਗਾ ਸਾਰਾ। ਨਹੀਂ ਚਲੋ ਮੈਂ ਉਹੀ ਗੱਲ, ਸੈਂਟਰ ਪੋਰਟ ਇਟਸੈਲਫ ਜਿਹੜਾ ਹੈ ਉਹਨੂੰ ਸ਼ੁਰੂ ਕਰਨ ਵਿੱਚ ਪਤਾ ਨਹੀਂ ਕਿਹੜੀਆਂ ਦਿੱਕਤਾਂ ਆਉਂਦੀਆਂ। ਉਹਦੇ ਲਈ ਜ਼ਿੰਮੇਵਾਰੀ ਕਿਹਦੀ ਜਿਹੜੀ ਆ ਫਿਕਸ ਕੀਤੀ ਜਾ ਸਕਦੀ ਹੈ ਕਿ ਸੈਂਟਰ ਗਵਰਨਮੈਂਟ, ਫੈਡਰਲ ਗਵਰਨਮੈਂਟ ਜ਼ਿੰਮੇਵਾਰ ਆ ਕਿ ਉਹਨੂੰ ਡਿਲੇ ਕਰਨ ਵਿੱਚ, ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਜ਼ਿੰਮੇਵਾਰ ਆ? ਕਾਰਨ ਟਰੱਕਿੰਗ ਇੰਡਸਟਰੀ ਦਾ 100% ਬਿਜ਼ਨਸ ਜਿਹੜਾ ਵਾ ਉਹ ਇਸ ਏਰੀਏ ਦੇ ਵਿੱਚ ਆ ਗਿਆ ਜਿੱਥੇ ਸੈਂਟਰ ਪੋਰਟ ਬਣਾਉਣ ਦੀ ਗੱਲ ਚੱਲੀ ਹੈ। ਇਨਫਰਾਸਟਰਕਚਰ ਅੱਜ ਤੋਂ 4 ਸਾਲ ਪਹਿਲਾਂ ਸੜਕਾਂ ਬਣਾਤੀਆਂ, ਸਾਰਾ ਕੁਝ ਇੱਦਾਂ ਲੱਗਦਾ ਸੀ ਕਿ ਬਸ ਹੁਣ ਜੇ ਪਲਾਂ ਦੀ ਗੱਲ ਹੈ, ਬਸ ਸ਼ੁਰੂ ਹੋਣ ਵਾਲੀ ਗੱਲ। ਉਹ ਕੌਣ ਜ਼ਿੰਮੇਵਾਰ ਹੈ ਇਹਦੇ ਲਈ? ਫੈਡਰਲ ਗਵਰਨਮੈਂਟ ਜ਼ਿੰਮੇਵਾਰ ਆ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਜ਼ਿੰਮੇਵਾਰ ਆ? ਔਰ ਜ਼ਿੰਮੇਵਾਰੀ ਜਿਹਦੀ ਵੀ ਹੋਵੇ, ਸਾਡਾ ਮਕਸਦ ਜ਼ਿੰਮੇਵਾਰੀ ਕਰਕੇ ਉਹਨਾਂ ਨੂੰ ਕਟਹਿਰੇ 'ਚ ਖੜੇ ਕਰਨਾ ਨਹੀਂ ਹੈਗਾ। ਸਾਡਾ ਮਕਸਦ ਇਹ ਹੈ ਕਿ ਉਹਨਾਂ ਨੂੰ ਅਹਿਸਾਸ ਕਰਾਉਣਾ ਕਿ ਜਿਹੜਾ ਤੁਸੀਂ ਕੰਮ ਸ਼ੁਰੂ ਕੀਤਾ, ਇੰਨੀ ਵੱਡੀ ਇਨਵੈਸਟਮੈਂਟ ਕੀਤੀ ਹੋਈ ਹੈ ਔਰ ਇੰਨੇ ਜ਼ਿਆਦਾ ਲੋਕਾਂ ਦਾ ਕੰਸਰਨ ਹੈ, ਉਹਨਾਂ ਦਾ ਬਿਜ਼ਨਸ ਉਹਦੇ ਨਾਲ ਚੱਲਣਾ, ਉਹਨਾਂ ਦੀਆਂ ਜੌਬਾਂ ਉਹਨਾਂ ਨਾਲ ਚੱਲਣੀਆਂ, ਤੇ ਇਹਨੂੰ ਸ਼ੁਰੂ ਕਿਉਂ ਕੀਤਾ ਜਾ ਰਿਹਾ? ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਸੈਂਟਰ ਪੋਰਟ ਦਾ ਜੇ ਪ੍ਰਪੋਜ਼ਲ ਆਇਆ ਸੀਗਾ ਤਾਂ ਇਹਨੂੰ ਸ਼ੁਰੂ ਕਰਨਾ ਚਾਹੀਦਾ। ਮੈਨੂੰ ਇਹਦੇ ਤੇ ਜ਼ਿਆਦਾ ਇੰਨਾ ਨੌਲੇਜ ਇਹ ਨਹੀਂਗਾ ਕਿ ਇਹ ਫੈਡਰਲ ਗਵਰਨਮੈਂਟ ਦੀ ਹੈ ਕਿ ਪ੍ਰੋਵਿੰਸ਼ੀਅਲ ਦੀ ਹੈ, ਪਰ ਵੀ ਕੈਨ ਫਾਈਂਡ ਇਟ ਆਊਟ, ਰਾਈਟ। ਵੀ ਕੈਨ ਆਸਕ ਜਿਹੜੀ ਇਨਫਰਾਸਟ੍ਰਕਚਰ ਇਹ ਤਾਂ ਹੈ ਹੀ ਆ ਕਿ ਦੋਨਾਂ ਦੀ ਜੁਆਇੰਟ ਵੈਂਚਰ ਆ, ਕੰਬਾਈਨਡ ਹੈਗੀ ਆ, ਪਰ ਇਹ ਰੁਕੀ ਵੀ ਕਿੱਥੇ ਹੈਗੀ ਆ?
ਇਹ ਆਪਾਂ ਨੂੰ ਫਾਈਂਡ ਆਊਟ ਕਰਨ ਦੀ ਲੋੜ ਹੈ, ਇਹਦੇ ਤੇ ਵੀ ਕੈਨ ਵਰਕ ਔਨ। ਮਤਲਬ ਇਹਦੇ ਲਈ ਇਹ ਹੈ ਕਿ ਸਾਡੇ ਜਿਹੜੇ ਪੋਲੀਟੀਸ਼ੀਅਨ ਹੈ, ਚਾਹੇ ਉਹ ਫੈਡਰਲ ਗਵਰਨਮੈਂਟ 'ਚ ਬੈਠੇ, ਮੈਂ ਨਹੀਂ ਕਹਿੰਦਾ ਪੀਸੀ ਦੇ ਆ ਜਾਂ ਲਿਬਰਲ ਦੇ ਜਾਂ ਐਨਡੀਪੀ ਦੇ ਆ, ਜਿਹੜੇ ਵੀ ਆ, ਉਹਨਾਂ ਦਾ ਇੰਟਰਸਟ ਹੋਣਾ ਚਾਹੀਦਾ ਕਿ ਸਾਡੇ ਪ੍ਰੋਵਿੰਸ ਦਾ ਬਹੁਤ ਵੱਡਾ ਫਾਇਦਾ ਹੋਣਾ। ਇੱਕ ਤੁਸੀਂ ਦੇਖੋ ਵੀ ਸੈਂਟਰ ਪੋਰਟ ਦਾ ਮਤਲਬ ਤੁਸੀਂ ਇੱਕ ਸਾਰਾ ਹੀ ਸਮਾਨ ਪੂਰੇ ਵਰਲਡ 'ਚ ਇੱਥੇ ਆਇਆ ਕਰਨਾ, ਇੱਥੋਂ ਫਿਰ ਡਿਸਟ੍ਰੀਬਿਊਟ ਹੋਣਾ ਕੈਨੇਡਾ ਵਾਈਡ ਸਾਰੇ ਡਾਇਰੈਕਸ਼ਨ, ਡਿਫਰੈਂਟ ਡਾਇਰੈਕਸ਼ਨ ਨੂੰ ਜਾਣਾ। ਕਿੱਡਾ ਵੱਡਾ ਬਿਜ਼ਨਸ ਇੱਕ ਬਣਨ ਜਾ ਰਿਹਾ ਸੀਗਾ ਔਰ ਯਕਦਮ ਬ੍ਰੇਕਾਂ ਲੱਗ ਗਈਆਂ। ਬਿਲਕੁਲ ਸਹੀ ਹੈ ਜੀ, ਤੁਹਾਡੇ ਨਾਲ ਸਹਿਮਤ ਹਾਂ। ਉਹਦੇ ਲਈ ਫੈਡਰਲ ਗਵਰਨਮੈਂਟ ਦੇ ਵਿੱਚ ਜਿਹੜੇ ਸਾਡੇ ਫੈਡਰਲ ਗਵਰਨਮੈਂਟ 'ਚ ਬੈਠੇ ਜੇ ਕੋਈ ਰਿਪਰੈਜ਼ੈਂਟੇਟਿਵ ਵਿਨੀਪੈਗ ਤੋਂ ਹੈਗੇ ਆ, ਮੈਨੀਟੋਬਾ ਤੋਂ ਹੈਗੇ ਆ, ਉਹਨਾਂ ਦੀ ਵੀ ਰਿਸਪੌਂਸਿਬਿਲਿਟੀ, ਨਹੀਂ ਵੀ ਹੈਗੇ ਆਪੋਜੀਸ਼ਨ 'ਚ ਹੈਗੇ ਤਾਂ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ। ਕਈ ਵਾਰੀ ਇਦਾਂ ਹੁੰਦਾ ਜੀ ਪੋਲੀਟੀਸ਼ੀਅਨ ਇੱਕ ਦੂਜੇ ਉੱਤੇ ਨਾ ਲਾਉਂਦੇ ਕਿ ਉਹਨਾਂ ਨੇ ਕਰਨਾ ਸੀ ਜਾਂ ਉਹਨਾਂ ਨੇ ਨਹੀਂ ਕੀਤਾ ਜੀ, ਉਹਨਾਂ ਨੇ ਆਪ ਹੀ ਟਰਨਓਵਰ ਚ ਕੀਤਾ ਜਾਂ ਸਾਡੀ ਇੱਕ ਮਤਲਬ ਆਪਦੀ ਜ਼ਿੰਮੇਵਾਰੀ ਨੂੰ ਦੂਜੇ ਦੀ ਜ਼ਿੰਮੇਵਾਰੀ ਤੇ ਸੁੱਟ ਦੇਣਾ, ਦੂਜੇ ਦੇ ਮੋਢਿਆਂ ਨੂੰ ਸੁੱਟ ਦੇਣਾ। ਮੈਂ ਉਹ ਗੱਲ ਨਹੀਂ ਕਹਿੰਦਾ, ਮੈਂ ਕਹਿੰਦਾ ਕੋਈ ਵੀ ਰਿਸਪੌਂਸੀਬਲ ਹੋਵੇ, ਸਾਡਾ ਮਕਸਦ ਉਹਨੂੰ ਕਟਹਿਰੇ 'ਚ ਖੜਾ ਕਰਨਾ ਨਹੀਂ ਹੈ, ਸਾਡਾ ਮਕਸਦ ਹੈ ਉਹ ਕੰਮ ਕਰਾਉਣਾ। ਜਿਹੜੇ ਆਪਣੇ ਇਲੈਕਟਡ ਮੰਨ ਲਓ ਐਮਐਲਏਜ਼ ਵੀ ਹੈਗੇ ਆ, ਚਾਹੇ ਐਮਪੀ ਹੈਗੇ ਆ, ਰਾਈਟ, ਚਾਹੇ ਉਹ ਆਪੋਜੀਸ਼ਨ 'ਚ ਵੀ ਹੈਗੇ ਆ, ਇਨਸਟੈਡ ਕਿ ਉਹ ਕਿਸੇ ਵੀ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਕਰੀ ਜਾਣ, ਰਾਈਟ। ਨਹੀਂ ਉਹ ਨਹੀਂ, ਉਸ ਗੱਲ ਤੇ ਮੈਂ ਹੱਕ 'ਚ ਨਹੀਂ, ਇਦਾਂ ਦਾ ਮਸਲਾ ਉਹ ਕ੍ਰਿਟੀਸਾਈਜ਼ ਕਰਨ ਜੀ। ਉਹਨਾਂ ਵਾਸਤੇ ਇੱਕ ਜਗ੍ਹਾ ਬਣੀ ਹੋਈ ਆ, ਲੈਜਿਸਲੇਟਿਵ ਬਿਲਡਿੰਗ ਬਣੀ ਆ, ਜਿੱਥੇ ਐਮਐਲਏ ਜਿਹੜਾ ਵੀ ਹੈਗਾ, ਕੋਈ ਵੀ ਐਮਐਲਏ ਕਿਸੇ ਵੀ ਪਾਰਟੀ ਦਾ, ਉਹ ਜੇ ਆਪੋਜੀਸ਼ਨ ਦਾ ਵਾ ਤੇ ਉਹ ਆਪੋਜੀਸ਼ਨ ਉਸ ਮੌਜੂਦਾ ਸਰਕਾਰ ਨੂੰ ਕ੍ਰਿਟੀਸਾਈਜ਼ ਕਰ ਸਕਦਾ, ਪਾਲਿਸੀ ਨਹੀਂ ਚੰਗੀ ਲੈਂਦੇ ਕਰ ਸਕਦਾ, ਰਾਈਟ ਆ ਨੂੰ। ਜੇ ਉਹ ਰਾਜ ਕਰਦੀ ਪਾਰਟੀ ਦਾ ਹੈਗਾ ਵਾ ਤਾਂ ਉਹ ਆਪਦੀ ਗੱਲ ਪੁੱਟ ਕਰ ਸਕਦਾ, ਪਰ ਪਬਲਿਕ ਦੇ ਵਿੱਚ ਆ ਕੇ ਉਹ ਪਬਲਿਕ ਦਾ ਨੁਮਾਇੰਦਾ, ਉਹਦਾ ਮੇਨ ਕੰਸਰਨ ਜਿਹੜਾ ਇਹ ਆ ਕਿ ਉਹ ਪ੍ਰੋਵਿੰਸ ਦੇ ਵਿੱਚ ਜਿਹੜੇ ਕੰਮ ਹੋ ਰਹੇ ਸੀ ਰੁਕ ਗਏ ਜਾਂ ਹੋ ਸਕਦੇ ਜਾਂ ਨਵੇਂ ਆਈਡੀਆਜ਼ ਜਿਹੜੇ ਹੈਗੇ ਆ ਉਹ ਲਿਆ ਕੇ ਆਵੇ, ਲੋਕਾਂ ਨੂੰ ਪੁੱਛੇ ਔਰ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰੇ। ਕਈ ਵਾਰੀ ਹੁੰਦਾ ਜੀ, ਅੱਜ ਆਪਾਂ ਕਿਸੇ ਗੱਲ ਨੂੰ ਸ਼ੁਰੂ ਕਰਦੇ, ਕੰਮ ਨੂੰ ਸ਼ੁਰੂ ਕਰਦੇ, ਆਪਾਂ ਨੀਂਹ ਰੱਖ ਲੈਂਦੇ ਹਾਂ, ਹੋ ਸਕਦਾ 10-15 ਸਾਲਾਂ ਬਾਅਦ ਕੰਪਲੀਟ ਹੋਵੇ। ਜ਼ਰੂਰੀ ਤਾਂ ਨਹੀਂ ਉਸ ਐਮਐਲਏ ਦੇ ਉਸ ਐਮਪੀ ਦੀ ਟਰਨਓਵਰ ਦੇ ਵਿੱਚ ਹੀ ਹੋਣਾ, ਜ਼ਰੂਰੀ ਨਹੀਂ ਹੈ, ਉਹ ਕਦੀ ਵੀ ਦੂਰ ਮਤਲਬ ਹੋ ਸਕਦਾ। ਠੀਕ ਹੈ, ਮੈਂ ਹੁਣ ਇੱਥੇ ਐਗਜ਼ਾਮਪਲ ਤੁਹਾਨੂੰ ਦੇਣੀ ਚਾਹੁੰਦਾ। ਰੀਸੈਂਟਲੀ ਆਪਣੇ ਜਿਹੜੀ ਮੈਨੀਟੋਬਾ ਦੀ ਲੈਜਿਸਲੇਚਰ ਦਾ ਸੈਸ਼ਨ ਚੱਲ ਰਿਹਾ ਸੀ, ਰਾਈਟ, ਉਹਦੇ 'ਚ ਆਪਣੇ ਇਲੈਕਟਡ ਐਮਐਲਏ ਜਿਹੜੇ ਹੈਗੇ ਆ ਵਿਨੀਪੈਗ ਨਾਰਥ ਦੇ ਰਾਈਡਿੰਗ ਤੋਂ ਇੱਕ, ਉਹਨਾਂ ਨੇ ਜਿਹੜੀ ਮੋਦੀ ਗਵਰਨਮੈਂਟ ਇੰਡੀਆ ਦੇ ਵਿੱਚ ਜਿਹੜਾ ਕੋਈ ਕਾਨੂੰਨ ਲੈ ਕੇ ਆਈ ਹੈਗੀ ਆ, ਉਹਦਾ ਮਸਲਾ ਉੱਥੇ ਉਠਾਇਆ 5-7 ਮਿੰਟ ਲਈ, ਰਾਈਟ। ਪਰ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਮੋਦੀ ਗਵਰਨਮੈਂਟ ਚੇਂਜ ਹੋ ਜਾਊਗੀ, ਆਪਦਾ ਮਾਈਂਡ ਚੇਂਜ ਕਰੂਗੀ ਕਿ ਆਪਾਂ ਮੈਨੀਟੋਬਾ ਲੈਜਿਸਲੇਚਰ 'ਚ ਆਪਾਂ ਨੂੰ ਜਿਹੜਾ ਟਾਈਮ ਮਿਲਿਆ ਸੀਗਾ ਉਹ ਮਸਲਾ ਉਠਾ ਰਹੇ ਆ। ਇਨਸਟੈਡ ਕਿ ਜੇ ਉਹ ਸੈਂਟਰ ਪੋਰਟ ਦਾ ਮੰਨ ਲਓ ਉੱਥੇ ਮਸਲਾ ਉਠਾਉਂਦੇ ਤਾਂ ਹੋ ਸਕਦਾ ਕੋਈ ਨਾ ਕੋਈ ਉਹਨਾਂ ਨੂੰ ਉੱਥੇ ਰਿਜ਼ਲਟ ਮਿਲਦਾ, ਆਪਾਂ ਨੂੰ ਇਨਫੋਰਮੇਸ਼ਨ ਮਿਲਦੀ। ਸੁਖੀ ਭਾਜੀ, ਮੈਂ ਥੋੜਾ ਜਿਹਾ ਡਿਫਰੈਂਟ ਵਿਚਾਰ ਰੱਖਦਾ। ਮੈਂ ਡਿਫਰੈਂਟ ਵਿਚਾਰ ਇਹ ਵੀ ਰੱਖਦਾ ਕਿ ਜਦੋਂ ਫੈਡਰਲ ਲੈਵਲ ਤੇ 1984 ਦੇ ਜਿਹੜੀ ਜੈਨੋਸਾਈਡ ਹੋਈ ਆ ਉਹਦੇ ਬਾਰੇ ਮਤਾ ਪਾਸ ਹੋ ਸਕਦਾ ਤੇ ਕਿਸਾਨਾਂ ਬਾਰੇ ਵੀ ਹੋ ਸਕਦਾ, ਠੀਕ ਹੈ ਜੀ, ਉਹ ਇੱਕ ਹੋਰ ਗੱਲ ਆ। ਪਰ ਜ਼ਿੰਮੇਵਾਰੀ ਜਿਹੜੀ ਆ ਮੇਨ ਸਿਰਫ ਇੱਥੇ ਖਤਮ ਨਹੀਂ ਹੋ ਜਾਂਦੀ ਕਿ ਤੁਸੀਂ ਜੈਨੋਸਾਈਡ ਦੇ ਹੱਕ 'ਚ, ਜੈਨੋਸਾਈਡ ਦੇ ਖਿਲਾਫ ਬੋਲ ਗਏ, ਮਤਾ ਪਾਸ ਕਰ ਗਏ ਜਾਂ ਪੇਸ਼ ਕਰ ਗਏ ਜਾਂ ਉੱਤੇ ਬੋਲ ਗਏ, ਜਾਂ ਕਿਸਾਨਾਂ ਦੇ ਮਸਲੇ ਨੂੰ ਚੁੱਕ ਲਿਆ, ਉਹਦੇ ਹੱਕ 'ਚ ਬੋਲ ਗਏ ਜਾਂ ਖਿਲਾਫ ਬੋਲ ਗਏ, ਇੰਨੀ ਜ਼ਿੰਮੇਵਾਰੀ ਨਹੀਂ ਹੈ। ਜੋ ਐਮਐਲਏ ਜਾਂ ਐਮਪੀ, ਉਹਦੀ ਜ਼ਿੰਮੇਵਾਰੀ ਜਿਹੜੀ ਹੈ ਟਵਰਡਸ ਆਪਦੇ ਪ੍ਰੋਵਿੰਸ, ਟਵਰਡਸ ਆਪਦੇ ਕੰਟਰੀ, ਮੋਰ ਦੈਨ ਅਦਰ ਕੰਟਰੀਜ਼, ਮੋਰ ਦੈਨ ਬੈਕ ਹੋਮ ਜ਼ਿਆਦਾ ਹੈਗੀ ਉਹ ਗੱਲ। ਦੇਖੋ, ਮੈਂ ਤੁਹਾਨੂੰ ਦੱਸਦਾ ਕਿ ਇੱਕ ਪੋਲੀਟੀਸ਼ੀਅਨਸ ਦੀ ਇਹ ਡਿਊਟੀ ਹੁੰਦੀ ਹੈ, ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਜਿੰਨਾ ਵੀ ਉਹਦਾ ਟਾਈਮ ਮਿਲਿਆ ਹੈਗਾ ਬੋਲਣ ਦਾ, ਕਿਉਂਕਿ ਬੜਾ ਹੀ ਕੈਲਕੂਲੇਟਡ ਲਿਮਿਟਡ ਹੁੰਦਾ, ਹਾਂਜੀ ਬਿਲਕੁਲ, ਉਹਨੂੰ ਕਿੱਦਾਂ ਡਿਸਟ੍ਰੀਬਿਊਟ ਕਰਨਾ ਹੈ। ਠੀਕ ਹੈ ਜੀ, ਮੈਨੂੰ ਪਤਾ ਇੱਕ ਟਾਈਮ 'ਤੇ ਕੋਈ ਪੰਜਾਬ 'ਚ ਘਟਨਾ ਵਾਪਰਦੀ ਹੈ ਜਿਹਦਾ ਮੈਨੂੰ ਡਾਇਰੈਕਟਲੀ ਸੇਕ ਲੱਗਦਾ, ਮੈਂ ਇਮੋਸ਼ਨਲ ਹੋ ਜਾਂਦਾ। ਮੈਂ ਕੀ ਕਰਦਾ, ਮੈਂ ਜਾਂ ਤਾਂ ਪੋਸਟ ਬਣਾ ਕੇ ਪਾ ਦੇਣਾ ਸੋਸ਼ਲ ਮੀਡੀਆ 'ਤੇ, ਜਾਂ ਮੈਂ ਕਿਸੇ ਨਾਲ ਗੱਲ ਕਰਦਾ। ਠੀਕ ਹੈ ਜੀ, ਹੁੰਦਾ ਇਮੋਸ਼ਨਲ ਹੁੰਦਾ, ਲੇਕਿਨ ਇੱਕ ਪੋਲੀਟੀਸ਼ੀਅਨਸ ਦੀ ਰਿਸਪੌਂਸਿਬਿਲਿਟੀ ਹੈ ਕਿ ਉਹ ਇੱਕ ਬੈਲੈਂਸ ਬਣਾ ਕੇ ਚੱਲੇ ਕਿ ਮੈਂ ਬੈਕ ਹੋਮ ਦੀ ਵੀ ਗੱਲ ਕਰਨੀ ਹੈ, ਥੋੜ੍ਹੀ ਗੱਲ ਕਰਨੀ, ਜ਼ਿਆਦਾ ਗੱਲ ਕਰਨੀ ਹੈ, ਉਹ ਸਿਚੁਏਸ਼ਨਲ ਮੈਨੇਜਮੈਂਟ 'ਤੇ ਡਿਪੈਂਡ ਕਰਦਾ ਹੈਗਾ। ਲੇਕਿਨ ਮੇਨ ਇਹ ਹੈ ਕਿ ਕੈਨੇਡਾ ਹੁਣ ਮੇਰਾ ਘਰ ਹੈ ਤੇ ਜਿਹੜੇ ਇੱਥੇ ਮਸਲੇ ਹੈਗੇ ਆ, ਇੱਥੇ ਮਸਲਿਆਂ ਨਾਲ 2-4 ਹੈਗੇ ਆ, ਉਹਨਾਂ ਨੂੰ ਕਦੀ ਇਗਨੋਰ ਨਾ ਕੀਤਾ ਜਾਏ। ਠੀਕ ਹੈ ਜੀ, ਇੱਕ ਬੈਲੈਂਸ ਬਣਾ ਕੇ, ਮੇ ਬੀ ਅਗਰ 7 ਮਿੰਟ ਦਾ ਟਾਈਮ ਮਿਲਿਆ, 10 ਮਿੰਟ ਦਾ ਮਿਲਦਾ, ਉਹ 'ਚ 2 ਮਿੰਟ ਉਹਦੇ ਬਾਰੇ ਬੋਲ ਦਿੱਤਾ ਜਾਏ, ਕਿਉਂਕਿ ਲੰਮਾ ਚੌੜਾ ਲੈਕਚਰ ਦੇਣਾ, ਇੱਕ ਸ਼ਾਰਟ 'ਚ ਗੱਲ ਕਰਨੀ, ਮੈਂ ਕਿਹਾ ਮੈਸੇਜ ਕਿਵੇਂ ਦੋਨਾਂ 'ਚ ਇੱਕ ਹੁੰਦਾ। ਲੇਕਿਨ ਜਿਹੜੇ ਲੋਕਲ ਮਸਲੇ ਹੈਗੇ ਉਹਨਾਂ ਨੂੰ ਪ੍ਰਾਇਓਰਟਾਈਜ਼ ਕਰਕੇ, ਉਹਨਾਂ ਨੂੰ ਹਾਈਲਾਈਟ ਕਰਕੇ ਬੋਲਣਾ,
ਵੀ ਇੱਕ ਸਿਆਣੇ ਪੋਲੀਟੀਸ਼ੀਅਨ ਦੀ ਹੈ ਰਿਸਪੌਂਸਿਬਿਲਟੀ ਹੈ ਹੀ ਅਸਲ 'ਚ ਰਿਸਪੌਂਸਿਬਿਲਟੀ ਮੇਨ ਤਾਂ ਉਹੀ ਹੈ ਹਾਂ, ਉਹਨਾਂ ਦੀ ਹੈ। ਮੇਨ ਠੀਕ ਹੈ ਜੀ, ਰਿਸਪੌਂਸਿਬਿਲਟੀ ਤਾਂ ਉਹ ਹੁਣ- ਆ ਬਿਨਾਂ ਸ਼ੱਕ ਜੋ ਸੋਸਾਇਟੀ ਵਿੱਚ ਵਰਲਡ ਵਾਈਡ ਸੋਸਾਇਟੀ ਕਿਉਂਕਿ ਗਲੋਬਲ ਪਿੰਡ ਆ ਹੁਣ ਤਾਂ ਹਾਂਜੀ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਨਹੀਂ ਪਤਾ ਸਪੇਨ 'ਚ ਕੀ ਹੋ ਰਿਹਾ, ਮੈਨੂੰ ਨਹੀਂ ਪਤਾ ਤੁਰਕੀ 'ਚ ਕੀ ਹੋ ਰਿਹਾ, ਮੈਨੂੰ ਨਹੀਂ ਪਤਾ ਜਾਪਾਨ 'ਚ ਕੀ ਹੋ ਰਿਹਾ। ਸਾਰੇ ਵਰਲਡ ਵਾਈਡ ਜਿਹੜੀ ਇਨਫੋਰਮੇਸ਼ਨ ਆ ਇੱਕ ਇਨਸਾਨ ਦੇ ਕੋਲ, ਖਾਸ ਕਰਕੇ ਉਸ ਇਨਸਾਨ ਕੋਲ ਜਿਹਦੇ ਕੋਲ ਵੱਡੀ ਜ਼ਿੰਮੇਵਾਰੀ ਆ, ਹਾਂਜੀ। ਉਹਨੂੰ ਹੋਣੀ ਚਾਹੀਦੀ ਹੈ, ਉਹਨੂੰ ਪਤਾ ਹੀ ਹੋਣਾ ਚਾਹੀਦਾ ਔਰ ਪੁਆਇੰਟ ਆਊਟ ਵੀ ਕਰੇ, ਉਹ ਬਿਨਾਂ ਸ਼ੱਕ ਕਰੇ। ਇਹ ਹੋਣੀ ਚਾਹੀਦੀ ਆ। ਜਿਹੜੀ ਸੁੱਖ ਹੋਰਾਂ ਨੇ ਗੱਲ ਕੀਤੀ ਆ ਕਿ ਦਲਜੀਤ ਬਰਾੜ MLA ਨੇ ਪੰਜਾਬ ਦੇ ਕਿਸਾਨਾਂ ਦੀ ਚੱਲੀ ਸਟਰਗਲ ਦੇ ਉੱਤੇ ਬੋਲਦਿਆਂ ਬੋਲੇ। ਮੈਂ ਉਹਨੂੰ ਬਹੁਤਾ ਨਹੀਂ ਇਦਾਂ ਕਹਿੰਦਾ ਵੀ ਉਹ ਕਿਉਂ ਬੋਲੇ ਜਾਂ ਨਹੀਂ ਬੋਲਣਾ ਚਾਹੀਦਾ। ਮੈਂ ਤਾਂ ਦੱਸੀ ਗੱਲ ਵੀ ਜੈਨੋਸਾਈਡ ਤੇ ਵੀ ਬੋਲਣਾ ਚਾਹੀਦਾ ਸੀਗਾ। ਜਿਹੜੇ ਬੰਦੇ ਬੋਲੇ ਆ ਵੀ ਐਪਰੀਸ਼ੀਏਟ, ਜੇ ਕਿਸਾਨਾਂ ਦੇ ਮਸਲੇ ਤੇ ਬੋਲਿਆ ਤੇ ਐਪਰੀਸ਼ੀਏਟ ਕਰਨਾ ਚਾਹੀਦਾ, ਪਰ ਆਪਣੀ ਜਿਹੜੀ ਪ੍ਰਿੰਸੀਪਲ ਬੇਸਿਕ ਜਿਹੜੀ ਰਿਸਪੌਂਸਿਬਿਲਟੀ ਹੈ ਉਹਦੇ ਤੋਂ ਪਿੱਛੇ ਨਹੀਂ ਹੋਣਾ ਚਾਹੀਦਾ, ਉਹਦੇ ਤੇ ਵੀ ਅੱਗੇ ਆਉਣਾ ਚਾਹੀਦਾ। ਕਰਮ ਭੂਮੀ ਦੇ ਮਸਲੇ ਜਿਹੜੇ ਹਾਂਜੀ ਨਹੀਂ, ਅਸਲ 'ਚ MLA ਤੇ ਕਰਮ ਭੂਮੀ ਨੇ ਬਣਾਇਆ। ਹਾਂਜੀ ਕਰਮ ਭੂਮੀ ਦੇ ਲੋਕਾਂ ਨੇ ਵੋਟਾਂ ਪਾਈਆਂ, ਠੀਕ ਆ ਜੀ। ਜੇ ਆਪਾਂ ਉਹਨਾਂ ਦੇ ਮਸਲਿਆਂ ਨੂੰ ਨਹੀਂ ਸਮਝਾਂਗੇ, ਐਨਾਲਾਈਜ਼ ਨਹੀਂ ਕਰਾਂਗੇ, ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਤੇ ਸ਼ਾਇਦ ਫਿਰ 4 ਸਾਲ ਦਾ ਜਿਹੜਾ ਸਮਾਂ ਮਿਲਿਆ ਵਾ ਉਹ ਉਂਝ ਹੀ ਨਾ ਲੰਘ ਜਾਏ ਕਿਤੇ। ਮੈਂ ਇੱਥੇ ਤੁਹਾਡੀ ਗੱਲ ਤੇ ਇਹ ਐਡ ਕਰਨਾ ਚਾਹੁੰਦਾ, ਜਿਹੜੇ MLA ਹੈਗੇ ਉਹਨਾਂ ਨੂੰ ਆਪਾਂ ਪਬਲਿਕ ਸਰਵੈਂਟ ਹੀ ਕਹਿੰਦੇ ਆ ਇੱਥੇ ਨਾ, ਪਬਲਿਕ ਦੁਆਰਾ ਬਣਾਏ ਆ, ਪਬਲਿਕ ਨੂੰ ਸਰਵ ਬਿਲਕੁਲ ਬਿਲਕੁਲ। ਉਹ ਕੋਈ ਫ੍ਰੀ ਡਿਊਟੀ ਨਹੀਂ ਕਰਦੇ। ਇੱਕ MLA ਨੂੰ ਚੰਗਾ ਭਲਾ ਜਿਹੜਾ ਹੈਗਾ ਪੈਕੇਜ ਮਿਲਦਾ ਸਾਲ ਦਾ, ਮੈਨੀਟੋਬਾ 'ਚ $97,000 ਦਾ ਪਲੱਸ $64,000 ਉਹਨਾਂ ਨੂੰ ਤਕਰੀਬਨ $1.5 ਲੱਖ $64,000 ਉਹਨਾਂ ਨੂੰ ਐਕਸਟਰਾ ਵੀ ਮਿਲਦਾ ਹੈਗਾ, ਜਿਹੜੇ ਉਹਨਾਂ ਦੇ ਆਫਿਸ ਦੇ ਖਰਚੇ ਹੈਗੇ ਆ। ਜੇ ਉਹ ਆਪਾਂ ਨੂੰ ਕੋਈ ਲੈਟਰ ਬਣਾ ਕੇ ਦਿੰਦੇ ਆ ਨਾ, ਜਿਹੜਾ ਪੈਨ ਨਾਲ ਸ਼ਾਹੀ ਲੱਗੀ ਆ ਉਹਦੇ ਤੇ, ਉਹ ਆਪਣੀ ਜੇਬ 'ਚ ਗਈ ਆ ਟੈਕਸ ਦੇ ਰੂਪ 'ਚ। ਹਾਂਜੀ ਹਾਂਜੀ। ਸੋ ਉਹਨਾਂ ਦਾ ਆਫਿਸ ਦਾ ਉਹਦਾ ਖਰਚਾ ਵੀ ਲੋਕ ਚੱਲਦੇ ਆ, ਆਫਿਸ ਦਾ ਖਰਚਾ ਵੀ ਆਪਾਂ ਹੀ ਚੱਲਦੇ ਹੈਗੇ ਆ। ਜੇ ਉਹਨਾਂ ਨੂੰ ਲੈਟਰ ਕੀਤਾ ਹੈਗਾ, ਆਫਿਸ ਦਿੱਤੇ ਹੈਗੇ ਆ, ਤੂੰ ਆਪਣੇ ਮਸਲੇ ਉਠਾਉਣ, ਪੈਨ ਸਟੈਂਡ ਕੀ ਆਪਾਂ ਆਪਣਾ ਪੈਨ ਚਲਾਈਏ, ਆਪਣਾ ਪੈਨ ਉਹ ਚਲਾਉਣ। ਬਿਲਕੁਲ ਠੀਕ ਆ। ਹੁਣ ਆਪਾਂ ਗੱਲ ਫਿਰ ਉੱਥੇ ਕਰੀਏ ਕਿ ਇਹ ਜਿਹੜੇ ਸਾਡੇ ਪ੍ਰੋਵਿੰਸ ਦੇ MLA ਆ ਜਾਂ ਸਾਡੇ ਸ਼ਹਿਰ ਦੇ MLA ਆ, ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਵਾਲੇ MLA ਜਾਂ ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਵਾਲੇ ਮੈਂਬਰ ਪਾਰਲੀਮੈਂਟ ਹੈਗੇ, ਇਹਨਾਂ ਦੇ ਧਿਆਨ ਗੋਚਰੇ ਕਿਹੜੇ ਮਸਲੇ ਹੋਰ ਲਿਆਂਦੇ ਜਾ ਸਕਦੇ। ਜਿੱਦਾਂ ਮੈਂ ਇੱਕ ਮਸਲਾ ਲਿਆਂਦਾ ਕਿ ਸੈਂਟਰ ਪੋਰਟ ਨੂੰ ਛੇਤੀ ਤੋਂ ਛੇਤੀ ਇਹਨੂੰ ਕੰਪਲੀਟ ਕਰਕੇ ਇਹਨੂੰ ਸ਼ੁਰੂ ਕਰਨਾ ਚਾਹੀਦਾ। ਇਹਦੇ ਨਾਲ ਸਾਡਾ ਰੋਟੀ ਜੁੜੀ ਪਈ ਹੈ, ਠੀਕ ਹੈ ਜੀ। ਸਾਡੇ ਸ਼ਹਿਰ ਦੀ ਡਿਵੈਲਪਮੈਂਟ ਜੁੜੀ ਪਈ ਆ। ਮੈਂ ਗਰੰਟੀ ਨਾ ਕਹਿੰਦਾ ਜੀ ਹਜ਼ਾਰਾਂ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਇੱਥੇ ਹੋਰ ਘਰ ਖਰੀਦਣੇ ਪੈਣਗੇ ਇਸ ਏਰੀਏ ਦੇ ਵਿੱਚ। ਆਫਟਰ ਉਹਨਾਂ ਨੇ ਰਹਿਣਾ, ਜਿਹੜਾ ਇੱਕ ਟਰੱਕ ਡਰਾਈਵਰ ਹੈ ਜੀ ਸੈਂਟਰ ਪੋਰਟ ਵਿੱਚ, ਉਹਨੇ ਆਪਦਾ ਟਰੱਕ ਜਿਹੜਾ ਉੱਥੇ ਪਾਰਕ ਕਰਤਾ, ਉੱਥੇ ਸਮਾਨ ਅਨਲੋਡ ਹੋਇਆ ਜਾਂ ਲੋਡ ਉੱਥੋਂ ਚੁੱਕਣਾ, ਉਹਨੇ ਰਹਿਣਾ ਕਿੱਥੇ ਜਾ ਕੇ? 100 ਮੀਲ ਦੂਰ ਥੋੜੀ ਜਾਣਾ ਰਹਿਣਾ। ਉਹਦੀ ਕੋਸ਼ਿਸ਼ ਹੋਣੀ ਕਿ ਮੈਂ ਨੇੜੇ ਤੋਂ ਨੇੜੇ ਰਹਾਂ। ਏਰੀਆ ਉਹ ਸਾਰਾ ਜਿਹੜਾ ਸੈਂਟਰ ਪੋਰਟ ਦੇ ਨੇੜੇ ਦਾ ਏਰੀਆ ਹੈਗਾ ਉਹ ਸਾਰਾ ਡਿਵੈਲਪ ਹੋ ਜਾਊਗਾ, ਇੱਕਦਮ ਡਿਵੈਲਪ ਹੋ ਜਾਊਗਾ, ਕਿਉਂਕਿ ਲੋਕਾਂ ਨੇ ਰਹਿਣਾ ਉੱਥੇ। ਉਹ ਸ਼ੁਰੂ ਹੋ ਸਕਦਾ ਕਿਰਾਏ ਤੇ ਰਹਿਣ, ਉਸ ਤੋਂ ਬਾਅਦ ਫਿਰ ਉਹ ਸਾਲ ਖੰਡ ਵਿੱਚ ਘਰ ਲੈਣਗੇ, ਠੀਕ ਹੈ ਜੀ। ਫਿਰ ਉਸ ਏਰੀਏ 'ਚ ਨਵੇਂ ਹਸਪੀਟਲ ਬਣਨਗੇ, ਉਸ ਏਰੀਏ 'ਚ ਨਵੇਂ ਸਕੂਲ ਬਣਨਗੇ, ਨਵੀਆਂ ਆਬਾਦੀਆਂ ਬਣਨਗੀਆਂ, ਸਾਰੀ ਡਿਵੈਲਪਮੈਂਟ ਹੋਰ ਹੋਊਗੀ। ਇੱਕ ਕੰਮ ਕਰਨ ਦੇ ਨਾਲ ਕਿੱਡੀ ਵੱਡੀ ਡਿਵੈਲਪਮੈਂਟ ਜਿਹੜੀ ਹੋਣੀ ਹੈ ਤੇ ਇਕਨੋਮੀ ਨੂੰ ਕਿੱਡਾ ਵੱਡਾ ਬੂਸਟ ਮਿਲਣਾ, ਠੀਕ ਹੈ ਜੀ। ਇਹਦੇ ਲਈ ਸਾਨੂੰ ਜਿੰਨੇ ਵੀ MLA ਜੀ, ਜਿਹੜੇ ਚਾਹੇ ਉਹ NDP ਦੇ ਆ, ਚਾਹੇ ਉਹ ਲਿਬਰਲ ਪਾਰਟੀ ਦੇ, ਚਾਹੇ ਰਾਜ ਕਰਦੀ PC ਪਾਰਟੀ ਦੇ, ਸਾਰਿਆਂ ਨੂੰ ਇੱਕੋ ਜਿਹੀ ਐਫਰਟਸ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਹੀ ਫੈਡਰਲ ਲੈਵਲ ਤੇ ਇਦਾਂ ਹੀ ਹੈ। ਫੈਡਰਲ ਲੈਵਲ ਦੇ ਵਿੱਚ ਇਸ ਵੇਲੇ ਲਿਬਰਲ ਦੀ ਸਰਕਾਰ ਆ। ਜੇ ਇੱਥੇ ਸਾਡੇ PC ਦੇ MPs ਹੈਗੇ ਆ ਜਾਂ NDP ਦੇ MPs ਹੈਗੇ, ਉਹਨਾਂ ਦੀ ਰਿਸਪੌਂਸਿਬਿਲਟੀ, ਮੋਰਲ ਬੇਸਿਕ ਰਿਸਪੌਂਸਿਬਿਲਟੀ ਹੈ ਕਿ ਉਹ ਇਸ ਪ੍ਰੋਜੈਕਟ ਨੂੰ ਸਿਰੇ ਲਾਉਣ ਦੇ ਲਈ ਆਪਦੇ ਵੱਲੋਂ ਜ਼ੋਰ ਪੂਰਾ ਲਾਉਣ। ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਇਹ ਜ਼ੋਰ ਲਾਉਣ ਦੇ ਲਈ, ਇਹ ਜ਼ਿੰਮੇਵਾਰੀ ਨਿਭਾਉਣ ਲਈ ਚੋਖੀ ਰਕਮ ਮਿਲਦੀ, ਜ਼ਿੰਮੇਵਾਰੀ ਤਾਂ ਨਿਭਾਉਂਦੇ, ਪੈਸੇ ਵੀ ਲੈਂਦੇ, ਠੀਕ ਹੈ ਜੀ। ਪੈਸੇ ਅਸੀਂ ਨਹੀਂ ਕਹਿੰਦੇ ਗਵਰਨਮੈਂਟ ਨੂੰ ਕਿ ਇਹਨਾਂ ਦੇ ਪੈਸੇ ਬੰਦ ਕਰ ਦਿਓ, ਇਹਨਾਂ ਦੇ ਪੱਤੇ ਬੰਦ ਕਰ ਦਿਓ। ਅਸੀਂ ਕਹਿੰਦੇ ਭਾਈ ਜਿਹੜੇ ਤੁਹਾਨੂੰ ਪੱਤੇ ਮਿਲਦੇ ਆ, ਪੈਸੇ ਮਿਲਦੇ, ਇਹਨਾਂ ਦੀ ਪ੍ਰੋਪਰ ਯੂਟੀਲਾਈਜੇਸ਼ਨ ਕਰੋ, ਉਹਨਾਂ ਨੂੰ ਰਿਟਰਨ ਬੈਕ ਤੱਕ ਕਰੋ ਨਾ, ਰਿਟਰਨ ਦੇਵੋ, ਲੋਕਾਂ ਨੂੰ ਰਿਟਰਨ ਦਿਓ। ਬਿਲਕੁਲ ਤੁਹਾਡੀ ਜਿਹੜੀ ਰਿਸਪੌਂਸਿਬਿਲਟੀ ਹੈਗੀ ਆ। ਹੁਣ ਘਾਟ ਕੀ ਹੈਗੀ ਆ? ਤੁਸੀਂ ਕਿਹਾ ਵੀ ਮਸਲੇ ਕਿਹੜੇ? ਮੈਂ ਇੱਕ ਹੋਰ ਚਾਹੂੰਗਾ ਜੀ, ਕੋਈ ਹੋਰ ਮਸਲਾ ਵੀ ਆਪਾਂ ਡਿਸਕਸ ਕਰੀਏ ਜਿਹੜਾ ਲੋੜ ਆ ਧਿਆਨ, ਇਹਨਾਂ ਲੋਕਾਂ ਦਾ ਧਿਆਨ ਖਿੱਚੇ। ਸਭ ਤੋਂ ਜ਼ਰੂਰੀ ਜਿਹੜਾ ਮਸਲਾ ਹੈਗਾ ਨਾ ਆਪਣੀ ਪ੍ਰੋਵਿੰਸ ਦਾ, ਜੇ ਕੰਪੇਅਰ ਕਰਦੇ ਆਪਾਂ ਅਲਬਰਟਾ ਦੇ ਨਾਲ, ontario ਦੇ ਨਾਲ, ਆਪਾਂ ਕਿਹਾ ਵੀ ਬੰਦੇ ਮੂਵ ਹੋ ਜਾਂਦੇ। ਕਾਹਤੋਂ ਹੋ ਜਾਂਦੇ? ਕਿਉਂਕਿ ਆਪਣਾ ਇਨਫਰਾਸਟ੍ਰਕਚਰ ਬਹੁਤ ਪੂਰ ਹੈਗਾ। ਜਿੰਨਾ ਟਾਈਮ ਆਪਾਂ ਇਨਫਰਾਸਟ੍ਰਕਚਰ ਬੈਟਰ ਨਹੀਂ ਬਣਾਉਂਦੇ, ਬੈਟਰ ਰੋਡਸ ਨਹੀਂ ਬਣਾਉਂਦੇ, ਬੈਟਰ ਸੀਵਰੇਜ ਸਿਸਟਮ ਆਪਣਾ ਬੈਟਰ ਨਹੀਂਗਾ, ਹਾਈਵੇ ਆਪਣੇ ਬੈਟਰ ਨਹੀਂ, ਪ੍ਰੋਪਰ ਬ੍ਰਿਜ ਨਹੀਂ ਬਣਦੇ, ਬਿਜ਼ਨਸ ਨੂੰ
ਤਾਂ ਹੀ ਆਉਣਾ ਹੈਗਾ ਜੇ ਇਨਫਰਾਸਟ੍ਰਕਚਰ ਹੋਊਗਾ। ਹੁਣ ਪਿੱਛੇ ਜੇ Amazon ਨੇ HQ2 ਆਪਦਾ ਅਨਾਉਂਸ ਕੀਤਾ ਸੀ, ਬਹੁਤ ਸਾਰੀਆਂ ਸਿਟੀਆਂ ਸਾਰਿਆਂ ਦੀਆਂ ਉਮੀਦਾਂ ਸੀਗੀਆਂ, ਸਾਰਿਆਂ ਨੇ ਬੈਡ ਕੀਤੀ ਹੈ ਨਾ, ਵਿਨੀਪੈਗ ਨੇ ਵੀ ਕੀਤੀ ਸੀ ਉਹਦੇ 'ਚ। ਪਰ ਜਿਹੜੇ ਹਿਸਾਬ ਨਾਲ ਆਪਣਾ ਇਨਫਰਾਸਟ੍ਰਕਚਰ ਸੀਗਾ ਆਪਾਂ ਸੋਚ ਵੀ ਨਹੀਂ ਸਕਦੇ ਸੀਗੇ ਵੀ ਉਹ ਉੱਥੇ ਆਉਣਗੇ। ਜੇ ਆਪਾਂ ਪ੍ਰਾਈਵੇਟ ਇਨਵੈਸਟਮੈਂਟ ਨੂੰ ਅਟਰੈਕਟ ਕਰਨਾ ਦੈਨ ਵੀ ਨੀਡ ਟੂ ਬਿਲਡ ਅ ਬੈਟਰ ਇਨਫਰਾਸਟ੍ਰਕਚਰ। ਹੁਣ ਕਈ ਵਾਰੀ ਜਿਹੜੇ ਪੋਲੀਟੀਕਲ ਲੋਕ ਵੀ ਹੈ ਨਾ, ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਮਸਲਾ ਉਠਾ ਲੈਂਦੇ ਜੀ। ਹਾਈਡਰੋ 2% ਮਹਿੰਗੀ ਹੋ ਗਈ ਜੀ, ਆਹ ਫਲਾਨਾ ਟੈਕਸ ਲਾਤਾ ਜੀ 2% ਦਾ ਇਨਫਲੂਐਂਸ ਵੀ ਹੁੰਦੀ ਹੈ, 2% ਦਾ ਮਹਿੰਗਾਈ ਵੱਧਦੀ ਹੈਗੀ ਆ। ਜੇ ਉਹਦੇ ਤੋਂ ਕੁਛ ਪੈਸਾ ਗੌਰਮੈਂਟ ਨੂੰ ਆਊਗਾ, ਜੇ ਫੈਮਿਲੀ ਹੈ ਹੀ ਗਰੀਬ ਆ ਤੇ ਉਹ ਕੋਠੀ ਕਿੱਥੋਂ ਪਾਊਗੀ? ਗੌਰਮੈਂਟ ਨੂੰ ਇਨਕਮ ਕਿੱਥੋਂ ਆਉਣੀ ਹੈਗੀ ਆ? ਟੈਕਸਸ ਤੋਂ ਹੀ ਆਉਣੀ। ਜੇ ਥੋੜੇ ਜਿਹੇ ਟੈਕਸਸ ਵਧਾਵਾਂਗੇ, ਉਹਦੇ ਤੋਂ ਆਪਾਂ ਪੈਸਾ ਲਾ ਕੇ ਇਨਫਰਾਸਟ੍ਰਕਚਰ ਨੂੰ ਬੈਟਰ ਬਣਾਵਾਂਗੇ, ਪ੍ਰਾਈਵੇਟ ਕੰਪਨੀਆਂ ਆਉਣਗੀਆਂ, ਉਹਦੇ ਨਾਲ ਜੌਬਸ ਮਿਲਣਗੀਆਂ। ਜੇ ਮੈਨੂੰ ਵਿਨੀਪੈਗ ਦੇ ਵਿੱਚ ਜੌਬ ਮਿਲਦੀ ਹੈਗੀ ਆ ਤਾਂ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਇੱਥੋਂ ਮੂਵ ਹੋ ਕੇ ਬਰੈਂਪਟਨ ਜਾਂ ਕੈਲਗਰੀ ਜਾਣ ਦੀ ਜ਼ਰੂਰਤ ਹੈਗੀ ਆ। ਜੇ ਮੈਨੂੰ ਜੌਬ ਨਹੀਂ ਮਿਲਦੀ ਤਾਂ ਹੀ ਬੰਦਾ ਜਾਂਦਾ, ਅਦਰਵਾਈਜ਼ ਮੂਵ ਕਰਨਾ ਸੌਖਾ ਸਟੈਪ ਨਹੀਂ, ਬਹੁਤ ਵੱਡਾ ਸਟੈਪ ਹੁੰਦਾ। ਸੋ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਹੈਗੀ ਹੈ ਇਹੀ ਆ ਕਿ ਆਪਾਂ ਨੂੰ ਇੱਥੇ ਐਮਪਲੋਇਮੈਂਟ ਜਨਰੇਟ ਕਰਨਾ ਚਾਹੀਦਾ, ਬੈਟਰ ਇਨਫਰਾਸਟ੍ਰਕਚਰ ਕਰਨਾ ਚਾਹੀਦਾ। ਪ੍ਰਾਈਵੇਟ ਕੰਪਨੀਆਂ ਆਉਣਗੀਆਂ, ਉਹ ਪੈਸਾ ਲਾਉਣਗੀਆਂ, ਉਹਨਾਂ ਨੇ ਜੌਬ ਕ੍ਰੀਏਟ ਕਰਨੀ। ਜਿਹੜੀ ਪਬਲਿਕ ਜੌਬ ਹੈਗੀ ਆ, ਮੈਂ ਉਹਦੇ ਅਗੇਂਸਟ ਨਹੀਂਗਾ ਕਿ ਪਬਲਿਕ ਜੌਬ ਖਤਮ ਹੀ ਹੋਣੀ ਚਾਹੀਦੀ ਹੈ, ਬਟ ਪਬਲਿਕ ਐਂਡ ਪ੍ਰਾਈਵੇਟ ਸੈਕਟਰ ਦਾ ਆਪਾਂ ਨੂੰ ਇੱਕ ਕੋਆਰਡੀਨੇਸ਼ਨ ਰੱਖਣੀ ਪੈਣੀ, ਬੈਲੈਂਸ ਬਣਾਉਣਾ ਪੈਣਾ। ਬਿਲਕੁਲ ਸਹੀ ਗੱਲ। ਜੇ ਆਪਾਂ ਅਲਬਰਟਾ ਨੂੰ ਕਹਿੰਦੇ ਆ ਵੀ ਅਲਬਰਟਾ ਸਾਡੇ ਨਾਲੋਂ ਬੈਟਰ ਆ, ਉਹਦਾ ਕਾਰਨ ਇਹ ਹੈਗਾ ਉੱਥੇ ਪ੍ਰਾਈਵੇਟ ਕੰਪਨੀਆਂ ਨੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਲਾਏ, ਇਨਵੈਸਟਮੈਂਟ ਕੀਤੀ ਹੈ। ਜੇ ਆਪਾਂ ਅੰਟੈਰੀਓ 'ਚ ਦੇਖਦੇ ਹੈਗੇ, ਉੱਥੇ ਜਾ ਕੇ ਦੇਖ ਲਓ ਤੁਸੀਂ, ਜੀ ਲੱਗਦਾ ਜੀ ਉੱਥੇ। ਰੀਜ਼ਨ ਇਹੀ ਹੈਗਾ, ਕੰਮ ਹੈਗਾ ਲੋਕਾਂ ਕੋਲ। ਹੁਣ ਦੇਖੋ ਅਲਬਰਟਾ ਦੇ ਵਿੱਚ ਤੁਸੀਂ ਕਹਿੰਦੇ ਹੋ ਉੱਥੇ ਵੀ ਪੀਸੀ ਗਵਰਨਮੈਂਟ ਹੈ, ਠੀਕ ਹੈ ਜੀ। ਉੱਥੇ ਜੇ ਇਨਵੈਸਟਮੈਂਟ ਕਰ ਦਿੱਤੀ ਆ ਦੂਜੀਆਂ ਕੰਪਨੀਆਂ ਨੇ, ਪ੍ਰਾਈਵੇਟ ਇਨਵੈਸਟਰਸ ਨੇ ਇਨਵੈਸਟਮੈਂਟ ਕੀਤੀ ਹੈਗੀ, ਤੇ ਇੱਥੋਂ ਵਾਲੀ ਪੀਸੀ ਰੋਕਦੀ ਪਈ ਹੈ? ਨਹੀਂ, ਇੱਥੋਂ ਵਾਲੀ ਪੀਸੀ ਬਹੁਤ ਪ੍ਰਮੋਟ ਕਰ ਰਹੀ ਆ ਜਿਹਦੇ ਪ੍ਰਾਈਵੇਟ ਇਨਵੈਸਟਮੈਂਟ ਨੂੰ। ਉਹਦੇ ਕਾਰਨ ਕੀ ਹੈਗਾ ਕਿ ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, 1999 ਤੋਂ ਲੈ ਕੇ 2016 ਤੱਕ NDP ਦੀ ਗਵਰਨਮੈਂਟ ਨੇ ਰੂਲ ਕੀਤਾ ਹੈਗਾ। NDP ਜਿਹੜੀ ਹੈਗੀ ਆ ਉਹ ਬਿਜ਼ਨਸ ਨੂੰ ਬਾਹਲਾ ਪ੍ਰਮੋਟ ਨਹੀਂ ਕਰਦੀ, ਹਮੇਸ਼ਾ ਉਹ ਯੂਨੀਅਨ ਦੀ ਬੈਕ 'ਤੇ ਰਹਿੰਦੀ ਆ। ਯੂਨੀਅਨ ਦੇ ਨਾਲ ਰਲ ਕੇ ਉਹਨਾਂ ਨੇ ਟਰਾਈ ਕੀਤਾ ਕਿ ਇੰਨੀਆਂ ਕੁ ਰੈੱਡ ਟੇਪ ਲਾ ਦੇਗੇ ਕਿ ਜਿੰਨੇ ਕੁ ਮੈਨੀਟੋਬਾ ਦੇ ਵਿੱਚ ਪਹਿਲਾਂ ਬਿਜ਼ਨਸ, ਜੇ ਪੁਰਾਣੇ ਬੰਦਿਆਂ ਨਾਲ ਗੱਲ ਕਰਦੇ ਆ ਨਾ, ਉਹ ਕਹਿੰਦੇ ਇੱਥੇ ਸੀਵਿੰਗ ਦਾ ਬਿਜ਼ਨਸ ਬਹੁਤ ਜ਼ਿਆਦਾ ਸੀ, ਕੱਪੜਿਆਂ ਦੀਆਂ ਫੈਕਟਰੀਆਂ ਬਹੁਤ ਸੀਗੀਆਂ। ਉਹਨਾਂ ਨੂੰ ਇੰਨਾ ਕੁ ਤੰਗ ਕੀਤਾ ਕਿ ਉਹ, ਕਿਉਂਕਿ ਬਿਜ਼ਨਸਮੈਨ ਨੂੰ ਤਾਂ ਇਹ ਹੈਗਾ ਉਹਨੇ ਹੋਰ ਕਿਤੇ ਆਪਰਚੁਨਿਟੀ ਮਿਲੀ, ਉਹਨੇ ਚੱਕਿਆ ਪਲਾਂਟ ਤੇ ਉੱਥੇ ਜਾ ਵੜਿਆ। ਦੇਖੋ ਮੈਂ ਤੁਹਾਡੀ ਗੱਲ ਇੱਥੇ ਸਟਾਪ ਕਰ ਦੇਣੀ ਚਾਹੁੰਦਾ। ਉਹ ਇਹ ਹੈ ਕਿ ਵਰਲਡ ਵਾਈਡ ਜਿਹੜਾ ਤੁਸੀਂ ਕੱਪੜਿਆਂ ਦੀ ਬਿਜ਼ਨਸ ਦੀ ਗੱਲ ਕੀਤੀ ਹੈ, ਵਰਲਡ ਵਾਈਡ ਜਿਹੜੇ ਦੂਜੇ ਕੰਟਰੀਜ਼ ਦੇ ਨਾਲ ਸਾਡੇ ਇੰਟਰਨੈਸ਼ਨਲ ਲੈਵਲ ਦੇ ਸਮਝੌਤੇ ਹੋਏ ਆ, ਉਹਦੇ ਮੁਤਾਬਕ ਜਿਹੜੀ ਚੀਜ਼ ਤੁਸੀਂ ਕੈਨੇਡਾ ਦੇ ਵਿੱਚ ਬਣਾਓਗੇ ਜਾਂ ਵਿਨੀਪੈਗ 'ਚ ਬਣਾਓਗੇ ਕੱਪੜਾ, ਫਾਰ ਐਗਜ਼ਾਮਪਲ ਸ਼ਰਟ ਹੈ, ਕੋਟ ਹੈ, ਪੈਂਟ ਹੈ, ਕੁਛ ਹੋਰ ਚੀਜ਼ ਜਿਹੜੀ ਵੀ ਬਣਾਓਗੇ, ਉਹਦੇ ਨਾਲੋਂ ਸਸਤੀ ਸਾਨੂੰ ਬਾਹਰੋਂ ਮਿਲਦੀ ਪਈ ਹੈ, ਠੀਕ ਹੈ ਜੀ। ਇੱਥੇ ਉਹ ਬਹਾਨਾ ਕੀ ਮਾਰਦੇ, ਜਿਹੜੇ ਕੰਮ ਕਰਨ ਵਾਲੇ ਬਿਜ਼ਨਸਿਸ ਜਿਹੜੇ ਬੰਦ ਹੋ ਗਏ, ਬਹਾਨਾ ਨਹੀਂ ਕਹਿ ਲਓ, ਉਹਨਾਂ ਦੀ ਮਜਬੂਰੀ ਹੈ ਉਹਨਾਂ ਦੀ, ਜਾਂ ਉਹਨਾਂ ਦੇ ਵਿਊ ਹੈ, ਉਹ ਇਹ ਹੈ ਕਿ ਜੀ ਸਾਨੂੰ ਇੱਕ ਤਾਂ ਰਾਮ ਮਟੀਰੀਅਲ ਮਹਿੰਗਾ, ਦੂਜਾ ਲੇਬਰ ਮਹਿੰਗੀ। ਹੁਣ ਤੇ ਲੇਬਰ ਆ ਵੀ ਮਹਿੰਗੀ ਆ, ਜਿਹੜੀ $11.90 ਪਰ ਆਵਰਸ ਦੀ, ਇਹ ਵੀ ਮਹਿੰਗੀ ਆ, ਤੇ ਫਿਰ $15 ਵਾਲੀ ਸਸਤੀ ਹੈ ਜਿਹੜੀ ਅੰਟਾਰੀਓ 'ਚ। ਸੋ ਇਹ ਇਕੱਲਾ ਇਹ ਨਹੀਂ ਕਿਹਾ ਜਾ ਸਕਦਾ ਕਿ ਰਾਮ ਮਟੀਰੀਅਲ ਮਹਿੰਗਾ ਵਾ ਜਾਂ ਲੇਬਰ ਮਹਿੰਗੀ ਹੈ। ਤੁਸੀਂ ਦੇਖੋ ਹੁਣ ਜਿਹੜਾ ਕੱਪੜਾ ਤੁਸੀਂ ਬਾਹਰੋਂ ਆਉਂਦਾ, ਜੇ ਤੁਹਾਨੂੰ ਬਹੁਤ ਖੂਬਸੂਰਤ ਕੋਈ ਸ਼ਰਟ ਪਸੰਦ ਆ ਜੂ ਨਾ ਕਿਸੇ ਆਫਿਸ ਸ਼ੋਰੂਮ ਵਿੱਚ ਜਾ ਕੇ, ਤੇ ਤੁਸੀਂ ਦੇਖਦੇ ਆ ਪਸੰਦ ਆ ਗਈ, ਮੁੜ ਕੇ ਉੱਤੇ ਸਟਿੱਕਰ ਪੜ੍ਹਨ ਨੂੰ ਲਿਖਿਆ ਹੁੰਦਾ ਮੇਡ ਇਨ ਇੰਡੀਆ, ਮੇਡ ਇਨ ਬੰਗਲਾਦੇਸ਼। ਨਹੀਂ, ਇਹਦਾ ਕੁਆਲਿਟੀ ਦੀ ਗੱਲ ਆਪਾਂ ਕਰਦੇ ਹਾਂ, ਇਹਦਾ ਮਤਲਬ ਜਿਹੜੇ ਦੂਜਿਆਂ ਦੀ ਕੁਆਲਿਟੀ ਮਾੜੀ ਹੈ। ਜੇ ਸਾਡੇ ਉਹਨਾਂ ਬਿਜ਼ਨਸਿਸ ਨੇ ਕੁਆਲਿਟੀ ਨੂੰ ਮੇਨਟੇਨ ਕੀਤਾ ਹੁੰਦਾ, ਭਾਵੇਂ ਉਹ ਮਹਿੰਗਾ ਹੀ ਬਣਨਾ ਸੀ, ਥੋੜਾ ਬਣ ਜਾਂਦਾ, ਉਹਦੀ ਪ੍ਰੋਡਕਸ਼ਨ ਥੋੜੀ ਹੁੰਦੀ, ਪਰ ਮੈਂ ਇੱਥੇ ਤੁਹਾਨੂੰ ਲੋਕਾਂ ਨੇ ਉਹ ਬਾਏ ਕਰ ਲੈਣੀ ਸੀ। ਕੋਟ ਕਰਦਾ ਜੀ, ਇੱਥੇ ਹੁਣ ਆਪਣੀ ਜਿਹੜੀ ਗੂਸ ਨਾਂ ਦੀ ਕੰਪਨੀ ਹੈਗੀ ਹੈ, ਕੈਨੇਡਾ ਗੂਸ, ਰਾਈਟ, ਜੈਕਟਾਂ ਬਣਦੀਆਂ, ਉਹ ਵੀ ਤਾਂ ਵਿਨੀਪੈਗ ਤੋਂ ਆਪਰੇਟ ਹੋ ਰਹੀ ਹੈ ਨਾ। ਉਹਨਾਂ ਦਾ ਪ੍ਰੋਡਕਟ ਹੀ ਇੰਨਾ ਕੁ ਉਹਨਾਂ ਨੇ ਇੰਪਰੂਵ ਕੀਤਾ ਕਿ ਵਰਲਡ ਵਾਈਡ ਬਹੁਤ ਜ਼ਿਆਦਾ। ਬਿਲਕੁਲ ਤੁਸੀਂ ਉਹੀ ਗੱਲ ਕੀਤੀ ਜਿਹੜੀ ਮੈਂ ਕਰ ਰਿਹਾ। ਤਾਂ ਉਹਨਾਂ ਨੇ ਨਾਲ ਦੀ ਨਾਲ ਇਹ ਆ ਵੀ ਪਿਛਲੇ ਮੇਰੇ ਖਿਆਲ 2 ਸਾਲ ਪਹਿਲਾਂ ਉਹਨਾਂ ਨੇ ਪਹਿਲਾਂ ਇੱਕ ਪਲਾਂਟ ਸੀਗਾ, ਉਦੋਂ ਬਾਅਦ 2 ਵੀ ਕਰਤੇ। ਹਾਂ, 2 ਚੱਲ ਰਹੇ। ਕੈਨੇਡਾ ਗੂਸ ਦੀ ਇਸ ਟਾਈਮ ਉਹਨਾਂ ਤੋਂ ਸਪਲਾਈ ਨਹੀਂ ਦਿੱਤੀ ਜਾ ਰਹੀ ਜਿੰਨੀ ਉਹਨਾਂ ਦੀ ਮੰਗ ਹੈਗੀ ਆ। ਸੋ
ਇਦਾਂ ਦੀ ਇੰਡਸਟਰੀ ਨੂੰ ਇਨਕਰੇਜ ਕਰਨਾ ਚਾਹੀਦਾ। ਬਿਜ਼ਨਸ ਜਿੰਨੇ ਵੀ ਹੈਗੇ ਆ ਪ੍ਰਾਈਵੇਟ ਇੰਡਸਟਰੀ ਹੈਗੀ ਆ ਉਹਨੂੰ ਜ਼ਰੂਰਤ ਹੈਗੀ ਆ ਇਨਕਰੇਜ ਕਰਨਾ ਚਾਹੀਦਾ। ਅੱਛਾ, ਹੁਣ ਇਨਫਰਾਸਟ੍ਰਕਚਰ ਦੀ ਤੁਸੀਂ ਗੱਲ ਕੀਤੀ ਸੀਗੀ। ਇਨਫਰਾਸਟ੍ਰਕਚਰ ਦੇ ਵਿੱਚ ਲੋਕਲ ਲੈਵਲ ਦੀਆਂ ਸੜਕਾਂ ਜਾਂ ਹੋਰ ਚੀਜ਼ਾਂ ਜਿਹੜੀ ਇਹਦੀ ਜ਼ਿੰਮੇਵਾਰੀ ਸਿਟੀ ਦੇ ਆਉਂਦੀ ਹੈ, ਸਿਟੀ ਹਾਲ ਤੇ ਆਉਂਦੀ ਹੈ, ਸਿਟੀ ਆਫ ਵਿਨੀਪੈਗ ਕੌਂਸਲਰ ਤੇ ਆਉਂਦੀ। ਹਾਂਜੀ, ਕੌਂਸਲਰਸ ਦਾ ਹਾਲ ਤਾਂ ਇਹ ਹੈਗਾ ਕਿ ਉਹ ਤਾਂ ਟੋਏ ਪਏ ਹੁੰਦੇ ਸੜਕਾਂ ਤੇ, ਠੀਕ ਹੈ ਜੀ, ਠੱਕ ਠੱਕ ਤੁਹਾਡੀਆਂ ਗੱਡੀਆਂ ਵੱਜਦੀਆਂ ਹੈਗੀਆਂ। ਉਹ ਤਾਂ ਕਦੀ ਇਹੋ ਜਿਹਾ ਵੀ ਕੰਮ ਨਹੀਂ ਹੋਇਆ। ਮੈਂ ਇੱਕ ਸਟਰੀਟ ਦਾ ਨਾਮ ਦੱਸਦਾ ਜੀ, ਐਡਸਮ ਸਟਰੀਟ ਦੇ ਉੱਤੇ ਨੀਅਰ ਟੂ ਰੇਲਵੇ ਕ੍ਰਾਸਿੰਗ ਟੁਵਰਡਸ ਇੱਧਰ ਜਾਈਏ ਤਾਂ ਰੂਟ 90 ਵੱਲ ਨੂੰ, ਤੇ ਉੱਥੇ ਇੱਕ ਸੜਕ ਮੈਨੂੰ ਮੇਰੇ ਸਾਹਮਣੇ ਲੁੱਕ ਪਾ ਕੇ ਰਿਪੇਅਰ ਕੀਤੀ ਜਾ ਰਹੀ ਸੀ, ਖੱਡੇ ਸੀਗੇ, ਲੁੱਕ ਪਾ ਕੇ ਰਿਪੇਅਰ ਕੀਤੀ ਜਾ ਰਹੀ ਸੀ। ਮੈਂ ਤੀਜੇ ਦਿਨ ਲੰਘਿਆ, ਉੱਥੇ ਉਹ ਜਿਹੜੀ ਲੁੱਕ ਸੀ ਉਹ ਖੁੱਲ ਚੁੱਕੀ ਸੀ, ਬਜਰੀ ਨਿਕਲ ਚੁੱਕੀ ਸੀ। ਮੈਨੂੰ ਯਾਦ ਆ ਗਿਆ, ਮੈਂ ਕਿਹਾ ਇਦਾਂ ਦੇ ਟਾਂਕੇ ਟੂੰਕੇ 'ਚ ਲੱਗਦੇ ਉੱਥੇ ਵੇਖਦੇ ਆਉਂਦੇ ਸੀਗੇ, ਉਹੋ ਜਿਹਾ ਹੀ ਹਾਲ ਇੱਥੇ ਹੈਗਾ। ਸੋ ਮਤਲਬ ਇਹ ਜ਼ਿੰਮੇਵਾਰੀਆਂ ਜਿਹੜੀਆਂ ਹੁਣ ਇਹ ਵੀ ਕਾਉਂਸਲਰ ਨੂੰ ਜਾ ਕੇ ਦੱਸਿਆ ਜਾਵੇ। 100% ਜੀ। ਇਹ ਕਾਉਂਸਲਰ ਦੀ ਆਪਣੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਦੇਖੇ ਕਿ ਮੇਰੇ ਜਿੱਥੋਂ ਮੈਂ ਵੋਟਾਂ ਲਈਆਂ ਤੇ ਮੈਂ ਜਾ ਕੇ ਆਪ ਵੇਖਾਂ ਕਿ ਉੱਥੇ ਜਾਂ ਲੋਕਾਂ ਨੂੰ ਮਿਲਾਂ। ਜਦੋਂ ਇਲੈਕਸ਼ਨ ਡੇ ਹੁੰਦੇ ਆ ਉਦੋਂ ਡੋਰ ਨੋਕਿੰਗ ਹੁੰਦੀ ਹੈ, ਇੱਕ ਵਾਰੀ ਨਹੀਂ 4 ਵਾਰੀ ਹੁੰਦੀ ਹੈ। ਕਦੀ ਆਪ ਆ ਗਿਆ, ਕਦੀ ਸਪੋਰਟਰ ਆ ਗਿਆ, ਕਦੀ ਕੋਈ ਵੱਡਾ ਆ ਗਿਆ, ਕਦੀ ਕੋਈ ਛੋਟਾ, ਕਦੀ ਫੈਮਿਲੀ ਮੈਂਬਰ ਆ ਗਿਆ ਕੋਈ। ਉਹ ਆ ਕੇ ਡੋਰ ਨੋਕਿੰਗ ਕਰਦੇ ਆ ਜੀ, ਅਸੀਂ ਆ ਖੜੇ ਆ ਜੀ, ਅਸੀਂ ਇੱਦਾਂ ਸੇਵਾ ਕੀਤੀ ਜਾਂ ਇੱਦਾਂ ਸੇਵਾ ਕਰਾਂਗੇ, ਇਹੋ ਜਿਹਾ ਕੰਮ। 4 ਸਾਲ ਤਾਂ ਸੁੱਤੇ ਰਹਿੰਦੇ ਮੁੜ ਕੇ। ਉਹਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈਗਾ ਜਿਹੜੇ ਹੁਣ ਸਿਟੀ ਦੇ ਜਿਹੜੇ ਪੈਟਰੋਲਸ ਹੈਗੇ ਆ ਨਾ, ਸਿਟੀ ਦੇ ਆਪਦੀ EMPLOYE ਰੱਖੇ ਹੋਏ ਆ, ਆਪਦਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਡਿਪਾਰਟਮੈਂਟ ਉਹਨਾਂ ਦਾ ਹੈਗਾ ਉਹ ਕਰਦਾ ਹੈਗਾ। ਉਹਨਾਂ ਕੋਲ ਟੈਕਨੀਕ ਹੀ ਨਹੀਂ ਰੋਡਸ ਦੀ ਬੜੀ ਵਧੀਆ। ਇੱਕ ਮੈਂ ਹੋਰ ਵਿੱਚ ਗੱਲ ਕਰਨੀ ਚਾਹੁੰਦਾ ਜੀ, ਅਸੀਂ ਇੱਕ ਦਿਨ ਇੱਥੇ ਗੱਲ ਕਰ ਰਹੇ ਸੀਗੇ ਕਿ ਵਿਨੀਪੈਗ ਜਿਹੜਾ ਉਹ ਖਾਸ ਕਰਕੇ ਇੱਥੇ 2 ਹੀ ਮੌਸਮ ਹੁੰਦੇ ਆ। ਹਾਂਜੀ, ਇੱਕ ਵਿੰਟਰ ਮੌਸਮ, ਇੱਕ ਕੰਸਟਰਕਸ਼ਨ ਮੌਸਮ। ਮਤਲਬ ਤੁਸੀਂ ਦੇਖੋ ਵੀ ਜੇ ਗਰਮੀਆਂ ਆਉਂਦੀਆਂ ਵਾ ਤੇ ਲੋਕਾਂ ਨੂੰ ਖੁੱਲ੍ਹ ਕੇ ਥੋੜਾ ਜਿਹਾ ਸੜਕਾਂ ਤੇ ਨਿਕਲਣ ਦਾ ਮੌਕਾ ਮਿਲਦਾ, ਮੈਜੋਰਿਟੀ ਲੋਕੀ ਬਾਹਰ ਆਉਂਦੇ ਆ, ਤੇ ਜਿਹੜੀ ਮਰਜ਼ੀ ਰੋਡ ਤੇ ਚਲ ਜਾਓ, ਰੋਡ ਕਲੋਜ਼। ਮੈਂ ਉਸੇ ਗੱਲ ਤੇ ਆ ਰਿਹਾ ਸੀ ਨਾ, ਹੁਣ ਸਿਟੀ ਕੋਲੇ ਉਹਨਾਂ ਵੱਡਾ ਇਨਫਰਾਸਟ੍ਰਕਚਰ ਨਹੀਂਗਾ ਕਿ ਉਹ ਰੋਡਾਂ ਨੂੰ ਵਧੀਆ ਸਟੈਂਡਰਡ ਤੇ ਬਣਾ ਦੇਣ। ਨਹੀਂ, ਫਿਰ ਪ੍ਰਾਈਵੇਟ ਕਰਵਾ ਲੈਣਾ। ਉਹੀ ਚੀਜ਼ ਕਹਿ ਰਹੇ ਆ ਆਪਾਂ, ਪ੍ਰਾਈਵੇਟ ਕਰਵਾ ਲੈਣਾ। ਆਪਾਂ ਨੂੰ ਉੱਥੇ ਵੱਡੀਆਂ ਕੰਪਨੀਆਂ ਆਉਣ, ਜਿਹੜਾ 24 ਆਵਰ ਕੰਮ ਕਿਉਂ ਨਹੀਂ ਚੱਲਦਾ, ਕੁਆਲਿਟੀ ਆਫ ਕੰਸਟਰਕਸ਼ਨ ਹੈਗਾ ਉਹ ਵਧਾਉਣ ਦੀ ਜ਼ਰੂਰਤ ਹੈਗੀ ਆ ਕਿ ਰੋਡ ਇੱਕ ਵਾਰੀ ਬਣੇ ਕੋਈ 5-7 ਸਾਲ ਤੱਕ ਟਿਕੇ। 5-7 ਸਾਲ ਤੱਕ ਵੀ ਕੱਢ ਜਾਓ, ਪਰ ਤੁਸੀਂ ਦੇਖੋ ਨਾ ਸਾਰਾ ਸ਼ਹਿਰ ਹੀ ਪੱਟਿਆ ਹੋਇਆ। ਕਿਉਂ ਨਹੀਂ ਇੱਕ ਪਾਸਾ ਕੰਪਲੀਟ ਕਰਕੇ ਫਿਰ ਦੂਜੇ ਪਾਸੇ ਜਾਂਦੇ? ਤੁਸੀਂ ਜਿੱਧਰ ਦੀ ਮਰਜ਼ੀ, ਬੰਦਾ ਕਈ ਵਾਰੀ ਸੋਚਦਾ ਇੱਧਰ ਦੀ ਜ਼ਿਆਦਾ ਟਾਈਮ ਲੱਗ ਜਾਣਾ, ਦੂਜੇ ਪਾਸੇ ਚੱਲ ਜਾ, ਉਧਰ ਜਾਓ, ਉਧਰ ਫੇਰ ਉਹੀ ਪੰਗਾ। ਤੀਜੇ ਪਾਸੇ ਤੁਸੀਂ ਜਾਣ ਦੀ ਕੋਸ਼ਿਸ਼ ਕਰੋ, ਉੱਥੇ ਫੇਰ ਉਹੀ ਰਸਤਾ। ਕਿਉਂਕਿ ਕਈ ਮੇਰੇ ਵਰਗੇ ਨੂੰ ਰਸਤੇ ਦਾ ਪਤਾ ਹੀ ਨਹੀਂ ਹੁੰਦਾ, ਉਹ ਫਿਰ GPS ਤੇ ਭਾਲਦੇ ਵੀ ਕਿੱਥੇ ਕਿੱਧਰ ਦੀ ਲੰਘਾਂ, ਹੁਣ ਮੈਂ ਕੋਈ ਆਲਟਰਨੇਟਿਵ ਹੈਗਾ ਕਿ ਨਹੀਂ ਹੈਗਾ। ਬਹੁਤ ਵਾਰੀ ਬਹਾਨਾ ਇਹ ਬਣ ਜਾਂਦਾ ਜੀ ਕਿ ਆਪਣਾ ਵੈਦਰ ਮਾੜਾ ਇੱਥੇ ਕਰਕੇ ਰੋਡ ਕਰੈਕ ਹੋ ਜਾਂਦੀ, ਰਾਈਟ? ਅਮਰੀਕਾ ਗੁਆਂਢ ਆਪਣੇ। ਨਹੀਂ, ਮੈਂ ਉਹੀ ਤੁਹਾਨੂੰ ਐਕਸਪਲੇਨ ਕਰਦਾ ਨਾ, ਵੀ ਕਿਉਂਕਿ ਸ਼ਿਕਾਗੋ ਸਿਟੀ ਹੈਗੀ ਹੈ, ਉੱਥੇ ਵੀ ਤਾਂ ਵੈਦਰ ਆਪਣੇ ਵਰਗਾ ਹੀ ਆ, ਉਹਨਾਂ ਦੀਆਂ ਰੋਡਸ ਵੀ। ਨਹੀਂ ਤੇ ਕੈਲਗਰੀ ਸਨੋ ਘੱਟ ਪੈਂਦੀ, ਐਡਮੰਟਨ ਕਿਹੜਾ ਘੱਟ ਪੈਂਦੀ, ਕਿਉਂਕਿ ਉਹਨਾਂ ਕੋਲੇ ਬੈਟਰ ਜਿਹੜੀ ਟੈਕਨੀਕ ਹੈਗੀ ਆ ਰੋਡ ਬਣਾਉਣ ਦੀ, ਉਹ ਹੈਗੀ ਆ। ਉਹ ਸਿਟੀ ਨਹੀਂ ਬਣਾ ਸਕਦੀ ਉਸ ਲੈਵਲ ਤੇ, ਪ੍ਰਾਈਵੇਟ ਸੈਕਟਰ ਨੂੰ ਲੈ ਕੇ ਆਉਣਾ ਪੈਣਾ। ਸੁਖ ਜੀ, ਜਵਿੰਦਰ ਜੀ, ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ, ਇਹਦਾ ਗੱਲਬਾਤ ਦਾ ਮਕਸਦ ਕਿਸੇ ਨੂੰ ਕ੍ਰਿਟੀਸਾਈਜ਼ ਇਸ ਤਰੀਕੇ ਨਾਲ ਕਰਨਾ ਨਹੀਂ ਹੈਗਾ ਕਿ ਮੈਂ ਪਹਿਲਾਂ ਜਿਵੇਂ ਕਿਹਾ ਲੱਗਿਆ ਅਸੀਂ ਕਟਹਿਰੇ 'ਚ ਨਹੀਂ ਖੜਾ ਕਰਦੇ ਪਏ। ਅਸੀਂ ਉਹਨਾਂ ਨੂੰ ਟਣਕਾਰ ਦਿੰਦੇ ਹਾਂ ਕਿ ਭਾਈ ਤੁਹਾਡੀਆਂ ਰਿਸਪੌਂਸੀਬਿਲਟੀਜ਼ ਹੈਗੀਆਂ, ਜੇ ਤੁਸੀਂ ਉਹ ਰਿਸਪੌਂਸੀਬਿਲਟੀਜ਼ ਜਿਹੜੀਆਂ ਟੁਵਰਡਸ ਪਬਲਿਕ, ਲੋਕਾਂ ਦੇ ਬਾਰੇ ਤੁਹਾਡੀ ਜ਼ਿੰਮੇਵਾਰੀ ਹੈਗੀ ਹੈ, ਤੁਸੀਂ ਨਹੀਂ ਨਿਭਾਓਗੇ ਤਾਂ ਲੋਕ ਤੁਹਾਨੂੰ ਰਸਤੇ 'ਚ ਰੋਕ ਕੇ ਪੁੱਛਿਆ ਕਰਨਗੇ, ਫਿਰ ਦਿੱਕਤ ਆਊਗੀ। ਫਿਰ ਤੁਹਾਨੂੰ ਲੱਗੂਗਾ ਕਿ ਲੋਕ ਜਿਹੜੇ ਆ ਉਹ ਇਰੀਟੇਟ ਹੋ ਗਏ, ਐਜੀਟੇਟਰ ਹੋ ਗਏ, ਫਿਰ ਤੁਸੀਂ ਇਹਨਾਂ ਬਾਰੇ ਕੋਈ ਲੋਕਾਂ ਬਾਰੇ ਕੁਝ ਹੋਰ ਕਹੋਗੇ। ਉਹ ਮੈਂ ਹੁਣ ਉਧਰ ਦੀ ਗੱਲ ਲੱਗਾ ਜੀ, ਇੰਡੀਆ ਦੀ ਕਰਨ। ਇੰਡੀਆ ਵਿੱਚ ਕਿਸਾਨਾਂ ਨੂੰ ਕਹਿੰਦੇ ਆ ਕਿ ਮਤਲਬ ਗੌਰਮੈਂਟ ਕਹਿੰਦੀ ਆ ਕਿ ਇਹ ਅਰਬਨ ਨਕਸਲ ਹੈਗੇ, ਜਿਹੜੇ ਇੱਕ ਰੇਲਾਂ ਰੋਕ ਕੇ ਬੈਠੇ। ਇਹਦੀ ਇੱਥੋਂ ਦੇ MLA ਜਾਂ MP ਕਿਹਾ ਕਰਨਗੇ ਫਿਰ, ਠੀਕ ਹੈ ਜੀ। ਇਹ ਨਹੀਂ ਚਾਹੀਦਾ ਅਸਲ ਵਿੱਚ। ਜੇ ਅੱਜ ਤੋਂ ਮੀਡੀਆ ਦੇਖੋ ਜੀ, ਮੈਂ ਸਾਫ਼ ਸਪਸ਼ਟ ਸ਼ਬਦਾਂ 'ਚ ਕਹਿਣਾ ਚਾਹੁੰਦਾ, ਵਿਨੀਪੈਗ 'ਚ ਮੀਡੀਆ ਇੰਨਾ ਐਕਟਿਵ ਨਹੀਂ ਸੀ ਪਹਿਲਾਂ। ਅੱਜ 3-4 ਰੇਡੀਓ ਸਟੇਸ਼ਨ ਹੈਗੇ ਆ, ਉਹ ਆਪਣਾ ਫਰਜ਼ ਨਿਭਾ ਰਹੇ ਆ, ਪੂਰਾ ਜ਼ਿੰਮੇਵਾਰੀ ਨਾਲ ਨਿਭਾ ਰਹੇ ਆ ਆਪਣੀ ਕਮਿਊਨਿਟੀ ਦੇ ਵਿੱਚ। 3-4 ਆਪਣੀ ਕਮਿਊਨਿਟੀ, ਅਦਰਵਾਈਜ਼ ਤਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ। ਸਾਡੀ ਕਮਿਊਨਿਟੀ ਦੇ ਵਿੱਚ ਸਾਡੀ ਗੱਲ ਜਾਂਦੀ, ਦੂਜੇ ਜਿਹੜਾ ਹੈਗਾ ਵਾ ਮੀਡੀਆ, ਉਹ ਸ਼ਾਇਦ ਸਾਡੀ ਗੱਲ ਸੁਣਦਾ ਵੀ ਨਹੀਂ, ਜਾਂ ਸਾਨੂੰ ਉੱਥੇ ਸੁਣਾਉਣੀ ਨਹੀਂ ਆਉਂਦੀ। ਇਹ ਵੀ ਫਰਕ ਹੈਗਾ, ਆਪਣੀ ਕਮਜ਼ੋਰੀ ਦਾ ਆਪਾਂ ਨੂੰ ਪਤਾ। ਹੁਣ ਉਸ ਤੋਂ ਬਾਅਦ ਸੋਸ਼ਲ ਮੀਡੀਆ ਬੜਾ ਐਕਟਿਵ ਹੈਗਾ। ਛੋਟੀ ਜੀ ਗੱਲ ਹੁੰਦੀ, ਤੁਸੀਂ ਪੋਸਟ ਪਾਓ, ਉਸੇ ਵੇਲੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ, ਚੰਗੇ ਜਾਂ ਮਾੜੇ, ਠੀਕ ਹੈ ਜੀ।
ਹੁਣ ਉਹਨਾਂ ਜ਼ਿੰਮੇਵਾਰ ਬੰਦਿਆਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦਊਗਾ ਕੋਈ ਵੀ। ਅੱਗੇ ਹੁੰਦਾ ਸੀਗਾ ਵੀ ਕਿਸੇ ਨੂੰ ਕਿਹੜਾ ਪਤਾ ਲੱਗਦਾ, ਹੁਣ ਤਾਂ ਪਤਾ ਲੱਗਦਾ ਝੱਟ। ਹੁਣ ਤਾਂ ਜਿਹੜੀ ਕਿਸੇ ਵੀ ਘਟਨਾ ਦਾ ਝੱਟ ਪਤਾ ਲੱਗ ਜਾਂਦਾ ਔਰ ਲੋਕੀ ਜਵਾਬ ਮੰਗਦੇ। ਇਹ ਨਾ ਹੋਵੇ ਕਿ ਜਵਾਬ ਦੇਣਾ ਔਖਾ ਹੋ ਜਾਏ, ਆਪੋ ਆਪਣੀ ਜ਼ਿੰਮੇਵਾਰੀਆਂ ਸਮਝਣ ਦੀ ਲੋੜ ਹੈ। ਐਪੀ ਸਿੰਘ ਜੀ, ਇੱਥੇ ਮੈਂ ਤੁਹਾਡੀ ਗੱਲ ਨਾਲ ਐਡ ਕਰੂੰਗਾ ਕਿ ਆਪਾਂ ਨੂੰ ਆਪਣੀ ਸਾਈਕੋਲੋਜੀ ਚੇਂਜ ਕਰਨ ਦੀ ਜ਼ਰੂਰਤ ਆ। ਪਹਿਲੀ ਗੱਲ ਤਾਂ ਆਪਾਂ ਜਿਹੜੇ ਆਪਣੇ ਇਲੈਕਟਡ ਮੈਂਬਰ ਹੈਗੇ, ਜੋ ਵੀ MLA MP, ਪਹਿਲਾਂ ਤਾਂ ਉਹਨਾਂ ਨੂੰ MP ਸਾਹਿਬ, MLA ਸਾਹਿਬ, ਚਲੋ ਇੱਜ਼ਤ ਨਾਲ ਕਹਿੰਦੇ ਆ, ਕੋਈ ਮਾੜੀ ਗਲਤ ਨਹੀਂ ਮੇਰਾ ਖਿਆਲ। ਨਹੀਂ, ਪਰ ਸਾਹਿਬ ਵਾਲੀ ਜਿਹੜੀ ਸਾਈਕੋਲੋਜੀ ਹੈ ਨਾ, ਉਹ ਗੁਲਾਮੀ ਜਿਹੜੀ ਆਪਣੇ ਪੁਰਾਣਾ ਇੰਡੀਆ ਦੀ ਸਿਸਟਮ ਕੀ ਹੈਗਾ, ਇੰਡੀਆ ਪਹਿਲਾਂ ਮੋਸਟਲੀ ਗੁਲਾਮ ਹੀ ਰਿਹਾ। ਪਹਿਲਾਂ ਮੁਗਲਾਂ ਦਾ, ਉਦੋਂ ਬਾਅਦ ਗੋਰਿਆਂ ਦਾ ਲਿਆ। ਦੇਖੋ ਪਤਾ ਕੀ ਹੈ, ਇੱਥੇ ਤੁਸੀਂ ਮੈਨੂੰ ਸਮਝ ਆ ਰਹੀ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਗੱਲ ਸੋ ਆਪਾਂ ਇੱਥੇ ਟੀਚਰ ਨੂੰ ਵੀ ਤਾਂ ਨਾਂ ਲੈ ਕੇ ਬੁਲਾਇਆ ਜਾਂਦਾ, ਠੀਕ ਹੈ ਨਾ ਜੀ, ਵੀ ਆਪਾਂ ਸਾਹਿਬ ਵਾਲਾ ਪਹਿਲਾਂ ਜਿਹੜਾ ਫੰਡਾ ਹੈਗਾ ਉਹਨੂੰ ਖਤਮ ਕਰ ਦਈਏ। ਅਸੀਂ ਤਾਂ ਉੱਥੇ ਸਰਜੀ ਕਰਦੇ। ਹਾਂਜੀ, ਉਹਨਾਂ ਨੂੰ ਜਿਹੜੇ ਵੀ ਇਲੈਕਟਡ ਬੰਦੇ ਹੈਗੇ ਆ, ਚਾਹੇ ਉਹ MLA ਆ ਚਾਹੇ MP ਆ, ਉਹਨਾਂ ਨੂੰ ਰਿਸਪੌਂਸੀਬਲ ਬਣਾਈਏ ਕਿ ਜਿਹੜੇ ਕੰਮ ਲਈ ਤੁਹਾਨੂੰ ਇਲੈਕਟ ਕੀਤਾ ਜੀ, ਉਹ ਕੰਮ ਸਾਡੇ ਜਿਹੜੇ ਹੈਗੇ ਆ ਸੋਸਾਇਟੀ ਦੇ ਉਹ ਕਰੋ। ਆਪਾਂ ਇਹ ਨਹੀਂ ਕਹਿੰਦੇ ਵੀ ਪੰਜਾਬੀ ਕਮਿਊਨਿਟੀ ਦੇ ਹੈਗੇ, ਐਨੀਵਨ ਜਿਹੜਾ ਵੀ ਹੈਗਾ ਸੋਸਾਇਟੀ। ਜਿਉਂਦਾ ਜੀ, ਮੈਨੂੰ ਲੱਗਦਾ ਕਿ ਜਿਹੜਾ ਟੌਪਿਕ ਸ਼ੁਰੂ ਕੀਤਾ ਸੀਗਾ ਕਿ ਕੁਝ ਪ੍ਰੋਬਲਮਸ ਜਿਹੜੀਆਂ, ਕੁਝ ਲੋਕਲ ਮਸਲੇ ਜਿਹੜੇ ਹੈਗੇ ਆ, ਇਹਨਾਂ ਤੇ ਧਿਆਨ ਦਵਾਇਆ ਜਾਵੇ। ਜ਼ਿੰਮੇਵਾਰ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਸਾਡੇ, ਪੋਲੀਟੀਕਲ ਰਿਪਰੈਜ਼ੈਂਟੇਟਿਵ, ਚਾਹੇ ਉਹ ਸਿਟੀ ਵਿੱਚ ਹੈ, ਚਾਹੇ ਉਹ ਪ੍ਰੋਵਿੰਸ ਵਿੱਚ ਹੈ, ਚਾਹੇ ਉਹ ਫੈਡਰਲ 'ਚ ਹੈਗੇ। ਅਸੀਂ ਕਾਫੀ ਗੱਲਾਂ ਆਪਣੀ ਗੱਲਬਾਤ ਦੇ ਵਿੱਚੋਂ ਪੁਆਇੰਟ ਆਊਟ ਕਰ ਲਈਆਂ ਹੈਗੀਆਂ। ਕੋਈ ਗੱਲਾਂ ਰਹਿ ਗਈਆਂ ਹੋਈ ਤਾਂ ਆਪਾਂ ਅਖੀਰਲੇ ਕੁਝ ਮਿੰਟਾਂ 'ਚ ਕਰ ਲਈਏ। ਰਹਿ ਤੇ ਐਕਚੁਅਲੀ ਜਦੋਂ ਮੈਂ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਸੀ, ਕਾਫੀ ਮੇਰੇ ਦਿਮਾਗ 'ਚ ਆਈਆਂ ਕਿ ਬਹੁਤ ਸਾਰੀਆਂ ਹੈਗੀਆਂ ਜੀ। ਇੰਪਲੋਇਮੈਂਟ ਦਾ ਮਸਲਾ ਤੁਸੀਂ ਕਵਰ ਅਪ ਕੀਤਾ ਹੈਗਾ, ਇਨਫਰਾਸਟ੍ਰਕਚਰ ਦਾ ਕੀਤਾ, ਰੋਡਸ ਦਾ ਕੀਤਾ, ਬੈਕ ਲੇਨ ਦੀ ਕੰਡੀਸ਼ਨ ਜਿਹੜੀ ਹੈ ਉਹ ਖਰਾਬ ਹੈ, ਇੰਪਲੋਇਮੈਂਟ ਤੇ ਇੰਡਸਟਰੀ ਵਗੈਰਾ ਜਿਹੜੀ ਹੈ ਉਹ ਆ। ਹੁਣ ਜਿਹੜਾ ਪ੍ਰੈਜ਼ੈਂਟ ਔਨਗੋਇੰਗ ਸਿਚੁਏਸ਼ਨ ਚੱਲ ਰਹੀ ਹੈ ਕੋਵਿਡ ਕਰਕੇ, ਜਿਹੜੀ ਬੜੀ ਅਨਸਰਟਨ ਹੈਗੀ ਹੈ, ਜਿੱਦਾਂ ਅਸੀਂ ਸਾਨੂੰ ਕਿ ਸ਼ਾਇਦ 5-6 ਮਹੀਨੇ ਬਾਅਦ ਮੁੜਾ ਪੈ ਜਾਏਗਾ, ਉਹ ਫਿਰ ਵੰਸ ਅਗੇਨ ਇੱਕ ਵਿਸ਼ਾਲ ਡਿਫਰੈਂਟ ਰੂਪ 'ਚ ਆ ਰਹੀ ਹੈ। ਮੈਂ ਇਹ ਸਮਝਦਾ ਕਿ ਇਹਦੇ ਬਾਰੇ 'ਚ ਕਿ ਇਹਦੇ ਫਾਲੋਆਊਟ ਕੀ ਹੋਣਗੇ ਆਫਟਰ 3-4-5 ਮਹੀਨੇ ਬਾਅਦ। ਜਿਹੜੀ ਰੀਅਲ ਸਟੇਟ ਹੈ ਜਾਂ ਇਨਫਰਾਸਟ੍ਰਕਚਰ ਹੈ ਜਾਂ ਇੰਪਲੋਇਮੈਂਟ ਹੈ, ਐਜੂਕੇਸ਼ਨ ਸਿਸਟਮ ਹੈ, ਉਹ ਕਿੱਦਾਂ ਦਾ ਰੂਪ ਧਾਰਨ ਕਰੇਗੀ, ਉਹਦੇ ਵਾਸਤੇ ਇੱਕ ਪਾਲਿਸੀ ਬਣਾਉਣ ਦੀ ਲੋੜ ਹੈਗੀ ਹੈ, ਪਲਾਨ ਹੋਣਾ ਚਾਹੀਦਾ। ਹਾਂਜੀ। ਔਰ ਦੂਜੀ ਗੱਲ ਤੁਹਾਨੂੰ ਯਾਦ ਹੋਏਗੀ, ਕੁਝ ਦਿਨ ਪਹਿਲਾਂ ਆਪਾਂ ਇੱਕ ਸੋਸ਼ਲ ਮੀਡੀਆ ਤੇ ਐਕਟਿਵ ਇੱਕ ਖਬਰ ਦੀ ਗੱਲ ਕਰ ਰਹੇ ਸੀ ਕਿ 12 ਲੱਖ ਬੰਦੇ 3 ਸਾਲ 'ਚ ਆ ਰਹੇ ਨੇ ਇੱਥੇ ਕੈਨੇਡਾ 'ਚ। ਤੇ ਆਪਾਂ ਕੈਲਕੂਲੇਟ ਕਰਕੇ ਦੇਖਿਆ ਸੀ ਕਿ ਜੇ ਜਿੰਨੀ ਐਲੋਕੇਸ਼ਨ ਮੈਨੀਟੋਬਾ ਨੂੰ ਹੋਈ ਹੈ, ਉਸ ਹਿਸਾਬ ਨਾਲ ਪਰ ਡੇ 200 ਬੰਦਾ ਆਏਗਾ। 200 ਠੀਕ ਹੈ ਜੀ। ਹੁਣ ਜਦੋਂ ਤੁਸੀਂ ਸੈਂਟਰ ਪੋਰਟ ਦੀ ਗੱਲ ਕੀਤੀ, ਤੁਸੀਂ ਕਿਹਾ ਜੀ ਕਿ 200 ਬੰਦਿਆਂ ਨੂੰ ਇੰਪਲੋਇਮੈਂਟ ਮਿਲੇਗੀ, ਇੱਕ ਬਹੁਤ ਵੱਡਾ ਪ੍ਰੋਜੈਕਟ ਆ ਰਿਹਾ ਹੈਗਾ। ਲੇਕਿਨ ਇੱਥੇ ਤੇ ਜਿਹੜੀ ਕੈਲਕੂਲੇਸ਼ਨ ਉਹਨਾਂ ਨੇ ਅਨਾਉਂਸ ਕੀਤੀ ਹੈ, 200 ਬੰਦਾ ਪਰ ਡੇ ਇੱਥੇ ਉਤਰਿਆ ਕਰੇਗਾ। ਉਹਦੇ ਵਾਸਤੇ ਇੰਪਲੋਇਮੈਂਟ, ਉਹਦੇ ਵਾਸਤੇ ਰਹਿਣ ਦਾ ਬੰਦੋਬਸਤ, ਖਾਣ ਪੀਣ ਦਾ, ਹਸਪੀਟਲ, ਸਕੂਲ, ਉਹਦੇ ਵਾਸਤੇ ਸੋਚਣ ਦੀ ਲੋੜ ਹੈ ਕਿ ਅਨਾਉਂਸਮੈਂਟ ਵੈਦਰ ਇਟਸ ਅ ਪੋਲੀਟੀਕਲ ਅਨਾਉਂਸਮੈਂਟ, ਕਿ ਇਹਦਾ ਕੋਈ ਜਿਹੜਾ ਪ੍ਰੋਪਰ ਹੋਮਵਰਕ ਵੀ ਤਿਆਰ ਕੀਤਾ ਕਿਸੇ ਨੇ ਕਿ ਨਹੀਂ, ਹੋਮਵਰਕ ਹੋਇਆ, ਇਹ ਪੁੱਛਣਾ ਚਾਹੀਦਾ। ਮੈਨੂੰ ਨਹੀਂ ਪਤਾ। ਇੱਕ ਮੈਂ ਸੁਖ ਜੀ ਤੁਹਾਡੇ ਕੋਲੋਂ ਪੁੱਛਣੀ ਚਾਹੁੰਦਾ, ਇੱਕ ਬੜੀ ਚਰਚਿਤ ਗੱਲ ਹੈਗੀ ਆ ਜਿਹਦੇ ਬਾਰੇ ਮੈਂ ਧਿਆਨ ਤੁਹਾਡਾ ਦਿਵਾਉਣਾ ਚਾਹੁੰਦਾ, ਉਹ ਚੀਫ ਪੈਗੋਸ ਦੀ ਗੱਲ ਹੈ। ਉਹ ਉੱਥੇ ਚੀਫ ਪੈਗੋਸ ਬਸ ਉਸ ਮੇਨ ਸਟਰੀਟ ਤੇ ਜਾ ਕੇ ਸਟਾਪ ਲੱਗ ਗਿਆ, ਉਹ ਅੱਗੇ ਕਿਉਂ ਨਹੀਂ ਆ ਰਹੀ? ਔਰ ਜ਼ਿੰਮੇਵਾਰ ਕੌਣ ਆ, ਸਿਟੀ ਕਿ ਪ੍ਰੋਵਿੰਸ? ਜਿਹੜਾ ਚੀਫ ਪੈਗੋਸ ਆ, ਮੇਰੇ ਖਿਆਲ ਫੰਡਿੰਗ ਇਹਨੂੰ ਤਿੰਨੋਂ ਲੈਵਲ ਤੇ ਹੋਣੀ ਆ। ਫੈਡਰਲ ਦੀ ਵੀ ਫੰਡਿੰਗ ਹੈਗੀ ਆ, ਪ੍ਰੋਵਿੰਸ ਦੀ ਵੀ ਆ, ਤੇ ਦੈਨ ਸਿਟੀ ਦੀ ਵੀ ਆ। ਪਰ ਜਿਹੜੀ ਰਿਸਪੌਂਸਿਬਿਲਿਟੀ ਹੈਗੀ ਆ ਇਹਨੂੰ ਬਣਾਉਣ ਦੀ, ਉਹ ਸਿਟੀ ਦੀ ਆ। ਹਾਲੇ ਤੱਕ ਮੇਰੇ ਖਿਆਲ 'ਚ ਡਰਾਇੰਗਾਂ ਦੇ ਕੰਮ ਚੱਲ ਰਿਹਾ। ਅੱਛਾ, ਡਰਾਇੰਗਸ ਤੇ ਦੇਖੋ, ਟੂ ਬੀ ਆਨੈਸਟ 2-3 ਸਾਲ ਹੋ ਗਏ, 1.5 ਸਾਲ ਹੋ ਗਿਆ ਡਰਾਇੰਗਸ ਹੋ ਗਈ। ਮੈਂ ਉੱਥੇ ਮੀਟਿੰਗ 'ਚ ਗਿਆ ਸੀ, ਸ਼ਾਇਦ ਪਬਲਿਕ ਹੀਅਰਿੰਗ 2 ਵਾਰੀ ਹੋਈ। ਹਾਂ, 2 ਵਾਰੀ ਹੋ ਗਈ। ਪਰ ਇਹਦੇ ਤੇ ਆਪਾਂ ਨੂੰ ਸਿਟੀ ਨੂੰ ਰਿਸਪੌਂਸਿਬਲ ਬਣਾਉਣ ਦੀ ਲੋੜ ਹੈਗੀ ਆ। ਨਹੀਂ, ਸਿਟੀ ਨੂੰ ਆਪਾਂ ਮਤਲਬ ਹੁਣ ਇਹ ਆਪਣੇ ਇਸ ਮੀਡੀਆ ਰਾਹੀਂ ਕਹਿ ਸਕਦੇ ਨਾ ਜੀ ਕਿ ਜਿਹੜੇ ਵੀ ਸਿਟੀ ਦੇ ਵਿੱਚ ਰਿਪਰੈਜ਼ੈਂਟੇਟਿਵ ਬੈਠੇ ਸਾਡੇ ਕਾਉਂਸਲਰ ਹੈਗੇ ਆ, ਮੈਂ ਕਿਸੇ ਇੱਕ ਪਾਰਟਿਕੂਲਰ ਕਾਉਂਸਲਰ ਦਾ ਨਾਂ ਨਹੀਂ ਕੋਟ ਕਰਦਾ, ਸਾਰੇ ਕਾਉਂਸਲਰ, ਉਹ ਜਦੋਂ ਚੀਫ ਪੈਗੋਸ ਨੇ ਟੱਚ ਕਰਨਾ ਜਾ ਕੇ ਰੂਟ 90 ਨੂੰ, ਉਦੋਂ ਕਿਸੇ ਇੱਕ ਏਰੀਏ ਦੀ ਗੱਲ ਨਹੀਂ ਹੈ। ਅਸਲ ਵਿੱਚ ਤਾਂ ਦੇਖੋ ਚੀਫ ਪੈਗੋਸ ਕਿੱਥੋਂ ਸ਼ੁਰੂ ਹੁੰਦੀ, ਉਹਨੇ ਉਹ ਸਾਰਾ ਇੱਕ ਏਰੀਆ ਹੀ ਕਵਰ ਕਰ ਜਾਣਾ, ਲੋਕਾਂ ਨੂੰ ਫਾਸਟ ਕਰ ਦੇਣਾ, ਫਾਸਟ ਟਰੈਕ ਤੇ ਪਹੁੰਚਾਇਆ ਕਰਨਾ। ਔਰ ਉਹ ਛੋਟੀ ਜੀ ਗੱਲ ਜੇ ਅੜਿਆ ਪਿਆ ਹੋਵੇ ਕੰਮ, ਤੇ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਚੀਫ ਪੈਗੋਸ ਤੋਂ ਪਹਿਲਾਂ ਇੱਕ ਪ੍ਰੋਬਲਮ ਹੋਰ ਵੀ ਜਿਹੜੀ ਵਿਨੀਪੈਗ 'ਚ ਕ੍ਰੀਏਟ ਹੋ ਰਹੀ ਹੈ, ਜਿਹੜਾ ਆਪਣਾ ਸੂਵਰ ਟ੍ਰੀਟਮੈਂਟ ਪਲਾਂਟ ਹੈ, ਉਹ ਕਪੈਸਿਟੀ ਤੋਂ ਓਵਰ ਰਨ ਕਰ ਰਿਹਾ, ਸਿਟੀ ਫੈਲ ਰਿਹਾ ਚਾਰੇ ਪਾਸੇ। ਜਿਹੜੀ ਫਰਦਰ ਜਿਹੜੀਆਂ
ਡਿਵੈਲਪਮੈਂਟਸ ਆਉਣੀਆਂ ਉਹ ਤਾਂ ਹੀ ਪੋਸੀਬਲ ਹੈਗੀਆਂ। ਇੰਨਾ ਬੰਦਾ ਤੁਸੀਂ ਕਿਹਾ ਜਿੱਦਾਂ ਕੋਟ ਕੀਤਾ ਵੀ ਇੰਨਾ ਬੰਦਾ ਆ ਰਿਹਾ, ਉਹਨਾਂ ਨੂੰ ਘਰ ਵੀ ਚਾਹੀਦੇ ਆ। ਉਹਦੇ ਲਈ ਜਿਹੜਾ ਇਹਨਾਂ ਨੇ ਪਲਾਨ ਬਣਾਇਆ ਹੈਗਾ 2028 ਤੱਕ $1 ਬਿਲੀਅਨ ਪਲੱਸ ਦਾ ਜਿਹੜਾ ਫੰਡ ਹੈਗਾ, ਉਹਦੇ 'ਚ $400 ਮਿਲੀਅਨ ਪ੍ਰੋਵਿੰਸ ਨੇ ਵੀ ਦੇਣਾ ਹੈਗਾ, ਫੈਡਰਲ ਨੇ ਵੀ ਦੇਣਾ ਹੈਗਾ। ਉਹਦੇ 'ਤੇ ਸਿਟੀ ਵਰਕਆਊਟ ਹੁਣ ਕਰ ਰਿਹਾ। ਸਿਟੀ ਵੀ ਬੜੀ ਆ, ਆਪਾਂ ਇਹ ਨਹੀਂ ਕਹਿੰਦੇ ਵੀ ਉਹ ਨਹੀਂ ਬੜੀ ਹੈਗੇ। ਉਹਨਾਂ ਨੇ ਹੁਣ ਕੱਲ੍ਹ ਹੀ ਮੈਂ ਪੜ੍ਹ ਰਿਹਾ ਸੀਗਾ ਵੀ ਆਹ ਪਲਾਨ ਹੈਗਾ। ਉਸ ਤੋਂ ਬਾਅਦ ਤਾਂ ਹੀ ਇਨਫਰਾਸਟਰਕਚਰ ਪੋਸੀਬਲ ਹੈਗਾ ਜੇ ਇੱਦਾਂ ਦੇ ਪਹਿਲਾਂ ਆਪਾਂ ਨੂੰ ਟ੍ਰੀਟਮੈਂਟ ਪਲਾਂਟ ਹੈਗੇ ਤੇ ਉਹਨਾਂ ਨੂੰ ਇੱਕ ਮਸਲਾ ਸਿੱਧੇ ਜਾਂ ਸਿੱਧੇ ਤੌਰ ਤੇ ਜਵੰਦਾ ਇਹਨਾਂ ਵੀ ਜੁੜਿਆ, ਤੁਹਾਡੇ ਨਾਲ ਜੁੜਿਆ, ਚਲੋ ਕਿਸੇ ਹੱਦ ਤੱਕ ਮੇਰੇ ਨਾਲ ਵੀ ਜੁੜਿਆ, ਪ੍ਰੋਫੈਸ਼ਨਲ ਵਾਈਜ਼ ਦੀ ਆਪਾਂ ਗੱਲ ਕਰੀਏ। ਹਾਂਜੀ, ਉਹ ਹੈਗਾ ਜੀ ਜਿਹੜੀ ਇੱਕ ਸੀਗੀ ਫੀਸ ਲਈ ਜਾਂਦੀ, ਇੰਪੈਕਟ ਫੀਸ, ਉਹ ਲਈ ਜਾਂਦੀ ਸੀਗੀ ਨਵੀਂ ਜਿੱਥੇ ਡਿਵੈਲਪਮੈਂਟ ਹੁੰਦੀ ਹੈ। ਹਾਂਜੀ, ਠੀਕ ਹੈ ਜੀ। ਇਸ ਨਾਂ ਹੇਠ ਲਈ ਜਾਂਦੀ ਸੀ ਕਿ ਡਿਵੈਲਪਮੈਂਟ ਕਰਨੀ ਹੈਗੀ। ਡਿਵੈਲਪਮੈਂਟ ਤਾਂ ਵੈਸੇ ਵੀ ਹੁੰਦੀ ਹੈ, ਡਿਵੈਲਪਮੈਂਟ ਜਾਂ ਡਿਵੈਲਪਰ ਕਰਦਾ ਜਾਂ ਫਿਰ ਸਿਟੀ ਜਦੋਂ ਟੇਕ ਓਵਰ ਕਰ ਲੈਂਦੀ ਉਸ ਤੋਂ ਬਾਅਦ ਜ਼ਿੰਮੇਵਾਰੀ ਸਿਟੀ ਦੀ ਹੋ ਜਾਂਦੀ। ਹਾਂਜੀ, ਉਹ ਇੰਪੈਕਟ ਫੀਸ ਜਿਹੜੀ ਸੀਗੀ ਕੋਰਟ ਵਿੱਚ ਕੇਸ ਚਲਾ ਗਿਆ, ਕੋਰਟ ਨੇ ਕਹਿਤਾ ਕਿ ਤੁਸੀਂ ਨਹੀਂ ਲੈ ਸਕਦੇ। ਠੀਕ ਹੈ ਜੀ। ਹੁਣ ਸਿਟੀ ਨੇ ਕਹਿਤਾ, ਸਿਟੀ ਨੇ ਕਹਿਤਾ ਕਿ ਅਸੀਂ ਇਹਨੂੰ ਚੈਲੰਜ ਵੀ ਨਹੀਂ ਕਰਨਾ, ਇਸ ਡਿਸੀਜ਼ਨ ਨੂੰ ਚੈਲੰਜ ਨਹੀਂ ਕਰਨਾ, ਸਗੋਂ ਕੋਰਟ ਦੇ ਆਰਡਰ ਮੁਤਾਬਕ ਵਿਦ ਇੰਟਰਸਟ ਅਸੀਂ ਵਾਪਸ ਕਰ ਦੇਣੀ। ਤੁਸੀਂ ਕੀ ਸਮਝਦੇ ਹੋ, ਸਿਟੀ ਦਾ ਪਹਿਲਾ ਫੈਸਲਾ ਗਲਤ ਸੀ ਕਿ ਹੁਣ ਵਾਲਾ ਫੈਸਲਾ ਗਲਤ ਹੈ? ਇੰਪੈਕਟ ਫੀਸ ਵੈਸੇ ਤਾਂ ਇੱਕ ਪਾਰਸ਼ੀਅਲਟੀ ਸੀਗੀ ਕਿਉਂਕਿ ਪਾਰਟਿਕੂਲਰ ਇੱਕ ਬ੍ਰਾਂਡ ਨੂੰ ਘਰ ਜਿਹੜਾ ਨਵੀਂ ਡਿਵੈਲਪਮੈਂਟ ਨਵੇਂ ਏਰੀਏ 'ਚ ਉਹਦੇ ਤੇ ਹੀ ਲੱਗਦੀ ਸੀਗੀ। ਸਿਟੀ ਨੇ ਇਹ ਕਿਹਾ ਸੀਗਾ ਵੀ ਅਸੀਂ ਇਨਫਰਾਸਟ੍ਰਕਚਰ ਡਿਵੈਲਪ ਕਰਨਾ, ਪਰ ਜਿਹੜਾ ਮੋਸਟਲੀ ਜਿਹੜਾ ਨਵੀਂ ਡਿਵੈਲਪਮੈਂਟ ਹੁੰਦੀ ਆ ਉਹਦਾ ਇਨਫਰਾਸਟ੍ਰਕਚਰ ਉਹ ਡਿਵੈਲਪਰ ਤੋਂ ਹੀ ਕਰਾਇਆ ਜਾਂਦਾ। ਤੇ ਸਿਟੀ ਨੂੰ ਕੀ ਹੁੰਦਾ, ਉਹਦੇ ਤੋਂ ਪਹਿਲੇ ਦਿਨ ਤੋਂ ਜਦੋਂ ਤੋਂ ਲਾਟ ਬਣ ਜਾਂਦੇ ਹੈਗੇ ਆ ਉਸੇ ਦਿਨ ਤੋਂ ਉੱਥੋਂ ਪ੍ਰੋਪਰਟੀ ਟੈਕਸ ਆਉਣਾ ਸ਼ੁਰੂ ਹੋ ਜਾਂਦਾ। ਬਿਲਕੁਲ। ਸੋ ਸਿਟੀ ਨੂੰ ਤਾਂ ਆਲਰੇਡੀ ਟੈਕਸ ਆ ਰਿਹਾ, ਡਿਵੈਲਪਰ ਨੇ ਡਿਵੈਲਪ ਕੀਤੀ। ਇੰਪੈਕਟ ਫੀਸ ਲਾਉਣੀ ਗਲਤ ਸੀ। ਇੰਪੈਕਟ ਫੀਸ ਗਲਤ ਸੀ। ਠੀਕ ਹੈ। ਔਰ ਜੇ ਵੈਸੇ ਉਹ ਇੰਪੈਕਟ ਫੀਸ ਆਉਂਦੀ ਤਾਂ ਫੰਡ ਜਿਹੜਾ ਇਕੱਠਾ ਹੁੰਦਾ ਸ਼ਾਇਦ ਇਨਫਰਾਸਟ੍ਰਕਚਰ ਤੇ ਭਾਵੇਂ ਉਸ ਏਰੀਆ 'ਚ ਨਹੀਂ ਪਰ ਕਿਤੇ ਨਾ ਕਿਤੇ ਹੋਰ ਜਗ੍ਹਾ ਲੱਗੀ ਜਾਂਦਾ, ਖਰਚਾ ਆਉਣਾ ਸੀਗਾ। ਠੀਕ ਹੈ। ਇਹਦਾ ਮਤਲਬ ਸਿਟੀ ਮੰਨ ਚੁੱਕੀ ਆ ਕਿ ਸਾਡੇ ਕੋਲੋਂ ਡਿਸੀਜ਼ਨ ਹੀ ਗਲਤ ਹੋ ਗਿਆ ਇਹ, ਤਾਂ ਹੀ ਉਹਨਾਂ ਨੇ ਕਹਿਤਾ ਕਿ ਅਸੀਂ ਇਹਨੂੰ ਚੈਲੰਜ ਨਹੀਂ ਕਰਨਾ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਤੁਹਾਡੇ ਦੋਨਾਂ ਦੀ ਜਿਹੜੀ ਕਨਕਲੂਡਿੰਗ ਰਿਮਾਰਕਸ ਹੈ ਕਿ ਬੜੇ ਸਿਗਨੀਫਿਕੈਂਟ ਹੈ, ਵਧੀਆ। ਲੇਕਿਨ ਮੈਂ ਇੱਕ ਚੀਜ਼ ਇੰਟਰੋਡਿਊਸ ਕਰਨੀ ਚਾਹੁੰਦਾ ਜਿਹੜਾ ਮੈਂ ਰਾਈਟ ਫॉर द ਬਿਗਨਿੰਗ ਮੇਰੇ ਦਿਮਾਗ 'ਚ ਸੀ ਕਿ ਤੁਹਾਨੂੰ ਯਾਦ ਹੋਏਗਾ ਆਪਾਂ 2 ਸਾਲ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ ਕਿ ਜਿਹੜੇ ਨਾਨ ਪਲੈਨਡ ਐਕਸਪੈਂਡੀਚਰ ਜਿਹੜੇ ਸਿਟੀ ਕੋਲ ਜਿਹੜੇ ਹੁੰਦੇ ਨਾ ਐਕਸਚੈਕਰ ਹੁੰਦਾ ਹੈ ਜਾਂ ਫੰਡਸ ਹੁੰਦੇ ਨੇ, ਉਹਨੂੰ ਪ੍ਰੋਪਰਲੀ ਯੂਟਿਲਾਈਜ਼ ਕਰਨ ਦੇ 2 ਤਰੀਕੇ ਹੁੰਦੇ ਨੇ। ਜਾਂ ਤਾਂ ਤੁਸੀਂ ਪਲਾਨ ਕਰੋ ਕਿੱਥੇ ਜ਼ਿਆਦਾ ਪ੍ਰਾਇਓਰਟਾਈਜ਼ ਕਰਨਾ ਇਹਨੂੰ, ਤੇ ਦੂਸਰਾ ਇਹ ਹੈ ਕਿ ਜਿਹੜੇ ਅਨਪਲੈਨਡ ਐਕਸਪੈਂਡੀਚਰ ਨੇ ਉਹ ਘੱਟ ਕਰੋ ਤੁਸੀਂ। ਮੇਰੇ ਖਿਆਲ ਹੈ ਕਿ ਸਿਟੀ ਨੂੰ, ਪ੍ਰੋਵਿੰਸ ਨੂੰ ਔਰ ਫੈਡਰਲ ਗਵਰਨਮੈਂਟ ਨੂੰ, ਇਨ ਪਾਰਟਿਕੂਲਰ ਸਿਟੀ ਨੂੰ ਜਿਹੜੇ ਆਪਣੇ ਨਾਨ ਪਲਾਨਡ ਐਕਸਪੈਂਡੀਚਰ ਹੈਗੇ ਨੇ ਉਹ ਜ਼ਰੂਰ ਰਿਵਿਊ ਕਰਨੇ, ਉਹ ਪਲਾਨ ਕਰਨੇ ਚਾਹੀਦੇ, ਉਹ ਰਿਵਿਊ ਕਰਨੇ ਚਾਹੀਦੇ। ਨਹੀਂ, ਜੇ ਪ੍ਰੋਵਿੰਸ ਨੂੰ ਸੋਚ ਕੇ ਪ੍ਰੋਵਿੰਸ ਕਰ ਵੀ ਰਹੀ ਆ ਉਹਦੇ 'ਚ ਨਾ, ਜਿੱਦਾਂ ਆਪਣੇ ਸਿਟੀ 'ਚ 6-7 ਐਮਰਜੈਂਸੀ ਸੀਗੀਆਂ, ਉਹਨਾਂ ਨੇ ਉਹਨੂੰ ਨੰਬਰ ਘਟਾਤਾ, ਪਰ ਜਿਹੜੀਆਂ 6 ਦੀ ਜਗ੍ਹਾ ਤੇ 3 ਕਰਕੇ ਉਹਨੂੰ ਬੈਟਰ ਇਨਫਰਾਸਟ੍ਰਕਚਰ ਦਿੱਤਾ ਉਹਨਾਂ ਨੂੰ। ਜੇ ਹੁਣ ਤੁਸੀਂ ਅੱਜ ਐਮਰਜੈਂਸੀ ਤੋਂ ਅਰਜੈਂਟ ਕੇਅਰ ਬਣਾਤੀ, ਜੇ ਤੁਸੀਂ ਅੱਜ 7 ਹੋ ਕੇ ਜਾਂਦੇ ਆ ਤਾਂ ਤੁਸੀਂ ਜਾ ਕੇ ਦੇਖੋ ਡਿਫਰੈਂਸ ਕਿੰਨਾ ਹੈਗਾ। ਵੇਟ ਟਾਈਮ ਘਟ ਗਿਆ, ਸਰਵਿਸ ਬੈਟਰ ਹੋ ਗਈ। ਜਿਹਨੂੰ ਰੀਅਲ ਐਮਰਜੈਂਸੀ ਦੀ ਲੋੜ ਹੈਗੀ ਆ ਉਹਨੂੰ ਐਮਰਜੈਂਸੀ 'ਚ ਬੈਟਰ ਸਰਵਿਸ ਮਿਲਦੀ। ਚਲੋ ਗੱਲ ਮੈਨੂੰ ਭੁੱਲ ਗਈ ਸੀਗੀ। ਇਹਦਾ ਮਤਲਬ ਕਿ ਉਹ ਪ੍ਰੋਵਿੰਸ ਨੇ ਸਹੀ ਡਿਸੀਜਨ ਲਿਆ, ਉਹ ਉੱਥੋਂ ਫੰਡਿੰਗ ਕੱਟੀ ਤੇ ਹੋਰ ਜਗ੍ਹਾ। ਮੈਂ ਜੋੜ ਕੇ ਇੱਕ ਇਹਦੇ ਨਾਲ ਹੋਰ ਗੱਲ ਕਰਨੀ ਚਾਹੁੰਦਾ। ਜਿਹੜੀਆਂ ਅਸੀਂ ਲੈਬ, ਜਿਹੜੀ ਬਲੱਡ ਟੈਸਟ ਲੈਬ ਜਾਂ ਯੂਰਿਨ ਟੈਸਟ ਲੈਬ ਸੀਗੀਆਂ, ਉਹ ਵੀ ਬੰਦ ਕਰਤੀਆਂ ਗਈਆਂ। ਉਹ ਮੇਰੇ ਖਿਆਲ ਕੋਵਿਡ ਕਰਕੇ ਬੰਦ ਕੀਤੀਆਂ। ਨਹੀਂ, ਉਹ ਇਸ ਤੋਂ ਪਹਿਲਾਂ ਹੀ ਪਲਾਨ ਸੀ, ਅਨਾਉਂਸਮੈਂਟ ਪਹਿਲਾਂ ਹੀ ਕਰਤੀ। ਉਹਦਾ ਵੀ ਮੈਂ ਤੁਹਾਨੂੰ ਦੱਸਦਾ ਨਾ, ਕੱਲ ਹੀ ਮੇਰੇ ਇੱਕ ਫਰੈਂਡ ਹੈਗੇ ਆ, ਫਾਰਮਾਸਿਸਟ ਵੀ ਆ, ਉਹਨਾਂ ਦਾ ਆਪਦਾ ਕਲੀਨਿਕ ਹੈਗਾ, ਮੈਡੀਕਲ ਡਾਕਟਰ ਨਾਲ ਹੈਗੇ ਉਹਨਾਂ ਦੇ, ਉਹਨਾਂ ਨਾਲ ਗੱਲ ਹੁੰਦੀ ਸੀਗੀ। ਉਹ ਕਹਿੰਦੇ ਵੀ ਜਿਹੜਾ ਇਹ ਡਿਸੀਜਨ ਵੀ ਸੀਗਾ ਇਹ 100% ਰਾਈਟ ਹੈਗਾ। ਜਿਹੜੇ ਲੈਬ ਦੇ ਪਹਿਲਾਂ 15 ਦਿਨਾਂ 'ਚ ਟੈਸਟ ਆ ਰਹੇ ਸੀਗੇ, ਹਾਲਾਂਕਿ ਨੰਬਰ ਘੱਟ ਗਏ ਲੈਬ ਦੇ, ਸੈਂਟਰਲਾਈਜ਼ ਕਰਤਾ ਉਹਨੂੰ, ਉਹਦੇ ਨਾਲ ਉਹ ਰਿਜ਼ਲਟ 3 ਤੋਂ 4 ਦਿਨ 'ਚ ਆ ਰਹੇ ਆ। ਅੱਛਾ। ਨਹੀਂ, ਉਹ ਦੇਖੋ ਮੇਰੀ ਓਪੀਨੀਅਨ ਨਹੀਂ, ਮੈਡੀਕਲ ਪ੍ਰੋਫੈਸ਼ਨਲ ਇਹ ਚੀਜ਼ ਮੰਨਦਾ। ਪਤਾ ਕਿ ਜਦੋਂ ਲੈਬ ਜ਼ਿਆਦਾ ਸੀ, ਯੂਨ ਆਫਿਸਸ ਜ਼ਿਆਦਾ ਸੀਗੇ, ਤੇ ਉੱਥੇ ਕਲਾਇੰਟ ਤਾਂ ਉਨੇ ਹੀ ਹੈ ਨਾ, ਪੇਸ਼ੈਂਟ ਤਾਂ ਉਨੇ ਹੀ ਹੈ, ਪੇਸ਼ੈਂਟ ਥੋੜੀ ਘਟ ਗਏ, ਪੇਸ਼ੈਂਟ ਸਗੋਂ 4 ਵਧੇ ਹੀ ਹੋਣਗੇ। ਠੀਕ ਹੈ ਜੀ। ਉਹਨਾਂ ਨੂੰ ਈਜ਼ੀਲੀ ਉੱਥੇ ਆਪਣੀ ਅਪਾਇੰਟਮੈਂਟ ਜਿਹੜੀ ਆ ਮਿਲ ਜਾਂਦੀ ਸੀਗੀ। ਹੁਣ ਤੁਸੀਂ ਬਾਹਰ ਦੇਖੋ ਉੱਥੇ ਲਾਈਨਾਂ ਲਾ ਕੇ ਲੋਕੀ ਖੜੇ। ਨਹੀਂ, ਉਹਦਾ ਇੱਕ ਰੀਜ਼ਨ ਕੋਵਿਡ ਵੀ ਹੈ ਨਾ ਜੀ। ਹੁਣ ਸੋਸ਼ਲ ਡਿਸਟੈਂਸ ਜਿਹੜਾ ਹੈਗਾ ਆਪਾਂ ਨੂੰ ਮੇਨਟੇਨ ਕਰਨਾ ਪੈਂਦਾ, ਬਰਡਨ ਹੈਗਾ ਜਿਹੜਾ ਸਿਸਟਮ ਤੇ ਵਧਿਆ ਵਾ ਕੋਵਿਡ ਕਰਕੇ, ਉਹਦਾ ਇੱਕ ਰੀਜ਼ਨ ਇਹ ਵੀ ਹੈ। ਪਰ ਅਦਰਵਾਈਜ਼ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਇਹ ਕਹਿ ਰਹੇ ਆ ਜਿਹੜਾ ਉਹ ਡਿਸੀਜਨ ਹੈਗਾ ਬੈਟਰ ਹੈਗਾ।
ਇਹਦੀ ਐਗਜ਼ਾਮਪਲ ਮੈਂ ਇੱਕ ਹੋਰ ਦਿੰਦਾ ਜੀ, ਕਿਉਂਕਿ ਆਮ ਤੌਰ ਤੇ ਸ਼ਿਕਾਇਤ ਹੁੰਦੀ ਹੈ। Yeah. ਮੈਂ ਬੰਦਾ ਜੀ ਨਾਲ ਪਹਿਲਾਂ ਵੀ ਗੱਲ ਕਰਦੇ ਸੀ, ਸਾਡੇ ਇੱਕ ਬੜੇ ਸ਼ਹਿਰ ਦੇ ਮੰਨੇ ਪਰਮੰਨੇ ਰੀਅਲਟਰ ਹੈਗੇ ਆ ਜੀ, ਉਹਨਾਂ ਦੀ ਵਾਈਫ ਕਿਸੇ ਮੁਸ਼ਕਲ 'ਚ ਸੀ, ਮੈਡੀਕਲੀ ਮੁਸ਼ਕਲ 'ਚ ਸੀ, ਉਹਨਾਂ ਨੂੰ ਸੈਵਨਕ ਹਸਪੀਟਲ ਲੈ ਕੇ ਜਾਇਆ ਗਿਆ। ਉੱਥੇ ਇਸ ਕਰਕੇ ਅਟੈਂਡ ਨਹੀਂ ਕੀਤਾ ਗਿਆ ਉਹਨਾਂ ਨੂੰ ਕਿ ਸਾਡੇ ਕੋਲ ਤਾਂ ਜੀ ਬੈੱਡ ਹੀ ਹੈ ਨਹੀਂ, ਜਾਂ ਸਾਡੇ ਕੋਲ ਤਾਂ ਡਾਕਟਰ ਹੀ ਅਵੇਲੇਬਲ ਨਹੀਂ ਕਿ ਉਹਨਾਂ ਨੂੰ ਅਟੈਂਡ ਕੀਤਾ ਜਾਵੇ। ਔਰ ਉਹ ਦੱਸਦੇ ਆ ਕਿ ਉਹ ਫਰਸ਼ ਤੇ ਹੀ ਉੱਥੇ ਡਿੱਗ ਕੇ ਨਹੀਂ, ਮਤਲਬ ਉੱਥੇ ਬੈਠੇ ਹੀ ਉਹ ਪ੍ਰਾਣ ਤੇ ਆ ਗਏ। ਠੀਕ ਹੈ ਜੀ। ਔਰ ਇਹੋ ਜੀ ਇਹਦਾ ਮਤਲਬ ਸਾਡੇ ਸੱਚੀ ਮੁੱਚੀ ਹਸਪੀਟਲ ਦੇ ਵਿੱਚ ਵੀ ਇਨਫਰਾਸਟ੍ਰਕਚਰ ਦੀ ਘਾਟ ਹੈ। ਠੀਕ ਹੈ ਜੀ। ਉਹ ਡਾਕਟਰ ਘੱਟ ਹੈ, ਨਰਸਿਸ ਘੱਟ ਹੈ, ਜਾਂ ਬੈੱਡ ਨਹੀਂ ਉਨੇ ਅਵੇਲੇਬਲ। ਜਿਹੜਾ ਟਾਈਮ ਵੇਟਿੰਗ ਪੀਰੀਅਡ ਵੀ ਲੱਗਦਾ ਹੁੰਦਾ ਸੀ, ਮੈਨੂੰ ਲੱਗਦਾ ਉਦੋਂ ਜਦੋਂ ਕਿਸੇ ਨੂੰ ਜਾ ਕੇ ਉੱਥੇ ਇਨਕੁਆਇਰੀ ਤੇ ਕਹਿਣਾ ਨਾ ਜੀ ਅਸੀਂ ਬੜੀ ਦੇਰ ਤੋਂ ਬੈਠੇ ਹਾਂ, ਸਾਡੇ ਦਰਦ ਹੋ ਰਹੀ ਹੈ, ਜਾਂ ਬੱਚਾ ਅਸੀਂ ਨਾਲ ਲੈ ਕੇ ਆਏ ਉਹ ਰੋਈ ਜਾਂਦਾ ਪਿਆ, ਤੇ ਉਹ ਕਹਿੰਦੇ ਸੀ ਜੀ ਡਾਕਟਰ ਨਹੀਂ ਹੈਗੇ। ਉਹਦਾ ਰੀਜ਼ਨ ਵੀ ਹੈ ਨਾ ਜੀ, ਹੁਣ ਤੁਸੀਂ ਜਿੱਦਾਂ ਉਹਨਾਂ ਨੇ ਕਿਹਾ ਅਨਫੋਰਚੂਨੇਟਲੀ ਉਹਨਾਂ ਦੀ ਉੱਥੇ ਡੈਥ ਹੋ ਗਈ, ਰਾਈਟ, ਉਹਨਾਂ ਨੂੰ ਰੀਅਲ ਐਮਰਜੈਂਸੀ ਸੀਗੀ, ਉਹਨੂੰ ਟੈਕਲ ਕਰਨਾ ਚਾਹੀਦਾ ਸੀ। ਪਰ ਉੱਥੇ ਕੀ ਹੈਗਾ, ਐਮਰਜੈਂਸੀ ਦੇ ਵਿੱਚ ਮੈਨੂੰ ਛਿੱਕਾਂ ਲੱਗ ਗਈਆਂ ਜੀ, ਮੈਂ ਵੀ ਐਮਰਜੈਂਸੀ 'ਚ, ਮੈਨੂੰ ਫੀਵਰ ਆ ਥੋੜਾ ਜਿਹਾ, ਮੈਂ ਵੀ ਐਮਰਜੈਂਸੀ 'ਚ, ਮੇਰੇ ਥੋੜਾ ਜਿਹਾ ਕੱਟ ਲੱਗ ਗਿਆ ਜੀ, ਮੈਂ ਵੀ ਐਮਰਜੈਂਸੀ 'ਚ। ਹੁਣ ਉਹਨਾਂ ਦੇ ਭਾਅ ਦਾ ਤਾਂ ਇਹ ਹੈ ਨਾ, ਡਾਕਟਰ ਨੂੰ ਤਾਂ ਉਦੋਂ ਪਤਾ ਲੱਗਣਾ ਜਦੋਂ ਪੇਸ਼ੈਂਟ ਉਹਦੇ ਕੋਲ ਜਾਵੜਾ, ਅਦਰਵਾਈਜ਼ ਤੁਸੀਂ 3 ਨੰਬਰ ਰੀਅਲ ਐਮਰਜੈਂਸੀ ਦੇ ਮੂਹਰੇ ਲੈ ਕੇ ਬਹਿ ਗਏ ਹੋ, ਉਹਨਾਂ ਨੇ ਤਾਂ ਨੰਬਰ ਦੇ ਅਕੋਰਡਿੰਗ ਵਰਕ ਕਰਨਾ। ਜੇ ਤੁਸੀਂ ਨਹੀਂ ਕੱਟ ਲੱਗ ਗਿਆ, ਹੁਣ ਕੱਟ ਲੱਗ ਜਾਓ ਜੀ, ਮੰਨ ਲਓ ਫਾਰ ਐਗਜ਼ਾਮਪਲ ਕੱਟ ਲੱਗ ਗਿਆ, ਐਮਰਜੈਂਸੀ ਵਾਲੇ ਅਟੈਂਡ ਨਹੀਂ ਕਰ ਰਹੇ ਕਿ ਇਹ ਤਾਂ ਛੋਟਾ ਜਿਹਾ ਮਾਮੂਲੀ ਜਿਹਾ, ਅਸੀਂ ਸਾਡੇ ਕੋਲ ਹੋਰ ਪ੍ਰਾਇੋਰਟੀ ਵਾਲੇ ਪੇਸ਼ੈਂਟ ਹੈਗੇ ਆ, ਹੁਣ ਉਹ ਕਿਹਦੇ ਕੋਲ ਜਾਵੇ? ਫੈਮਿਲੀ ਡਾਕਟਰ ਤੇ ਕੋਈ ਫੈਸਿਲਿਟੀ ਹੈ ਨਹੀਂ ਪੱਟੀਆਂ ਕਰਨ ਦੀ, ਟਾਂਕੇ ਲਾਉਣ ਦੀ। ਮੇਰੇ ਖਿਆਲ ਉਹਦੇ ਚ ਅਰਜੈਂਟ ਕੇਅਰ ਹੈਗਾ, ਆਪਣੇ ਕੋਲ ਮੈਡੀਕਲ ਕਲੀਨਿਕ ਹੈਗੇ ਆ, ਉਹ ਇਦਾਂ ਦੀ ਜਿਹੜੀ ਪ੍ਰੋਬਲਮ ਹੈਗੀ ਉੱਥੇ ਤੁਸੀਂ ਲੈ ਕੇ। ਹਾਂਜੀ ਬਿਲਕੁਲ ਠੀਕ ਹੈ। ਈਵਨ ਕਿ ਤੁਹਾਡਾ ਫ੍ਰੈਕਚਰ ਵੀ ਹੋ ਗਿਆ ਨਾ, ਉਹ ਵੀ ਇੱਕ ਰੀਅਲ ਐਮਰਜੈਂਸੀ ਨਹੀਂ, ਰੀਅਲ ਐਮਰਜੈਂਸੀ ਇਹ ਆ ਕਿ ਤੁਹਾਨੂੰ ਹੈਮਰੇਜ ਹੋ ਗਿਆ, ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੈ ਜਿਸ 'ਚ ਤੁਹਾਡੀ ਡੈਥ ਹੋ ਸਕਦੀ, ਉਹ ਐਮਰਜੈਂਸੀ ਵਾਸਤੇ ਰੈਫਰ। ਬਿਲਕੁਲ ਠੀਕ ਹੈ। ਮੈਂ ਕਈ ਲੋਕਾਂ ਨੂੰ ਪਰਸਨਲੀ ਜਾਣਦਾ ਹੈਗਾ ਜਿਨ੍ਹਾਂ ਨੇ ਰੈਗੂਲਰ ਬੇਸਿਸ ਤੇ 2 ਜਾਂ 3 ਦਿਨ ਬਾਅਦ ਵੈਸੇ ਹੀ ਚੈੱਕਅਪ ਕਰਾਉਣ ਜਾਣਾ, ਗੇੜਾ ਕੱਢਣ ਜਾਣਾ ਜੀ। ਪੁੱਛੋ ਕੀ ਗੱਲ ਹੈ, ਅਸੀਂ ਟੈਕਸ ਦਿੰਦੇ ਹਾਂ, ਅਸੀਂ ਆਹ ਕਰਦੇ ਹਾਂ, ਉਹ ਗਲਤ ਹੈ। ਉਹਨੂੰ ਐਪਰੀਸ਼ੀਏਟ ਉਹਨਾਂ ਨਾਲ ਕੀ ਹੁੰਦਾ ਹੈ ਕਿ ਜਿਹੜਾ ਐਕਚੁਅਲ ਬੰਦਾ ਡਿਜ਼ਰਵ ਕਰਦਾ ਹੈ ਉਹ ਲਾਈਨ 'ਚ ਪਿੱਛੇ ਪੈ ਜਾਂਦਾ ਹੈਗਾ। ਠੀਕ ਹੈ ਜੀ। ਉਹ ਥੋੜਾ ਜਿਹਾ ਆ ਜਾਂਦਾ ਕਿ ਸਾਡੀ ਸਾਈਕੀ, ਸਾਡੀ ਜਿਹੜੀ ਐਥਿਕਸ ਹੈ, ਜਿਹੜਾ ਸੈਲਫ ਐਥਿਕਸ ਹੁੰਦਾ ਬੰਦੇ ਦਾ, ਉਹਨੂੰ ਇੰਪਰੂਵ ਕਰਨ ਦੀ ਬੜੀ ਲੋੜ ਹੈ। ਜਵਿੰਦਰ ਸਾਹਿਬ ਔਰ ਸੁਖ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ। ਮਸਲੇ ਬਹੁਤ ਜ਼ਿਆਦਾ ਹੈ ਜੀ, ਬਹੁਤ ਆਪਾਂ ਲੰਬਾ ਕਰ ਲਈਏ, ਪਰ ਮੈਨੂੰ ਲੱਗਦਾ ਕਿ ਸਾਨੂੰ ਤਕਰੀਬਨ 1 ਘੰਟਾ ਹੋ ਗਿਆ ਗੱਲਬਾਤ ਸ਼ੁਰੂ ਕੀਤੀ ਨੂੰ। ਬਹੁਤ ਸਾਰਾ ਕੁਝ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ, ਨੈਕਸਟ ਟਾਈਮ ਹੋਰ ਕਰਾਂਗੇ। ਔਰ ਸਾਡੇ ਵੱਲੋਂ ਵਾਇਸ ਆਫ ਇੰਡੀਆ ਵੱਲੋਂ ਖੁੱਲ੍ਹਾ ਸੱਦਾ ਸਾਰਿਆਂ ਨੂੰ, ਕੋਈ ਵੀ ਆਪਦੀ ਗੱਲ ਜਿਹੜੀ ਸੋਸਾਇਟੀ ਦੇ ਬੈਟਰਮੈਂਟ ਵਾਸਤੇ ਹੋ ਸਕਦੀ ਹੈ, ਸਾਡੇ ਸਮਾਜ ਦੇ ਲਈ ਚੰਗੀ ਹੋ ਸਕਦੀ, ਸਾਡੇ ਸ਼ਹਿਰ ਲਈ ਚੰਗੀ ਹੋ ਸਕਦੀ ਹੈ, ਸੂਬੇ ਲਈ ਚੰਗੀ ਹੋ ਸਕਦੀ, ਦੇਸ਼ ਲਈ ਚੰਗੀ ਹੋ ਸਕਦੀ ਹੈ, ਉਹਦੇ ਲਈ ਗੱਲਬਾਤ ਕਰਨ ਵਾਸਤੇ ਸਾਡੇ ਦਰਵਾਜ਼ੇ ਖੁੱਲ੍ਹੇ, ਇਹ ਜਗ੍ਹਾ ਖੁੱਲ੍ਹੀ ਹੈ। ਆਓ ਵਿਚਕਾਰ ਬਿਠਾਵਾਂਗੇ ਤੇ ਗੱਲਬਾਤ ਕਰਾਂਗੇ। ਆਓ ਰਲ ਮਿਲ ਕੇ ਆਪਾਂ ਇਸ ਸਾਰੇ ਕੁਛ ਨੂੰ ਹੋਰ ਵਧੀਆ, ਹੋਰ ਖੂਬਸੂਰਤ ਬਣਾਉਣ ਦੀ ਲਈ ਕੋਸ਼ਿਸ਼ ਕਰੀਏ। ਤੁਸੀਂ ਆਏ ਹੋ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜਵੰਦਾ ਜੀ, ਥੈਂਕ ਯੂ ਵੈਰੀ ਮਚ।